ਇਸ ਤੋਂ ਇਲਾਵਾ ਇਹਨਾਂ ਨੂੰ ਪੰਜਾਬ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਇੰਟਰਨੈਸ਼ਨਲ ਟੀਚਰ ਡਿਵੈਲਪਮੈਂਟ ਪ੍ਰੋਗਰਾਮ ਦੇ ਲਈ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਭੇਜਿਆ ਗਿਆ ਸੀ, ਜਿੱਥੇ ਇਹਨਾਂ ਨੇ ਡੀਨ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਐਪਰੀਸ਼ੀਏਸ਼ਨ ਸਪੈਸ਼ਲ ਐਪਰੀਸ਼ੀਏਸ਼ਨ ਸਰਟੀਫਿਕੇਟ ਪ੍ਰਾਪਤ ਕੀਤਾ। ਗੱਲ ਕੀ ਮੈਂ ਕੁਝ ਜ਼ਿਆਦਾ ਕਿੰਨਾ ਕੁ ਕਵਾਂ ਮੈਡਮ ਦੇ ਬਾਰੇ, ਬਾਕੀ ਬੇਟਾ ਤੁਸੀਂ ਇਸ ਲੈਕਚਰ ਦੇ ਦੌਰਾਨ ਮੈਡਮ ਦੀ ਪਰਸਨੈਲਿਟੀ ਬਾਰੇ, ਉਹਨਾਂ ਦੇ ਅੱਛੇ ਓਰੇਟਰ, ਅੱਛੇ ਟੀਚਰ, ਬੀਇੰਗ ਅ ਗੁੱਡ ਹਿਊਮਨ ਬੀਇੰਗ ਹੋਣ ਬਾਰੇ ਤੁਹਾਨੂੰ ਆਪ ਹੀ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਮੈਡਮ ਮਨਿੰਦਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਅੱਜ ਦਾ ਲੈਕਚਰ ਕੋਵਿਡ-19 ਦੇ ਦੌਰਾਨ ਵਿਦਿਆਰਥੀ ਆਪਣੇ ਆਪ ਨੂੰ ਕਿਵੇਂ ਪੋਜ਼ਿਟਿਵ ਰੱਖਣ, ਆਪਣੀ ਸੋਚ ਨੂੰ ਕਿਵੇਂ ਸਕਾਰਾਤਮਕ ਰੱਖਣ, ਇਸ ਬਾਰੇ ਆਪਣਾ ਲੈਕਚਰ ਦੇਣਗੇ। ਮੈਂ ਵੈਲਕਮ ਕਰਦੀ ਹਾਂ ਮੈਡਮ ਮਨਿੰਦਰ ਦਾ। ਮੈਡਮ ਮਨਿੰਦਰ। ਮੈਮ ਅਨਮਿਊਟ ਕਰੋ ਜੀ। ਉਹ ਨਾਲ ਇਹਨੂੰ ਸਪੀਕਰ ਉਤੇ ਲਗਾਓ। ਹਾਂਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਬੱਚੇ, ਮੈਂ ਦੇਖ ਰਹੀ ਹਾਂ +1 2 ਦੇ ਜੁਆਇਨ ਕਰ ਚੁੱਕੇ ਹੈ ਤੇ ਬਹੁਤ ਅੱਛੀ ਗੱਲ ਹੈ ਬੇਟੇ। ਆਪਾਂ ਜਿਵੇਂ ਹੁਣ ਗੱਲ ਕਰ ਰਹੇ ਹਾਂ ਕੋਵਿਡ-19 ਦੇ ਵਿੱਚ ਅਸੀਂ ਕਿਵੇਂ ਆਪਣੇ ਆਪ ਨੂੰ ਪੋਜ਼ਿਟਿਵ ਰੱਖ ਸਕਦੇ ਹਾਂ ਨਾ। ਹੁਣ ਆਪਾਂ ਨੂੰ ਪਤਾ ਹੈ ਕਿ ਕੋਈ ਵਿਗਨ ਅਗਰ ਕੋਈ ਆਉਂਦਾ ਹੈ ਨਾ ਤਾਂ ਉਹ ਸਾਡੀ ਸਾਰੀ ਡੈਸਟੀਨੀ ਨੂੰ ਚੇਂਜ ਕਰ ਸਕਦਾ ਹੈ। ਤਾਂ ਉਹਦੇ ਵਿੱਚ ਗੱਲ ਜੋ ਆਈ ਹੈ ਆਪਾਂ ਨੂੰ ਪਤਾ ਅੱਛੀ ਨਹੀਂ ਹੈ ਨਾ, ਪਰ ਉਹਦੇ ਵਿੱਚੋਂ ਵੀ ਕੁਝ ਅੱਛਾ ਨਿਕਲ ਸਕਦਾ ਹੈ। ਤੇ ਅੱਜ ਆਪਾਂ ਇਕੱਠੇ ਹੋਏ ਹਾਂ ਕਿ ਉਹਦੇ ਚੋਂ ਕੀ ਅਸੀਂ ਪੋਜ਼ਿਟਿਵ ਗੇਨ ਕਰ ਸਕਦੇ ਹਾਂ। ਪਿਛਲੇ ਕੁਝ ਸਾਲਾਂ ਤੋਂ ਦੇਖੋ ਤੁਸੀਂ ਆਪਣੀ ਵੋਕੈਬਲਰੀ ਕੀ ਬਣੀ ਹੋਈ ਸੀ ਕਿ ਆਪਾਂ ਹਰ ਕੋਈ ਜਦੋਂ ਕੋਈ ਮਿਲਦਾ ਸੀ ਇੱਕ ਦੂਸਰੇ ਨੂੰ ਆਪਾਂ ਕਹਿੰਦੇ ਸੀ ਆਈ ਡੋਂਟ ਹੈਵ ਟਾਈਮ ਫॉर ਮਾਈਸੈਲਫ, ਆਈ ਡੋਂਟ ਹੈਵ ਟਾਈਮ ਟੂ ਡੂ ਵਾਟ, ਜੋ ਮੈਂ ਕਰਨਾ ਚਾਹੁੰਦੀ ਹਾਂ ਮੇਰੇ ਕੋਲ ਟਾਈਮ ਨਹੀਂ ਹੈਗਾ ਉਹ ਕਰਨ ਦਾ। ਤਾਂ ਇਹ ਹੁਣ ਜਿਹੜੀ ਸਾਡੇ ਕੋਲ ਸਥਿਤੀ ਹੈਗੀ ਹੈ ਇਸ ਵੇਲੇ ਕਿ ਨਾਓ ਆਈ ਹੈਵ ਟਾਈਮ ਐਂਡ ਟਾਈਮ, ਟੂ ਮਚ ਆਫ ਟਾਈਮ। ਤਾਂ ਸਾਨੂੰ ਹੁਣ ਇਹ ਦੇਖਣਾ ਪਊਗਾ ਕਿ ਅਸੀਂ ਆਪਣੇ ਅਗਰ ਥਾਟਸ ਨੂੰ ਚੇਂਜ ਕਰਦੇ ਹਾਂ, ਆਪਣੀ ਜਿਹੜੀ ਜੋ ਸਾਡੇ ਬਿਲੀਫ ਸਿਸਟਮ ਬਣੇ ਹੋਏ ਸੀ ਉਹਨੂੰ ਅਗਰ ਅਸੀਂ ਥੋੜਾ ਜਿਹਾ ਸ਼ਿਫਟ ਦਿੰਨੇ ਆ ਤਾਂ ਸਲਾਈਡ ਸ਼ਿਫਟ ਦੇ ਨਾਲ ਹੀ ਸਾਡੀ ਸਾਰੀ ਲਾਈਫ ਚੇਂਜ ਹੋ ਸਕਦੀ ਹੈ। ਤਾਂ 2-4 ਗੱਲਾਂ ਬੇਟੇ ਮੈਂ ਤੁਹਾਡੇ ਨਾਲ ਕਰੂੰਗੀ ਜਿਹਦੇ ਨਾਲ ਕਿ ਅਸੀਂ ਆਪਣਾ ਥੋੜਾ ਜਿਹਾ ਇਹਨੂੰ ਚੇਂਜ ਕਰ ਸਕਦੇ ਹਾਂ। ਇੱਕ ਆਪਾਂ ਸਟਾਰਟ ਕਰਦੇ ਹਾਂ ਛੋਟੀ ਜਿਹੀ ਸਟੋਰੀ ਤੋਂ। ਕਹਿੰਦੇ ਇੱਕ ਵਾਰੀ ਨਾਰਦ ਮੁਨੀ ਜੀ ਪਰਮਾਤਮਾ ਕੋਲ ਗਏ ਤੇ ਉਸ ਸਮੇਂ ਪਰਮਾਤਮਾ ਇੱਕ ਡਾਇਰੀ ਪੜ੍ਹ ਰਹੇ ਸੀ ਤੇ ਜਦੋਂ ਹੀ ਨਾਰਦ ਮੁਨੀ ਪਹੁੰਚੇ ਉੱਥੇ ਉਹਨਾਂ ਨੇ ਉਹ ਡਾਇਰੀ ਚੁੱਪਚਾਪ ਇੱਕ ਪਾਸੇ ਰੱਖਤੀ। ਹੁਣ ਨਾਰਦ ਜੀ ਤਾਂ ਆਪਾਂ ਨੂੰ ਪਤਾ ਹੈ ਕਿ ਬੜੇ ਸਟਰੋਂਗ ਵਿਜ਼ਨ ਵਾਲੇ ਔਰ ਬਹੁਤ ਹੀ ਪਾਵਰਫੁਲ ਪਰਸਨ ਸੀ। ਤਾਂ ਉਹ ਕਹਿੰਦੇ ਕਿ ਉਹਨਾਂ ਨੂੰ ਪੁੱਛਿਆ, ਕਹਿੰਦੇ ਗੋਡ ਵਾਟ ਆਰ ਯੂ ਡੂਇੰਗ? ਤਾਂ ਗੋਡ ਉਹਨੇ ਜਵਾਬ ਦਿੱਤਾ, ਕਹਿੰਦੇ ਆਈ ਵਾਜ਼ ਰੀਡਿੰਗ ਸਮਥਿੰਗ ਪਰਸਨਲ। ਤੇ ਨਾਰਦ ਮੁਨੀ ਜੀ ਕਹਿਣ ਲੱਗੇ ਓਕੇ, what is that personal thing, just if I may know? ਤੇ ਗੋਡ ਕਹਿੰਦੇ I was reading my personal diary which contains the list of my devotees, ਕਿ ਮੇਰੇ ਭਗਤਾਂ ਦੀ ਲਿਸਟ ਹੈਗੀ ਉਹਦੇ ਵਿੱਚ ਜਿਹੜੇ ਲੋਕ ਮੈਨੂੰ ਯਾਦ ਕਰਦੇ ਆ ਨਾ, ਤਾਂ ਉਹ ਲਿਸਟ ਹੈ, ਮੈਂ ਉਹ ਦੇਖ ਰਿਹਾ ਸੀ ਆਪਣੀ। ਤਾਂ ਨਾਰਦ ਮੁਨੀ ਬਹੁਤ ਐਕਸਾਈਟਿਡ ਹੋਏ, ਉਹਨਾਂ ਨੇ ਉਹ ਕਹਿੰਦੇ ਪਲੀਜ਼ ਮੈਂ ਕੈਨ ਆਈ ਸੀ ਦਿਸ? ਤੇ ਪਰਮਾਤਮਾ ਕਹਿੰਦੇ ਚਲ ਹੁਣ ਜੇ ਤੁਸੀਂ ਆਈ ਗਏ ਹੋ, ਹੁਣ ਤੁਸੀਂ ਦੇਖ ਹੀ ਲਿਆ ਤੇ ਸਭ ਕੁਝ ਪੁੱਛ ਹੀ ਲਿਆ ਤਾਂ ਫਿਰ ਹੁਣ ਤੁਸੀਂ ਦੇਖ ਲਓ। ਤੇ ਉਹ ਜਦੋਂ ਦੇਖਦੇ ਸਭ ਤੋਂ ਪਹਿਲਾਂ ਉਹ ਲਿਸਟ ਦੇ ਵਿੱਚ ਦੇਖਦੇ ਕਿ ਸਭ ਤੋਂ ਉੱਤੇ ਨਾਰਦ ਮੁਨੀ ਦਾ ਨਾਮ ਸੀਗਾ, ਤਾਂ ਬੜੇ ਖੁਸ਼ ਹੁੰਦੇ ਆ ਔਰ ਫਿਰ ਫਟਾਫਟ ਇੱਕਦਮ ਦੇਖਣ ਲੱਗਦੇ ਵੀ ਹਨੂਮਾਨ ਦਾ ਨਾਮ ਕਿੱਥੇ ਜੇ ਹੈ। ਤਾਂ ਦੇਖਦੇ ਸਾਰੀ ਲਿਸਟ ਉਹ ਸਰਚ ਕਰ ਲੈਂਦੇ ਪਰ ਹਨੂਮਾਨ ਦਾ ਨਾਮ ਕਿਤੇ ਵੀ ਨਹੀਂ ਹੁੰਦਾ, ਤਾਂ ਬੜੇ ਖੁਸ਼ ਹੁੰਦੇ ਔਰ ਫਟਾਫਟ ਹਨੂਮਾਨ ਜੀ ਕੋਲ ਪਹੁੰਚ ਜਾਂਦੇ ਆ। ਤੇ ਉਹ ਉੱਥੇ ਬੈਠੇ ਆਪਣੀ ਭਗਤੀ ਦੇ ਵਿੱਚ ਲੀਨ ਸੀਗੇ ਜਿਵੇਂ, ਤੇ ਉਹਨਾਂ ਨੂੰ ਪੁੱਛਣ ਲੱਗੇ, ਕਹਿੰਦੇ ਇਹ ਛੱਡ ਦੋ ਹਨੂਮਾਨ ਜੀ, ਹੁਣ ਆਹ ਰਾਮ ਰਾਮ ਕਰਨਾ ਕੋਈ ਫਾਇਦਾ ਨਹੀਂ ਹੈਗਾ, ਤੁਹਾਡਾ ਤਾਂ ਨਾਮ ਹੀ ਹੈ ਨਹੀਂ ਕਿਤੇ, ਮੈਂ ਹੁਣੀ ਪਰਮਾਤਮਾ ਦੀ ਜਿਹੜੀ ਹੈ ਪਰਸਨਲ ਡਾਇਰੀ ਦੇਖ ਕੇ ਆਇਆ ਤੇ ਉਹਦੇ ਵਿੱਚ ਤਾਂ ਤੁਹਾਡਾ ਨਾਮ ਹੀ ਹੈ ਨਹੀਂ ਕਿਤੇ, ਤਾਂ ਇਹ ਜਿਹੜਾ ਤੁਸੀਂ ਇੱਕ ਪਖੰਡ ਜਿਹਾ ਕਰ ਰਹੇ ਹੋ ਛੱਡ ਦੋ ਇਹਨੂੰ। ਤੇ ਹਨੂਮਾਨ ਜੀ ਦਾ ਕੀ ਜਵਾਬ ਸੀ? ਉਹ ਕਹਿੰਦੇ ਕੋਈ ਗੱਲ ਨਹੀਂ, ਮੇਰੇ ਤਾਂ ਦਿਲ 'ਚ ਵਸਦੇ ਆ ਪ੍ਰਭੂ ਰਾਮ ਨਾ, ਮੈਨੂੰ ਕਿਸੇ ਨੂੰ ਦਿਖਾਉਣ ਦੀ ਲੋੜ ਨਹੀਂ ਜਾਂ ਕਿਸੇ ਡਾਇਰੀ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਲੋੜ ਨਹੀਂ,
ਕੋਈ ਮੈਨੂੰ ਇਹੋ ਜਿਹਾ ਸ਼ੌਂਕ ਨਹੀਂ ਹੈਗੇ। ਤਾਂ ਨਾਰਦ ਮੁਨੀ ਫੇਰ ਪਹੁੰਚ ਗਏ ਗੋਡ ਕੋਲੇ, ਤੇ ਗੋਡ ਫਿਰ ਉਹ ਇੱਕ ਦਿਨ ਜਦੋਂ ਦੇਖਿਆ ਉਹ ਕੋਈ ਹੋਰ ਬਹੁਤ ਛੋਟੀ ਜੀ ਡਾਇਰੀ ਇੱਕ ਪਰਸਨਲ ਹੋਰ ਪੜ੍ਹ ਰਹੇ ਸੀਗੇ, ਤਾਂ ਨਾਰਦ ਮੁਨੀ ਕਹਿਣ ਲੱਗੇ, ਕਹਿੰਦੇ ਮਤਲਬ ਬਹੁਤ ਐਕਸਾਈਟਿਡ ਹੋਏ ਦੇਖ ਕੇ ਨਾ, ਬੜਾ ਸੁਪਰ ਐਕਸਾਈਟਿਡ ਫਾਰਮ ਚ ਆ ਗਏ ਉਹ। ਤਾਂ ਕਹਿੰਦੇ ਗੋਡ ਕਾਈਂਡਲੀ ਸ਼ੋ ਇਟ ਟੂ ਮੀ ਦਿਸ ਸਮਾਲ ਡਾਇਰੀ। ਉਹ ਕਹਿੰਦੇ ਨਹੀਂ ਨਹੀਂ, no no, ਕਹਿੰਦੇ this is my super duper personal diary and I can't show it to you। ਤੇ ਨਾਰਦ ਮੁਨੀ ਜੀ, please God show it to me, what does it contain। ਤੇ ਉਹ ਕਹਿੰਦੇ ਵੀ ਇਹਦੇ ਵਿੱਚ ਉਹ ਨਾਮ ਹੈ ਨਾ, this diary contains the names of those people whom I love the most and whom I remember the most। ਤੇ ਉਹਦੇ ਵਿੱਚ ਯਾਨੀ ਕਿ ਜਿਹਨੂੰ ਪਰਮਾਤਮਾ ਲਾਈਕ ਕਰਦਾ, ਉਹਦੇ ਚ ਹਨੂਮਾਨ ਜੀ ਦਾ ਉੱਥੇ ਨਾਮ ਸੀਗਾ। ਤਾਂ ਉਹ ਕੁਦਰਤੀ ਕੀ ਗੱਲ ਹੋਈ ਕਿ ਮੈਂ ਵੀ ਉੱਥੇ ਹੀ ਸੀ ਮੌਜੂਦ, ਲੱਕੀਲੀ ਜੇ ਮੈਂ ਕਹਾਂ ਇੰਟਰਸਟਿੰਗਲੀ, ਤਾਂ ਮੈਨੂੰ ਵੀ ਉਹ ਡਾਇਰੀ ਦੇਖਣ ਦਾ ਮੌਕਾ ਮਿਲਿਆ, ਵੁੱਡ ਯੂ ਬਿਲੀਵ। ਤਾਂ ਜਦੋਂ ਮੈਂ ਦੇਖਿਆ ਉਹਦੇ ਵਿੱਚ ਤੁਸੀਂ ਲੋਕ ਜਿੰਨੇ ਹੁਣ ਇਸ ਵੈਬਿਨਾਰ ਦੇ ਵਿੱਚ ਜੁਆਇਨ ਹੋਏ ਹੋ, ਉਹਨਾਂ ਸਾਰਿਆਂ ਦੇ ਨਾਮ ਉਸ ਪਰਮਾਤਮਾ ਦੀ ਪਰਸਨਲ ਸਮਾਲ ਡਾਇਰੀ ਜਿਹੜੀ ਸੀ ਉਹਦੇ ਵਿੱਚ ਸੀ। ਯਾਨੀ ਕਿ ਉਸ ਪਰਮਾਤਮਾ ਦੀਆਂ ਖਾਸ ਬਖਸ਼ਿਸ਼ਾਂ ਤੁਹਾਡੇ ਤੇ ਹੈ, ਜਿਹੜੇ ਕਿ ਤੁਸੀਂ ਸਾਰੇ ਇੱਥੇ ਇਸ ਵੈਬਿਨਾਰ ਦੇ ਵਿੱਚ ਕਨੈਕਟ ਹੋਏ ਹੋ। ਕੁਝ ਆਪਾਂ ਗੱਲਬਾਤ ਪਰਮਾਤਮਾ ਦੀ ਕਰਾਂਗੇ, ਔਰ ਕਿਵੇਂ ਅਸੀਂ ਆਪਣੇ ਇੱਕ ਥਾਟਸ ਚੇਂਜ ਕਰਨ ਨਾਲ ਕਿਵੇਂ ਅਸੀਂ ਇਸ ਕੋਰੋਨਾ ਕੋਵਿਡ-19 ਦਾ ਮੁਕਾਬਲਾ ਕਰ ਸਕਦੇ ਹਾਂ, ਔਰ ਕਿਵੇਂ ਆਪਣੇ ਆਪ ਨੂੰ ਅਸੀਂ ਐਗਜ਼ਿਸਟ ਕਰ ਸਕਦੇ ਹਾਂ, ਔਰ ਬੜੇ ਪੋਜ਼ਿਟਿਵ એનર્ਜੀ ਦੇ ਨਾਲ ਆਪਾਂ ਕੰਮ ਕਰ ਸਕਦੇ ਹਾਂ। ਤਾਂ ਇਹ ਇੱਕ ਜਿਹੜੀ ਸਟੋਰੀ ਸੀ, ਜਸਟ ਇਹਦੇ ਨਾਲ ਇੱਕ ਸਾਨੂੰ ਪਤਾ ਲੱਗਦਾ ਕਿ ਯੂ ਆਲ ਆਰ ਦੋਜ਼ ਪੀਪਲ ਹੂ ਆਰ ਚੂਜ਼ਨ ਬਾਈ ਦ ਗੋਡ, you are those lovely souls। ਤੁਸੀਂ ਉਹ ਸਾਰੀਆਂ ਆਤਮਾਵਾਂ, ਉਹ ਆਪਾਂ ਆਤਮਾ ਕਹਿੰਦੇ ਆ ਆਪਣੇ ਆਪ ਨੂੰ, ਠੀਕ ਹੈ। ਉਹ ਪਰਮ ਆਤਮਾ ਹੈ ਜਿਹਦੇ ਨਾਲ ਆਪਾਂ ਸੰਪਰਕ ਜੋੜਦੇ ਹਾਂ, ਹਾਈਐਸਟ ਫ੍ਰੀਕੁਐਂਸੀ ਤੇ ਹੈ, ਯਾਨੀ ਸੁਪਰੀਮ ਪਾਵਰ ਜਿਹਨੂੰ ਕਹਿੰਦੇ ਆ, ਜਿਹਦੇ ਪਾਵਰ ਹਾਊਸ। ਕਈ ਵਾਰੀ ਅਸੀਂ ਜਦੋਂ ਮੋਬਾਈਲ ਚਾਰਜ ਕਰਦੇ ਹਾਂ ਤਾਂ ਅਸੀਂ ਪਾਵਰ ਬੈਟਰੀ ਜਿਹੜੀ ਉਹ ਨਾਲ ਲੈ ਕੇ ਚੱਲਦੇ ਹਾਂ, ਕਿ ਜੇ ਸਾਡਾ ਚਾਰਜਿੰਗ ਕਿਤੇ ਰਸਤੇ 'ਚ ਖਤਮ ਹੋ ਗਈ ਤਾਂ ਅਸੀਂ ਪਾਵਰ ਬੈਂਕ ਦੇ ਨਾਲ ਉਹਨੂੰ ਚਾਰਜ ਕਰ। ਤਾਂ ਉਹ ਪਰਮਾਤਮਾ ਪਾਵਰ ਬੈਂਕ ਹੈ, ਜਿੱਥੋਂ ਸਾਨੂੰ ਰੈਗੂਲਰਲੀ ਪਾਵਰ ਲੈਣ ਦੀ ਲੋੜ ਹੈ। ਹੁਣ ਜਦੋਂ ਅਸੀਂ ਜਾਂਦੇ ਹਾਂ ਕਿਤੇ ਵੀ, ਤਾਂ ਜਿੱਥੇ ਵੀ ਕਿਤੇ ਰਸਤੇ ਸਾਨੂੰ ਕਿਤੇ ਸ਼ਾਪਿੰਗ ਮਾਲ 'ਚ ਕਿਤੇ ਵੀ ਸਾਨੂੰ ਜਗ੍ਹਾ ਮਿਲਦੀ ਹੈ ਤਾਂ ਅਸੀਂ ਫਟਾਫਟ ਮੋਬਾਈਲ ਚਾਰਜ ਕਰਦੇ ਹਾਂ। ਤਾਂ ਹੁਣ ਜਿਹੜਾ ਇਹ ਸਮਾਂ ਹੈ ਕਿ ਅਸੀਂ ਨਾਲ ਆਪਣੀ ਮਾਈਂਡ ਨੂੰ ਵੀ ਚਾਰਜ ਕਰਨਾ ਹੈ। ਯਾਨੀ ਕਿ ਜੇ ਅਸੀਂ ਸਵੇਰੇ ਉੱਠ ਕੇ ਉਹਨਾਂ ਲੋਕਾਂ ਨਾਲ ਕਨੈਕਟ ਹੋ ਜਾਂਦੇ ਹਾਂ ਕਿ ਜਿਹੜੇ ਇਸ ਵੇਲੇ ਪੂਰੇ ਡਰ ਦੇ ਵਿੱਚ ਜਿਉ ਰਹੇ ਹੈ, ਤਾਂ ਸਾਡੀ ਫ੍ਰੀਕੁਐਂਸੀ ਉਹਨਾਂ ਦੇ ਨਾਲ ਮੈਚ ਹੋ ਜੂਗੀ, ਤਾਂ ਸਾਡੇ ਅੰਦਰ ਵੀ ਉਹੀ ਫੀਲਿੰਗਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਸ ਕਰਕੇ ਜਿਹੜੀ ਸਪਿਰਿਚੁਅਲਿਟੀ ਹੈ ਇਸ ਵੇਲੇ ਨੀਡ ਆਫ ਦਾ ਆਵਰ ਹੈ। ਸਪਿਰਿਚੁਅਲਿਟੀ ਮਤਲਬ ਕਿ ਸਪਿਰਿਟ ਮੀਨਸ ਆਤਮਾ। ਤਾਂ ਆਤਮਾ ਦਾ ਜਿਹੜਾ ਵਿਕਾਸ ਕਰਨਾ, ਉਹਨੂੰ ਐਮਪਾਵਰ ਕਰਨਾ, ਉਹਨੂੰ ਸਟਰੈਂਥਨ ਕਰਨਾ ਅੱਜ ਦੀ ਜ਼ਰੂਰਤ ਬਣ ਗਿਆ। ਜਿੰਨੀ ਦੇਰ ਤੱਕ ਅਸੀਂ ਉਸ ਹਾਈਐਸਟ ਫ੍ਰੀਕੁਐਂਸੀ ਦੇ ਨਾਲ ਕਨੈਕਟ ਨਹੀਂ ਹੋਵਾਂਗੇ, ਅਸੀਂ ਦੂਸਰੇ ਆਮ ਲੋਕਾਂ ਦੀ ਫ੍ਰੀਕੁਐਂਸੀ ਦੇ ਨਾਲ ਹੀ ਵਰਕਆਊਟ ਕਰਾਂਗੇ, ਜਿਹੜੇ ਕਿ ਆਲਰੇਡੀ 10% 20% ਦੀ ਬੈਟਰੀ ਦੇ ਨਾਲ ਚਾਰਜ ਹੈਗੇ ਹੈ। ਤਾਂ ਜਦੋਂ ਅਸੀਂ ਉਹਨਾਂ ਨਾਲ ਕਨੈਕਟ ਹੋਵਾਂਗੇ, ਚਾਹੇ ਸਾਡੀ 50% ਬੈਟਰੀ ਹੈ ਜਾਂ 60% ਹੈ, ਪਰ ਅਸੀਂ ਜਦੋਂ ਸਾਡਾ ਕਨੈਕਸ਼ਨ ਉਹਨਾਂ ਦੇ ਨਾਲ ਬਣਦਾ ਰਹੂਗਾ ਸਾਰਾ ਦਿਨ, ਤਾਂ ਅਸੀਂ ਵੀ ਲੋਅਰ ਸਾਈਡ ਵੱਲ ਜਾਂਦੇ ਜਾਵਾਂਗੇ। ਤਾਂ ਅਸੀਂ ਦੇਖਣਾ ਹੈ ਕਿ ਹੁਣ ਕੀ ਅਸੀਂ ਕਰ ਸਕਦੇ ਹਾਂ ਇਸ ਸਥਿਤੀ ਦੇ ਵਿੱਚ। ਜਿਹੜਾ ਸਾਰਾ ਸਟ੍ਰੈਸ ਹੈਗਾ ਨਾ, ਸਾਰੀਆਂ ਚਿੰਤਾਵਾਂ, ਜੇ ਸਾਨੂੰ ਪਤਾ ਹੈ ਕਿ ਉਹ ਪਰਮਾਤਮਾ ਨੇ ਸਾਨੂੰ ਆਪਣੀ ਡਾਇਰੀ ਦੇ ਵਿੱਚ ਜਗ੍ਹਾ ਦਿੱਤੀ ਹੋਈ ਹੈ, ਇਟ ਮੀਨਸ ਉਹ ਸਾਨੂੰ ਪਿਆਰ ਕਰਦਾ, ਅਸੀਂ ਕਿਤੇ ਨਾ ਕਿਤੇ ਬਲੈਸਡ ਸੋਲਸ ਹੈਗੇ ਆ। ਤਾਂ ਸਾਡਾ ਇਹਦਾ ਮਤਲਬ ਹੈ ਕਿ ਸਾਡੀਆਂ ਜਿਹੜੀਆਂ ਚਿੰਤਾਵਾਂ ਹੈਗੀਆਂ ਸਾਰੀਆਂ, ਉਹ ਤਾਂ ਆਊਟ, ਕੋਈ ਡਿਪਰੈਸ਼ਨ ਨਹੀਂ, ਕੋਈ ਚਿੰਤਾ ਨਹੀਂ, ਕੋਈ ਸਟ੍ਰੈਸ ਨਹੀਂ। ਤਾਂ ਇਹਦਾ ਮਤਲਬ ਹੈ ਕਿ ਸਾਨੂੰ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹਨਾਂ ਚੀਜ਼ਾਂ ਦਾ, ਡਰ, ਐਂਜ਼ਾਈਟੀ, ਫੀਅਰ, ਐਗਰੈਸ਼ਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਮਾਈਂਡ ਦੇ ਵਿੱਚ, ਇਹਨਾਂ ਲਈ ਕੋਈ ਸਪੇਸ ਨਹੀਂ ਹੈਗੀ ਹੁਣ ਇਸ ਸਮੇਂ ਦੇ ਵਿੱਚ। ਤਾਂ ਇਹਨਾਂ ਸਾਰਿਆਂ ਨੂੰ ਅਸੀਂ ਜੇ ਬਾਰ-ਬਾਰ ਅਸੀਂ ਇਹਨਾਂ ਨੂੰ ਜੇ ਯੂਜ਼ ਕਰ ਰਹੇ ਹਾਂ, ਪ੍ਰੈਕਟਿਸ ਕਰ ਰਹੇ ਹਾਂ, ਇਹਨਾਂ ਚੀਜ਼ਾਂ ਨੂੰ, ਬਾਰ-ਬਾਰ ਗੁੱਸਾ ਆ ਰਿਹਾ, ਬਾਰ-ਬਾਰ ਸਾਨੂੰ ਜਿਹੜੇ ਵਿਕਾਰ ਹੈਗੇ ਘੇਰਦੇ ਆ ਕੇ, ਤਾਂ ਇਟ ਮੀਨਸ ਉਹ ਸਾਡੀ એનર્ਜੀ ਲੈਵਲ ਨੂੰ ਕਿਤੇ ਨਾ ਕਿਤੇ ਸਕ ਕਰ ਰਹੇ ਹੈ।
ਔਰ ਸਾਡੀ એનર્ਜੀ ਹੈ ਜਿਹੜੀ ਉਹ ਪਲ ਪਲ ਡਿਪਲੀਟ ਹੋ ਰਹੀ ਹੈ। ਤਾਂ ਅਸੀਂ ਕਿਵੇਂ ਅਸੀਂ ਆਪਣੇ ਆਪ ਨੂੰ ਇਮੋਸ਼ਨਲੀ ਸਟਰੋਂਗ ਕਰ ਸਕਦੇ ਹਾਂ, ਠੀਕ ਹੈ। ਤਾਂ ਇਹ ਜਿਵੇਂ ਜਿਵੇਂ ਆਪਾਂ ਫਿਜ਼ੀਕਲ ਐਕਸਰਸਾਈਜ਼ਸ ਕਰਨੀ ਸਿੱਖ ਗਏ ਹਾਂ, ਅਸੀਂ ਸੈਨੀਟਾਈਜ਼ ਕਰਨਾ ਸਿੱਖ ਗਏ ਹਾਂ, ਬਾਰ-ਬਾਰ ਹੈਂਡ ਵਾਸ਼ ਕਰ ਰਹੇ ਹਾਂ, ਅਸੀਂ ਸਾਰੀ ਐਡਵਾਈਜ਼ਰੀ ਦਾ ਪਾਲਣ ਕਰ ਰਹੇ ਹਾਂ, ਸਾਰੇ ਕਰ ਰਹੇ ਹਾਂ ਅਸੀਂ। ਪਰ ਇਸ ਵੇਲੇ ਮਨ ਨੂੰ ਵੀ ਸੈਨੀਟਾਈਜ਼ ਕਰਨਾ ਅਸੀਂ ਕਿਤੇ ਨਾ ਕਿਤੇ, ਇਮੋਸ਼ਨਲ ਸੈਨੀਟਾਈਜ਼ੇਸ਼ਨ ਜਿਹੜੀ ਹੈਗੀ ਹੈ ਉਹ ਬਹੁਤ ਜ਼ਰੂਰੀ ਹੈ। ਤਾਂ ਸਾਡੀ ਜਿਹੜੀ ਪਰਫਾਰਮੈਂਸ ਹੈ, ਜੇ ਪਰਮਾਤਮਾ ਸਾਡੇ ਨਾਲ ਹੈ ਹਰ ਟਾਈਮ, ਤਾਂ ਸਾਡੀ ਤੁਸੀਂ ਦੇਖੋ ਕਿ ਅਗਰ ਮੈਂ ਕਾਰ ਡਰਾਈਵ ਕਰ ਰਹੀ ਹਾਂ ਤਾਂ ਮੈਂ ਸੋਚ ਰਹੀ ਹਾਂ ਮੇਰੇ ਨਾਲ ਬੈਠੇ ਹੈ, ਇਸ ਵੇਲੇ ਜ਼ੂਮ ਤੇ ਵੀ ਸਾਡੇ ਨਾਲ ਜੋ ਕਨੈਕਟਡ ਹੈ, ਤਾਂ ਸਾਨੂੰ ਤੁਸੀਂ ਦੇਖੋ ਸਾਡੇ ਵਿਚਾਰਾਂ ਦੇ ਵਿੱਚ ਅਸੀਂ ਕਿੰਨਾ ਸੋਚ ਸਮਝ ਕੇ ਗੱਲਬਾਤ ਕਰਾਂਗੇ ਕਿ ਸਾਡੇ ਅਸੀਂ ਖਾਣਾ ਖਾ ਰਹੇ ਹਾਂ ਤਾਂ ਸਾਡੇ ਨਾਲ ਬੈਠੇ ਹੋਏ ਹੈ, ਹਰ ਟਾਈਮ ਅਗਰ ਅਸੀਂ ਉਹਨਾਂ ਦੀ ਪ੍ਰੈਜ਼ੈਂਸ ਫੀਲ ਕਰਦੇ ਹਾਂ ਤਾਂ ਸਾਡੇ ਦੇਖੋ ਤੁਸੀਂ ਸੋਚ ਕਿਹੋ ਜਿਹੀ ਹੋ ਜੂਗੀ, ਸਾਡੇ ਵਿਚਾਰ ਕਿਹੋ ਜਿਹੇ ਹੋ ਜਾਣਗੇ, ਸਾਡੇ ਸ਼ਬਦ ਅਸੀਂ ਕਿਹੋ ਜਿਹੇ ਚੁਣਾਂਗੇ ਤੇ ਸਾਡੇ ਕਰਮ ਕਿਹੋ ਜਿਹੇ ਹੋ ਜਾਣਗੇ। ਤਾਂ ਅਸੀਂ ਫੁੱਲ ਆਫ ਪੋਜ਼ਿਟਿਵਿਟੀ ਨਾਲ ਭਰ ਜਾਵਾਂਗੇ। ਪਰ ਕੁਐਸਚਨ ਇਹ ਹੈ ਕਿ ਸਾਨੂੰ ਬਾਰ-ਬਾਰ ਇਹ ਅਹਿਸਾਸ ਕਿਵੇਂ ਹੋਵੇ ਕਿ ਪਰਮਾਤਮਾ ਸਾਡੇ ਨਾਲ ਹੈ। ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ ਵੀ ਅਗਰ ਕੋਈ ਬੱਚਾ ਸੜਕ ਕ੍ਰਾਸ ਕਰ ਰਿਹਾ ਤਾਂ ਉਹ ਇੱਧਰ ਦੇਖਦਾ ਵਹੀਕਲਸ ਇੱਧਰੋਂ ਵੀ ਆ ਰਹੇ, ਇੱਧਰੋਂ ਵੀ ਆ ਰਹੇ, ਬਹੁਤ ਥਾਵਾਂ ਤੋਂ ਆ ਰਹੇ, ਤੇ ਉਹ ਘਬਰਾ ਜਾਂਦਾ ਵੀ ਮੈਂ ਕਿਵੇਂ ਸੜਕ ਕ੍ਰਾਸ ਕਰਾਂ। ਪਰ ਜੇ ਪੇਰੈਂਟਸ ਨਾਲ ਹੈ, ਇੱਕ ਉਂਗਲ ਮਮ ਨੇ ਪਕੜੀ, ਇੱਕ ਉਂਗਲ ਪਾਪਾ ਨੇ ਪਕੜੀ ਹੈ, ਤਾਂ ਤੁਸੀਂ ਦੇਖੋ ਬੱਚਾ ਝੂਲਦਾ ਹੋਇਆ ਜਾਂਦਾ ਔਰ ਸੜਕ ਪਾਰ ਕਰ ਲੈਂਦਾ ਔਰ ਬੜਾ ਇੰਜੋਏ ਕਰਦਾ ਉਹਨੂੰ। ਤਾਂ ਅਸੀਂ ਵੀ ਉਹ ਜਿਹੜੀ ਝੂਲੇ ਝੂਲਣ ਵਾਲੀ ਸਥਿਤੀ ਦੇ ਵਿੱਚ ਆ ਸਕਦੇ ਹਾਂ ਜੇ ਅਸੀਂ ਉਸ ਪਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਜਾਣਦੇ ਹਾਂ ਕਿ ਸਾਡੇ ਨੇੜੇ ਨੇੜੇ ਹੀ ਹੈ, ਉਹ ਹੈ ਵੀ ਸਾਡੇ ਕੋਲ। ਤਾਂ ਸਾਡਾ ਜਿਹੜਾ ਫਿਊਚਰ ਕਿੰਨਾ ਅੱਛਾ ਹੋ ਜਾਊਗਾ, ਸਾਨੂੰ ਮਤਲਬ ਬਹੁਤ ਅੱਛਾ ਲੱਗੂਗਾ, ਇਹ ਜੀਵਨ ਖੁਸ਼ਨੁਮਾ ਲੱਗਣ ਲੱਗ ਜਾਊਗਾ, ਇਹ ਦੁਨੀਆ ਬਹੁਤ ਖੂਬਸੂਰਤ ਲੱਗੂਗੀ। ਤਾਂ ਉਹਦੇ ਲਈ ਸਾਨੂੰ ਇੱਕ ਚੀਜ਼ ਜ਼ਰੂਰ ਆਪਣੇ ਆਪ ਨੂੰ ਮੰਨਣਾ ਪਊਗਾ, ਠੀਕ ਹੈ ਜਿਵੇਂ ਤੇਜਿੰਦਰ ਮੈਮ ਨੇ ਦੱਸਿਆ ਕਿ ਮੈਂ ਐਜ਼ ਅ ਡਿਪਟੀ ਡੀਓ ਕੰਮ ਕਰ ਰਹੀ ਹਾਂ ਜਾਂ ਮੈਂ ਐਜ਼ ਏ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਸਕੂਲ ਦੇ ਵਿੱਚ, ਐਜ਼ ਅ ਸੋਸ਼ਲ ਐਕਟਿਵਿਸਟ ਕਰ ਰਹੀ ਹਾਂ, ਪਰ ਬੇਸਿਕਲੀ ਓਰੀਜਨਲੀ ਮੈਂ ਇੱਕ ਆਤਮਾ। ਤਾਂ ਅਗਰ ਮੈਂ ਆਪਣੇ ਆਫਿਸ ਦੇ ਵਿੱਚ ਜੋ ਮੇਰੇ ਨਾਲ ਇੱਥੇ ਪੀਐਨ ਹੈ ਕੋਈ ਕੰਮ ਕਰ ਰਿਹਾ, ਤਾਂ ਮੈਂ ਉਹਨੂੰ ਜੇ ਮੈਂ ਉਹਨੂੰ ਪੀਐਨ ਸੋਚੂੰਗੀ ਤਾਂ ਮੈਂ ਉਹਨੂੰ ਉਹਦੇ ਨਾਲ ਮੈਂ ਕਿਵੇਂ ਮੇਰਾ ਜਿਹੜਾ ਡਾਇਲੋਗ ਕਿਵੇਂ ਹੋਊਗਾ। ਪਰ ਅਗਰ ਮੈਂ ਉਹਨੂੰ ਸੋਚ ਰਹੀ ਹਾਂ ਕਿ ਉਹ ਇੱਕ ਆਤਮਾ ਹੈ ਤਾਂ ਤੁਸੀਂ ਦੇਖੋ ਮੇਰੇ ਡਾਇਲੋਗ ਦੇ ਵਿੱਚ ਕਿੰਨੀ ਜਿਹੜੀ ਹੈ ਪਿਓਰਿਟੀ ਆ ਜਾਊਗੀ ਔਰ ਕਿੰਨੀ ਚੰਗਿਆਈ ਆ ਜਾਊਗੀ। ਤਾਂ ਮੈਂ ਬੜਾ ਸੋਚ ਸਮਝ ਕੇ ਬੋਲੂੰਗੀ ਇਹ ਵੀ ਮੇਰੀ ਤਰ੍ਹਾਂ ਹੀ ਇੱਕ ਆਤਮਾ ਹੈ। ਤਾਂ ਇਹ ਇੱਕ ਜਿਹੜਾ ਆਤਮਾ ਪਰਮਾਤਮਾ ਵਾਲਾ ਕੰਸੈਪਟ ਹੈਗਾ, ਬੜਾ ਲੰਬਾ ਟੌਪਿਕ ਹੈ, ਇਸ ਤੇ ਆਪਾਂ ਕਰਾਂਗੇ ਗੱਲ। ਫਿਲਹਾਲ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਪੋਜ਼ਿਟਿਵ ਅਫਰਮੇਸ਼ਨ ਹੈ ਉਹ ਅਸੀਂ ਕਿਵੇਂ ਕਰ ਸਕਦੇ ਹਾਂ। ਥਾਟ ਪਾਵਰ ਤੇ ਜੇ ਆਪਾਂ ਗੱਲ ਕਰੀਏ ਇਸ ਵੇਲੇ ਵਿਚਾਰ ਜਿਹੜੇ ਹੈ, ਕਹਿੰਦੇ ਜਿਹੜੀ ਸਫਲਤਾ ਹੈ ਸਾਡੀ ਇੱਕ ਥਾਟ ਜਿੰਨੀ ਦੂਰੀ ਤੇ ਹੈ। ਮੀਨਸ ਇੱਕ ਥਾਟ ਸਾਨੂੰ ਸਕਸੈਸਫੁਲ ਬਣਾ ਸਕਦਾ ਔਰ ਇੱਕ ਥਾਟ ਸਾਨੂੰ ਉਸ ਸਕਸੈਸ ਤੋਂ ਦੂਰ ਲੈ ਕੇ ਜਾ ਸਕਦਾ। ਤਾਂ ਉਹ ਸਿਰਫ ਇੱਕ ਥਾਟ ਜਿੰਨੀ ਦੂਰੀ ਤੇ ਹੀ ਸਥਿਤ ਹੈ। ਇੱਕ ਰਿਸਰਚ ਹੋਈ, ਬੜੀਆਂ ਬ੍ਰਿਲੀਅੰਟ ਸਟੱਡੀਜ਼ ਹੋਈਆਂ, ਮੈਂ ਕਾਫੀ ਇਹਦੇ ਬਾਰੇ ਦੇਖਿਆ ਹੋਇਆ, ਪੜ੍ਹਿਆ ਹੋਇਆ। ਤਾਂ ਕੁਝ 2-4 ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜਿਹੜੇ ਕਿ ਤੁਸੀਂ ਮੰਨੋਗੇ ਇਸ ਗੱਲ ਨੂੰ ਕਿ ਸਾਡੀ ਜਿਹੜੀ ਮਾਈਂਡ ਪਾਵਰ ਹੈ ਜਾਂ ਥਾਟ ਪਾਵਰ ਹੈ ਉਹ ਸਾਡੀ ਲਾਈਫ ਦੇ ਵਿੱਚ ਕਿੰਨਾ ਵੱਡਾ ਰੋਲ ਪਲੇ ਕਰ ਰਹੀ ਹੈ। ਸੋ ਇਸ ਕਰਕੇ ਕਹਿੰਦੇ ਇੱਕ ਕੀਮੋਥੈਰੇਪੀ ਤੇ ਇੱਕ ਐਕਸਪੈਰੀਮੈਂਟ ਕੀਤਾ ਗਿਆ। ਪੇਸ਼ੈਂਟਸ ਨੂੰ ਦੱਸਿਆ ਗਿਆ ਕਿ ਤੁਹਾਨੂੰ ਕੀਮੋਥੈਰੇਪੀ ਹੈ, ਆਈ ਮੀਨ ਤੁਹਾਨੂੰ ਕੈਂਸਰ ਹੈਗਾ ਤੇ ਤੁਸੀਂ ਕੀਮੋਥੈਰੇਪੀ ਲੈਣੀ ਹੈ। ਤਾਂ ਇੱਕ ਬਿਲੀਫ ਸਿਸਟਮ ਆਪਣਾ ਬਣਿਆ ਹੋਇਆ ਹੈ ਜਿਹਦੇ ਵਿੱਚ ਕਿ ਕੀਮੋਥੈਰੇਪੀ ਜਦੋਂ ਵੀ ਹੁੰਦੀ ਹੈ ਵਾਲ ਝੜਦੇ ਹੈ ਨਾ, ਇਹ ਧਾਰਨਾ ਲੋਕਾਂ ਦੇ ਮਨ ਦੇ ਵਿੱਚ ਹੈ। ਤਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੈਂਸਰ ਸੀ ਉਹਨਾਂ ਨੂੰ ਸਿਰਫ ਇੱਕ ਸਲਾਈਮ ਵਾਟਰ ਉਹਦੇ ਨਾਲ ਟ੍ਰੀਟਮੈਂਟ ਦਿੱਤਾ ਗਿਆ, ਮਤਲਬ ਪ੍ਰੋਪਰ ਕੋਈ ਕੀਮੋਥੈਰੇਪੀ ਨਹੀਂ ਕੀਤੀ ਗਈ। ਪਰ ਕਿਉਂਕਿ ਇੱਕ ਸਟਰੋਂਗ ਬਿਲੀਫ ਮਨ ਦੇ ਵਿੱਚ ਸੀਗਾ ਤਾਂ ਕਹਿੰਦੇ ਕੀਮੋਥੈਰੇਪੀ ਲੈਂਦੇ ਲੈਂਦੇ ਹੀ ਉਹਨਾਂ ਦੇ ਵਾਲ ਝੜ ਗਏ। ਦੇਖੋ ਇਹ ਕਿਵੇਂ ਹੋਇਆ, ਯਾਨੀ ਕਿ ਇੱਕ ਥਾਟ ਹੈ ਜਿਹੜਾ ਉਹ ਇੰਨਾ ਸਟਰੋਂਗ ਅਸੀਂ ਕਰ ਲੈਂਦੇ ਹਾਂ ਕਿ ਉਹ ਬਿਲਕੁਲ ਸਾਨੂੰ ਐਗਜ਼ੈਕਟ, ਕਿਉਂਕਿ ਬ੍ਰੇਨ ਹੈ ਜਿਹੜਾ ਉਹ ਐਕਚੁਅਲ ਤੇ ਇਮੈਜਿਨੇਸ਼ਨ ਜੋ ਅਸੀਂ ਇਮੈਜਿਨ ਕਰ ਰਹੇ ਹਾਂ ਉਹਦੇ ਵਿੱਚ ਕੋਈ ਫਰਕ ਨਹੀਂ ਕਰਦਾ, ਕਿਉਂਕਿ ਉਹਨਾਂ ਪੇਸ਼ੈਂਟਸ ਨੇ ਵਿਜ਼ੂਅਲਾਈਜ਼ ਕਰ ਲਿਆ ਕਿ ਕੀਮੋਥੈਰੇਪੀ ਸੱਚੀ ਹੋ ਰਹੀ ਹੈ ਔਰ ਸੱਚੀ ਉਹਨਾਂ ਦੇ ਜਿਹੜੇ ਵਾਲ ਝੜਨੇ ਸ਼ੁਰੂ ਹੋ ਗਏ, ਜਦਕਿ ਉਹਨਾਂ ਨੂੰ ਸਿਰਫ ਸਲਾਈਮ ਵਾਟਰ ਨਾਲ ਟ੍ਰੀਟਮੈਂਟ ਦਿੱਤਾ ਗਿਆ।
ਇਸੇ ਤਰ੍ਹਾਂ ਨਾਲ ਇੱਕ ਰੋਗੇਨ ਟ੍ਰਾਇਲ ਹੋਇਆ, ਜਿਹੜਾ ਕਿ ਬਹੁਤ ਫੇਮਸ ਟ੍ਰਾਇਲ ਹੈ ਮੈਡੀਸਿਨ ਫੀਲਡ ਦੇ ਵਿੱਚ, ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ। ਇਹਦੇ ਚ ਇੱਕ ਮਿਨੋਕਸੀਡਿਲ ਮਿਨਟੋਬ ਲੋਸ਼ਨ ਹੈ, ਕਹਿੰਦੇ ਉਹ ਮਤਲਬ ਬਾਲਡਨੈਸ ਹੈ ਜਿਹੜੀ, ਗੰਜਾਪਨ, ਉਹਨੂੰ ਕਿਉਰ ਕਰਨ ਵਾਸਤੇ ਇਹ ਲੋਸ਼ਨ ਦਿੱਤਾ ਜਾਂਦਾ ਹੈ, ਤੇ ਜਿਹਦੇ ਨਾਲ ਉਹ ਕਿਉਰ ਹੋ ਜਾਂਦਾ ਹੈ। ਤਾਂ ਇੱਕ ਦੋ ਗਰੁੱਪਸ ਤੇ ਸਟੱਡੀ ਕੀਤਾ ਗਿਆ। ਇੱਕ ਗਰੁੱਪ ਦੇ ਵਿੱਚ ਕਹਿੰਦੇ ਕਿ ਕੁਝ ਦਿੱਤਾ ਗਿਆ ਤੇ ਕੁਝ ਜਿਹੜਾ ਲੋਸ਼ਨ ਹੈ ਬਿਲਕੁਲ ਨਹੀਂ ਲਗਾਇਆ ਗਿਆ, ਯੂਜ਼ ਹੀ ਨਹੀਂ ਕੀਤਾ ਗਿਆ। ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਨੂੰ ਜਿਹੜਾ ਲੋਸ਼ਨ ਹੈ ਉਹ ਲਗਾਇਆ ਜਾ ਰਿਹਾ ਵਾਲਾਂ ਤੇ। ਔਰ ਹੈਰਾਨੀ ਦੀ ਗੱਲ, ਜਦੋਂ ਦੋਨੋਂ ਗਰੁੱਪਸ ਦੇ ਰਿਜ਼ਲਟਸ ਆਏ ਤਾਂ ਇਕੁਅਲੀ ਰਿਜ਼ਲਟਸ ਆਏ। ਉਹ ਜਿੰਨੇ ਵਾਲ ਉਹਨਾਂ ਦੇ ਗਰੋ ਹੋਏ ਜਿਨ੍ਹਾਂ ਤੇ ਐਕਚੁਅਲ ਲੋਸ਼ਨ ਲਗਾਇਆ, ਤੇ ਜਿਨ੍ਹਾਂ ਨੂੰ ਜਸਟ ਦੱਸਿਆ ਗਿਆ ਕਿ ਤੁਹਾਡੇ ਤੇ ਲੋਸ਼ਨ ਲਗਾ ਰਹੇ ਹਾਂ, ਸੇਮ ਰਿਜ਼ਲਟਸ ਦੋਨਾਂ ਦੇ ਨਿਕਲ ਕੇ ਆਏ। ਤਾਂ ਇਟ ਮੀਨਸ ਸਾਡੀ ਜਿਹੜੀ ਮਾਈਂਡ ਪਾਵਰ ਹੈ ਇਹ ਕਿਤੇ ਨਾ ਕਿਤੇ ਕੰਮ ਕਰਦੀ ਹੈ। ਔਰ ਇੱਕ ਹੋਰ ਬੜਾ ਇੰਟਰਸਟਿੰਗ ਰਿਸਰਚ ਮੈਂ ਤੁਹਾਨੂੰ ਦੱਸਦੀ ਹਾਂ। ਦੇਖੋ ਇਨਫੋਰਮੇਸ਼ਨ ਤਾਂ ਬਹੁਤ ਹੈਗੀ ਹੈ, ਪਰ ਗੱਲ ਹੈ ਕਿ ਅਸੀਂ ਉਹਦੀ ਇੰਟੈਂਸਿਟੀ ਤੇ ਜਾ ਕੇ ਉਹਨੂੰ ਕਿਵੇਂ ਸੋਚ ਸਕਦੇ ਹਾਂ, ਕਿ ਅਸੀਂ ਆਪਣੀ ਲਾਈਫ ਤੇ ਇਹਨੂੰ ਕਿਵੇਂ ਇੰਪਲੀਮੈਂਟ ਕਰ ਸਕਦੇ ਹਾਂ। ਦਿਸ ਇਜ਼ ਇੰਪੋਰਟੈਂਟ। ਕਹਿੰਦੇ ਜਰਨਲ ਆਫ ਪ੍ਰੋਜੈਕਟਿਵ ਟੈਕਨੋਲੋਜੀ ਐਂਡ ਪਰਸਨੈਲਿਟੀ ਅਸੈਸਮੈਂਟ 1957 ਦੇ ਵਿੱਚ ਬਰੂਨੋ ਕੋਬਲਰ ਐਡੀਟਰ ਵੱਲੋਂ ਇੱਕ ਸਟੱਡੀ ਪਬਲਿਸ਼ ਕੀਤੀ ਗਈ ਸੀ, ਤੇ ਉਹ ਸਟੱਡੀ ਦੇ ਵਿੱਚ ਇੱਕ ਪੇਸ਼ੈਂਟ ਤੇ ਇਹ ਟਰਾਈ ਕੀਤਾ ਗਿਆ ਕਿ ਉਹਦਾ ਨਾਮ ਸੀ ਮਿਸਟਰ ਰਾਈਟ। ਹੀ ਵਾਜ਼ ਵਿਕਟਿਮ ਆਫ ਕੈਂਸਰ। ਕੈਂਸਰ ਕਿਹੜਾ ਸੀ ਉਹਨੂੰ? ਲਿੰਫਾ ਸਾਰਕੋਮਾ, ਇਹ ਕੈਂਸਰ ਸੀਗਾ, ਔਰ ਉਹ ਸਾਰੇ ਸਰੀਰ 'ਚ ਫੈਲ ਚੁੱਕਿਆ ਸੀਗਾ, ਲਾਸਟ ਸਟੇਜ ਤੇ ਉਹ ਸੀ, ਔਰ ਫੇਫੜਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਸੀ, ਸਾਰਾ ਸਰੀਰ ਜਿਹੜਾ ਹੈ ਉਹਦੇ ਵਿੱਚ ਗੰਢਾਂ ਬਣ ਚੁੱਕੀਆਂ ਸੀ। ਤੇ ਉਹ ਮਿਸਟਰ ਰਾਈਟ ਇੱਕ ਖਬਰ ਪੜ੍ਹਦਾ ਅਖਬਾਰ ਦੇ ਵਿੱਚ ਕਿ ਇੱਕ ਨਵਾਂ ਡਰਗ ਇਨਵੈਂਟ ਹੋਇਆ ਹੈ ਜਿਹਦਾ ਨਾਮ ਹੈ ਕ੍ਰੀਬਾਇਓਜ਼ਿਨ। ਔਰ ਇਹ ਕ੍ਰੀਬਾਇਓਜ਼ਿਨ ਹੈ ਜਿਹੜਾ ਮਿਰੈਕਲ ਡਰਗ ਹੈ ਫॉर ਕੈਂਸਰ ਪੇਸ਼ੈਂਟਸ। ਤਾਂ ਉਹ ਜਦੋਂ ਇਹ ਨਿਊਜ਼ ਪੜ੍ਹਦਾ ਤਾਂ ਉਹ ਬਹੁਤ ਮਤਲਬ ਭੱਜਾ ਆਪਣੇ ਉਸ ਜਿਹੜਾ ਡਾਕਟਰ ਸੀ ਉਹਦੇ ਕੋਲ ਜਾਂਦਾ ਹੈ, ਔਰ ਉਹ ਡਾਕਟਰ ਵੈਸਟ ਸੀ। ਉਹ ਕਹਿੰਦਾ ਵੀ ਕਹਿੰਦਾ ਇਹ ਜਿਹੜਾ ਡਰਗ ਹੈਗਾ, ਇਹ ਜਿਹੜਾ ਤੁਸੀਂ ਦੱਸ ਰਹੇ ਹੋ ਕ੍ਰੀਬਾਇਓਜ਼ਿਨ, ਇਹ ਉਹ ਡਰਗ ਹੈ ਜਿਹੜਾ ਕਿ ਉਹਨਾਂ ਪੇਸ਼ੈਂਟਸ ਦੇ ਲਈ ਹੈ ਜਿਨ੍ਹਾਂ ਦੀ ਐਕਸਪੈਕਟੈਂਸੀ ਜਿਹੜੀ ਹੈ ਕਿ 3 ਮਹੀਨੇ ਤੱਕ ਉਹ ਜਿਉ ਸਕਦੇ ਆ, ਪਰ ਤੁਹਾਡੀ ਜਿਹੜੀ ਲਾਈਫ ਹੈ ਉਹ ਇਸ ਵੇਲੇ 1 ਮਹੀਨੇ ਤੋਂ ਵੱਧ ਨਹੀਂ ਹੈਗੀ, ਠੀਕ ਹੈ, ਇਹ ਤੁਹਾਡੇ ਤੇ ਐਪਲੀਕੇਬਲ ਨਹੀਂ ਹੋਣਾ। ਪਰ ਉਹ ਜਿਹੜਾ ਮਿਸਟਰ ਰਾਈਟ ਸੀ ਉਹ ਇੰਨਾ ਜ਼ਿਆਦਾ ਡਿਟਰਮੀਨੇਸ਼ਨ ਪਾਵਰ ਵਾਲਾ ਸੀ, ਕਹਿੰਦਾ ਮੈਨੂੰ ਨਹੀਂ ਪਤਾ, ਕਹਿੰਦਾ ਮੈਂ ਜਿਉਣਾ ਚਾਹੁੰਦਾ, ਮੈਨੂੰ ਜਿਵੇਂ ਮਰਜ਼ੀ ਕਰਕੇ ਠੀਕ ਕਰੋ। ਤੇ ਉਹਨੂੰ ਫਰਾਈਡੇ ਨੂੰ ਐਡਮਿਟ ਕੀਤਾ ਗਿਆ, ਸੰਡੇ ਨੂੰ ਉਹਨੂੰ ਡਰਗ ਕ੍ਰੀਬਾਇਓਜ਼ਿਨ ਇੰਜੈਕਟ ਕੀਤਾ ਗਿਆ, ਤੇ ਮੰਡੇ ਨੂੰ ਉਹ ਇੰਪਰੂਵਮੈਂਟ ਉਹਦੀ ਸ਼ੋ ਹੋਣ ਲੱਗੀ, ਮੋੜ ਪੈ ਗਿਆ, ਔਰ ਉਹ ਜਿਹੜਾ ਕੈਂਸਰ ਸੀ 10 ਦਿਨ ਬਾਅਦ ਉਹ ਬਿਲਕੁਲ ਠੀਕ ਹੋ ਗਿਆ ਔਰ ਹਸਪੀਟਲ ਤੋਂ ਡਿਸਚਾਰਜ ਹੋ ਗਿਆ। ਪਰਮਾਨੈਂਟਲੀ ਜਿਹੜਾ ਲਿੰਫੋਸਾਰਕੋਮਾ ਕੈਂਸਰ ਸੀ ਉਹ ਚਲਾ ਗਿਆ। ਮਤਲਬ ਇਹ ਗ੍ਰੇਟ ਚੈਲੰਜ ਸੀਗਾ ਇੱਕ ਮੈਡੀਕਲ ਸਾਇੰਸ ਵਾਸਤੇ, ਕਿ ਜਿਹੜਾ ਕਿ ਪੇਸ਼ੈਂਟ ਲਾਸਟ ਮੰਥ ਤੇ ਸੀਗਾ, ਉਹ ਇੰਨਾ ਕੁ ਉਹਦਾ ਮਾਈਂਡ ਪਾਵਰ, ਉਹਦੇ ਵਿੱਚ ਇੰਨੀ ਸ਼ਕਤੀ ਸੀ ਕਿ ਉਹ ਕਹਿੰਦਾ ਮੈਂ ਕਿਸੇ ਵੀ ਤਰੀਕੇ ਠੀਕ ਹੋਣਾ ਹੈ, ਤੇ ਉਹ ਹੋ ਗਿਆ। ਉਸ ਤੋਂ ਬਾਅਦ ਦੇਖੋ ਇਹ ਰਿਸਰਚ ਇੱਥੇ ਨਹੀਂ ਖਤਮ ਹੋਈ, ਕੁਝ ਦਿਨ ਬਾਅਦ ਉਹਨੇ ਨਿਊਜ਼ਪੇਪਰ ਦੇ ਵਿੱਚ ਇੱਕ ਖਬਰ ਫੇਰ ਪੜ੍ਹੀ, ਕਹਿੰਦੇ ਜਿਹੜਾ ਇਹ ਕ੍ਰੀਬਾਇਓਜ਼ਿਨ ਸੀਗਾ ਇਹ ਬੋਗਸ ਡਰਗ ਸੀਗਾ, ਕੋਈ ਫਾਇਦਾ ਨਹੀਂ ਇਹਦਾ, ਟੋਟਲੀ ਯੂਜ਼ਲੈਸ। ਤੇ ਜਿਵੇਂ ਹੀ ਉਹਨੇ ਖਬਰ ਪੜ੍ਹੀ, ਉਹ ਇੱਕਦਮ ਉਹ ਜਿਹੜਾ ਮਿਸਟਰ ਰਾਈਟ ਸੀ ਡਿਪਰੈਸ਼ਨ ਚਲਾ ਗਿਆ, ਤੇ ਤੁਸੀਂ ਦੇਖੋ ਕੈਂਸਰ ਵਾਪਸ ਆ ਗਿਆ, ਜਿਹੜਾ ਕਿ ਬਿਲਕੁਲ ਡਾਕਟਰਸ ਨੇ ਦੇਖ ਲਿਆ ਸੀ ਕਿ ਖਤਮ ਹੋ ਚੁੱਕਿਆ ਹੈ, ਉਹ ਇਹ ਖਬਰ ਪੜ੍ਹਦੇ ਸਾਰ ਉਹ ਵਾਪਸ ਆ ਗਿਆ ਕੈਂਸਰ। ਤੇ ਡਾਕਟਰ ਵੇਸਟ ਨੇ ਸੋਚਿਆ ਕਿ ਇਹ ਪੇਸ਼ੈਂਟ ਹੈ ਜਿਹੜਾ, ਇਹ ਹੈ ਤਾਂ ਬੜਾ ਡਿਟਰਮੀਨੇਸ਼ਨ ਪਾਵਰ, ਠੀਕ ਹੋ ਜਾਊਗਾ, ਮੈਂ ਜਿਵੇਂ ਕਰਕੇ ਮਰਜ਼ੀ ਕਰਕੇ ਮੈਂ ਇਹਨੂੰ ਠੀਕ ਕਰੂੰਗਾ। ਤੇ ਹੁਣ ਉਹ ਦੱਸਦਾ, ਉਹਨੂੰ ਡਾਕਟਰ ਵੇਸਟ ਦੱਸਦਾ, ਕਹਿੰਦਾ ਠੀਕ ਹੈ ਤੂੰ ਇਹ ਖਬਰ ਜ਼ਰੂਰ ਪੜ੍ਹੀ ਹੈ, ਪਰ ਇਹ ਖਬਰ ਜਿਹੜੀ ਹੈ ਨਾ ਇਹ ਪੁਰਾਣਾ ਜਿਹੜਾ ਸੀਗਾ, ਉਹ ਪੁਰਾਣਾ ਬ੍ਰਾਂਡ ਹੈ ਉਹਦੇ ਬਾਰੇ ਖਬਰ ਸੀਗੀ ਇਹ, ਪਰ ਹੁਣ ਜਿਹੜਾ ਮਾਰਕੀਟ ਦੇ ਵਿੱਚ ਆ ਗਿਆ ਨਾ, ਉਹ ਕ੍ਰਿਸਟਲ ਜਿਹੜਾ ਅਲਟਰਾ ਪਿਓਰ ਬ੍ਰਾਂਡ ਆਇਆ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ, ਉਹ ਬਿਲਕੁਲ ਠੀਕ ਹੈ। ਤਾਂ ਤੁਸੀਂ ਦੇਖੋ ਉਹ ਡਾਕਟਰ ਕਹਿੰਦਾ ਮੈਂ ਇਹ ਕੈਮੀਕਲ ਜਿਹੜਾ ਹੈਗਾ ਇੰਜੈਕਟ ਕਰੂੰਗਾ, ਤੇ ਪਲੀਜ਼ ਡੋਂਟ ਲੂਜ਼ ਹੋਪ, ਤੁਸੀਂ ਠੀਕ ਹੋ ਜਾਓਗੇ। ਤੇ ਉਹੀ ਡਰਗ ਜਦੋਂ ਉਹਨੂੰ ਫੇਰ ਦਿੱਤਾ ਗਿਆ, ਪਰ ਦੇਖੋ ਉਹ ਸੇਮ ਬ੍ਰਾਂਡ ਸੀਗਾ, ਕੋਈ ਉਹਦੇ 'ਚ ਕੁਝ ਅਲਟਰਾ ਫਿਲਟਰਡ ਕੋਈ ਚੀਜ਼ ਨਹੀਂ ਸੀਗੀ, ਸੇਮ ਉਹੀ ਬ੍ਰਾਂਡ ਸੀਗਾ, ਉਹੀ ਡਰਗ ਸੀਗਾ, ਸਿਰਫ ਉਹਨੂੰ ਦੱਸਿਆ ਗਿਆ ਕਿ ਇਹ ਅਲਟਰਾ ਫਿਲਟਰਡ ਹੈ। ਉਹ ਪੇਸ਼ੈਂਟ ਜਿਹੜਾ ਹੈ 10 ਦਿਨ ਬਾਅਦ ਬਿਲਕੁਲ ਪਰਫੈਕਟਲੀ ਆਲ ਰਾਈਟ ਹੋ ਗਿਆ, ਵੁੱਡ ਯੂ ਬਿਲੀਵ। ਤੇ ਉਸ ਤੋਂ ਬਾਅਦ ਉਹ ਡਿਸਚਾਰਜ ਹੋ ਗਿਆ ਤੇ ਖੁਸ਼ ਹੋ ਗਿਆ ਕਿ ਹੁਣ ਮੈਨੂੰ ਇਹ ਕੈਂਸਰ ਨਹੀਂ ਹੁੰਦਾ। ਪਰ
कुछ दिनों बाद अमेरिकन मेडिकल एसोसीएशन ने खुलेआम ਇਹ ਗੱਲ ਜ਼ਾਹਿਰ ਕਰ ਦਿੱਤੀ ਕਿ ਸਾਰੇ ਅਖਬਾਰਾਂ ਦੇ ਵਿੱਚ ਇਹ ਜਿਹੜੀ ਖਬਰ ਛਪੀ ਹੈ, ਇਹ ਜਿਹੜੀ ਕ੍ਰੀਬਾਇਓਜ਼ਿਨ ਜਿਹੜਾ ਡਰਗ ਹੈਗਾ, ਇਟ ਇਜ਼ ਵਰਥਲੈਸ ਐਂਡ ਯੂਜ਼ਲੈਸ ਬ੍ਰਾਂਡ, ਇਟ ਸ਼ੁੱਡ ਬੀ ਬੈਨਡ ਇਮੀਡੀਏਟਲੀ, ਕਿ ਇਹ ਤੇ ਇਮੀਡੀਏਟਲੀ ਬੈਨ ਲੱਗਣਾ ਚਾਹੀਦਾ ਹੈ। ਪੇਸ਼ੈਂਟ ਨੇ ਫਿਰ ਉਹ ਖਬਰ ਪੜ੍ਹ ਲਈ ਤੇ ਪਰ ਇਸ ਵਾਰ ਉਹ 2 ਦਿਨ ਬਾਅਦ ਮਰ ਗਿਆ, ਉਹਦੀ ਡੈਥ ਹੋ ਗਈ। So this is how the things affect our mind. ਅਸੀਂ ਜੋ ਇਨਫੋਰਮੇਸ਼ਨ ਲੈ ਰਹੇ ਹਾਂ ਉਹਦੀ ਸਾਡੇ ਮਾਈਂਡ ਤੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਹੈ। ਜੋ ਅਸੀਂ ਸੋਚ ਰਹੇ ਹਾਂ, ਸਾਡਾ ਹਰ ਸ਼ਬਦ, ਸਾਡਾ ਹਰ ਐਕਸ਼ਨ, ਸਾਡਾ ਹਰ ਕਰਮ ਸਾਡੇ ਮਾਈਂਡ ਪਾਵਰ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਸਾਡਾ ਜਿਹੜਾ ਡੈਸਟੀਨੀ ਹੈ, ਸਾਡੀ ਪਰਸਨੈਲਿਟੀ ਉਵੇਂ ਹੀ ਬਣਦੀ ਜਾ ਰਹੀ ਹੈ ਜੋ ਅਸੀਂ ਸੋਚ ਰਹੇ ਹਾਂ। ਤਾਂ ਇਸ ਵੇਲੇ ਜਿਹੜਾ ਹੈ ਮੈਡੀਕਲ ਸਾਇੰਸ ਜਿਹੜੀ ਹੈ ਉਹ ਵੀ ਇਸ ਚੀਜ਼ ਨੂੰ ਪ੍ਰੂਵ ਕਰ ਚੁੱਕੀ ਹੈ ਕਿ ਮਾਈਂਡ ਇਜ਼ ਮਚ ਮੋਰ ਪਾਵਰਫੁਲ ਦੈਨ ਐਨੀ ਅਦਰ ਪਾਵਰਸ। ਤਾਂ ਇਹਦਾ ਮਤਲਬ ਕਿ ਸੰਸਾਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਫੋਰਸਿਸ ਹਲੇ ਵੀ ਆਪਰੇਟ ਕਰ ਰਹੀਆਂ ਜਿਨ੍ਹਾਂ ਨੂੰ ਅਸੀਂ ਸ਼ਾਇਦ ਨਹੀਂ ਜਾਣਦੇ। ਤੇ ਹਾਊ ਦਿਸ ਮਾਈਂਡ ਆਪਰੇਟਸ ਨਾ, ਸਾਇੰਸ ਇੱਕ ਤਰਫ ਹੈ, ਮਾਈਂਡ ਇੱਕ ਤਰਫ ਹੈ। ਇੱਕ ਫੇਮਸ ਬੁੱਕ ਸੀਗੀ ਜੀ, ਲਵ ਮੈਡੀਸਿਨ। ਲਵ ਮੈਡੀਸਿਨ ਇੱਕ ਬੁੱਕ ਪਬਲਿਸ਼ ਹੋਈ ਹੈ। ਮੈਂ ਤਾਂ ਨਹੀਂ ਪੜ੍ਹੀ ਹੈਗੀ ਬੁੱਕ ਉਹ, ਪਰ ਜਸਟ ਮੈਂ ਉਹਦੇ ਇੰਟਰਨੈਟ ਤੇ ਥੋੜਾ ਜਿਹਾ ਉਹਦੇ ਬਾਰੇ ਪੜ੍ਹਿਆ ਸੀ। ਉਹਦੇ ਚ ਇੱਕ ਕੀਮੋਥੈਰੇਪੀ ਰਜਾਈਮ ਹੈ ਜਿਹਦਾ ਨਾਮ ਹੈ ਇਪੋਕ, EPOCH, ਇਪੋਕ। ਤਾਂ ਉਹ ਜਿਹੜਾ ਇੱਕ ਮਤਲਬ ਡਰਗ ਹੈਗਾ ਜਿਹੜਾ ਕੈਂਸਰ ਪੇਸ਼ੈਂਟਸ ਨੂੰ ਦਿੱਤਾ ਜਾਂਦਾ ਹੈ। ਤਾਂ ਇੱਕ ਸਟੱਡੀ ਕੀਤੀ ਗਈ ਜਿਹਦੇ ਵਿੱਚ ਉਹ ਹਸਪੀਟਲ ਦੇ ਵਿੱਚ ਪੇਸ਼ੈਂਟਸ ਹੈ ਜਿਹੜੇ ਉਹ ਜ਼ਿਆਦਾ ਇੰਪਰੂਵਮੈਂਟ ਨਹੀਂ ਸ਼ੋ ਕਰ ਰਹੇ ਸੀ। ਤਾਂ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੀਤਾ, ਇਪੋਕ ਦੀ ਜਗ੍ਹਾ ਤੇ ਉੱਥੇ ਹੋਪ ਲਿਖਤਾ, HOPE, ਹੋਪ। ਔਰ ਉਹਦੇ ਇੰਨੇ ਕੁ ਮਿਰਾਕੂਲਸ ਰਿਜ਼ਲਟ ਸਾਹਮਣੇ ਆਏ ਕਿ ਸਾਰੇ ਦੇ ਸਾਰੇ 100% ਪੇਸ਼ੈਂਟਸ ਕਿਉਰ ਹੋ ਗਏ ਉਸ ਮੈਡੀਸਿਨ ਨਾਲ। ਤਾਂ ਜਸਟ ਇੱਕ ਨਾਮ ਦਾ ਸਾਡੇ ਮਨ ਤੇ ਕਿੰਨਾ ਪ੍ਰਭਾਵ ਹੈ। ਇਪੋਕ ਮੈਡੀਸਿਨ ਜਿਹੜੇ ਇੰਨੇ ਵਧੀਆ ਰਿਜ਼ਲਟਸ ਨਹੀਂ ਦੇ ਰਹੀ ਸੀ, ਪਰ ਸੇਮ ਮੈਡੀਸਿਨ ਦਾ ਜਦੋਂ ਨਾਮ ਚੇਂਜ ਕੀਤਾ ਤਾਂ ਉਹ ਰਿਜ਼ਲਟਸ ਚੇਂਜ ਹੋ ਗਏ। So definitely there is something more than we know, which is operating in this universe and which is responsible for healing and which is ultimate analysis, which is playing very important role in our lives. ਇਸ ਤੇ ਅਸੀਂ ਸਾਨੂੰ ਫੋਕਸ ਕਰਨ ਦੀ ਲੋੜ ਹੈ ਕਿ ਇਹ ਜਿਹੜੀ ਪਾਵਰ ਹੈ ਜਿਹੜੀ ਕਿ ਸਾਡੇ ਮਾਈਂਡ ਪਾਵਰ ਨੂੰ ਵੀ ਉਹਨੂੰ ਵੀ ਕੈਪਚਰ ਕਰ ਰਹੀ ਹੈ। ਤਾਂ ਇਹ ਜਿਹੜੀ ਹੈਗੀ ਹੈ ਇਹ ਅਸੀਂ ਅਗਰ ਅੱਛੀ ਇਨਫੋਰਮੇਸ਼ਨ ਲੈਂਦੇ ਹਾਂ, ਅੱਛੇ ਥਾਟਸ, ਪੋਜ਼ਿਟਿਵਿਟੀ ਦੇ ਵਿੱਚ ਅਸੀਂ ਆਪਣਾ ਸਮਾਂ ਗੁਜ਼ਾਰਦੇ ਹਾਂ ਤਾਂ ਸਾਡਾ ਜਿਹੜਾ ਮਾਈਂਡ ਹੈ ਉਹ ਪੋਜ਼ਿਟਿਵ ਕੰਮ ਕਰਨਾ ਸ਼ੁਰੂ ਕਰ ਦੂਗਾ। ਔਰ ਤੁਸੀਂ ਸੁਣਿਆ ਹੋਣਾ ਕਿ ਜਿਹੜਾ ਮਾਈਂਡ ਹੈਗਾ ਉਹਦੇ 2 ਲੈਵਲਸ ਹੈ ਨਾ, ਸਬਕੌਂਸ਼ੀਅਸ ਮਾਈਂਡ ਤੇ ਕੌਂਸ਼ੀਅਸ ਮਾਈਂਡ। ਜਦੋਂ ਹੁਣ ਅਸੀਂ ਜਾਗਦੇ ਹੋਏ ਗੱਲਾਂ ਕਰ ਰਹੇ ਹਾਂ ਤਾਂ ਇਟ ਮੀਨਸ ਅਸੀਂ ਕੌਂਸ਼ੀਅਸ ਮਾਈਂਡ ਨਾਲ ਗੱਲ ਕਰ ਰਹੇ ਹਾਂ। ਪਰ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਜਿਹਨੂੰ ਅਸੀਂ ਅਵਚੇਤਨ ਮਨ ਕਹਿੰਦੇ ਹਾਂ, ਉਹ ਬੜਾ ਡੀਪ ਲੈਵਲ ਤੇ ਕੰਮ ਕਰਦਾ ਹੈ। ਇਹ ਇੱਕ ਮਤਲਬ ਸਾਇੰਟੀਫਿਕਲੀ ਵੀ ਪ੍ਰੂਵਨ ਇਹ ਗੱਲ ਹੈਗੀ ਹੈ ਕਿ ਜਿਹੜੀ ਚੀਜ਼ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਪਹੁੰਚ ਜਾਂਦੀ ਹੈ, ਯਾਨੀ ਕਿ ਬਾਰ-ਬਾਰ ਰੈਪੀਟੀਸ਼ਨ ਕਰਨ ਦੇ ਨਾਲ ਅਗਰ ਅਸੀਂ ਗੱਲ ਬਾਰ-ਬਾਰ ਰਿਪੀਟ ਕਰ ਰਹੇ ਹਾਂ ਕਿ ਕਿਤੇ ਕੋਰੋਨਾ ਮੈਨੂੰ ਨਾ ਹੋ ਜੇ, ਕਿਤੇ COVID-19 ਮੈਨੂੰ ਨਾ ਹੋ ਜੇ, ਕਿਉਂਕਿ ਬ੍ਰੇਨ ਹੈ ਜਿਹੜਾ ਉਹ ਨਾ ਸ਼ਬਦ ਨਹੀਂ ਰਿਕਗਨਾਈਜ਼ ਕਰਦਾ। ਤਾਂ ਉਹ ਚੀਜ਼ ਜਦੋਂ ਅਸੀਂ ਬਾਰ-ਬਾਰ ਇੱਕ ਡਰ ਹੈ ਜਿਹੜਾ ਸਾਡੇ ਅੰਦਰ ਜਦੋਂ ਬੈਠ ਰਿਹਾ ਤਾਂ ਉਹ ਸਾਡੇ ਸਬਕੌਂਸ਼ੀਅਸ ਦੇ ਵਿੱਚ ਐਂਟਰ ਕਰ ਜਾਂਦਾ ਤੇ ਨੇਚਰ ਦੇ ਵਿੱਚ ਜਦੋਂ ਉਹ ਚੀਜ਼ਾਂ ਸਬਕੌਂਸ਼ੀਅਸ ਮਾਈਂਡ 'ਚ ਆ ਜਾਂਦੀ ਹੈ ਤਾਂ ਉਹ ਚੀਜ਼ ਨੇਚਰ ਦੇ ਵਿੱਚ ਰੇਡੀਏਟ ਹੋ ਜਾਂਦੀ ਹੈ। ਔਰ ਨੇਚਰ ਇੱਕ ਔਰਾ ਜਿਹੜਾ ਸਾਡਾ એનર્ਜੀ ਫੀਲਡ ਹੈ ਉਹਦੇ ਵਿੱਚ ਇੱਕ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਕੁਦਰਤ ਵੱਲੋਂ ਹੀ, ਇੱਕ ਕਨਸਪੀਰੇਸੀ ਜਿਹੜੇ ਕੁਦਰਤ ਛੜਯੰਤਰ ਕਰਦੀ ਹੈ ਕਿ ਘਟਨਾਕ੍ਰਮ ਇਹੋ ਜਿਹੇ ਵਾਪਰਨੇ ਸ਼ੁਰੂ ਹੋ ਜਾਂਦੇ ਹੈ ਕਿ ਉਹ ਚੀਜ਼ ਸੱਚ ਹੋ ਜਾਂਦੀ ਹੈ। ਤਾਂ ਇਸ ਵੇਲੇ ਠੀਕ ਹੈ ਜਿਹੜਾ COVID-19 ਕਰਕੇ ਜਿਹੜੇ ਪੇਸ਼ੈਂਟਸ ਹੈਗੇ, ਕ੍ਰੋਨਿਕ ਪੇਸ਼ੈਂਟਸ ਹੈ ਜਿਵੇਂ ਡਾਇਬੀਟਿਕ ਹੋਏ ਜਾਂ ਹਾਈ BP ਵਾਲੇ, ਜਿਹੜੇ ਕੋਈ ਬਹੁਤ ਜ਼ਿਆਦਾ ਜਿਨ੍ਹਾਂ ਦੇ ਇਮਿਊਨ ਸਿਸਟਮ ਵੀਕ ਹੈ, ਉਹਨਾਂ ਨੂੰ ਜ਼ਰੂਰ ਉਹਨਾਂ ਦੀਆਂ ਡੈਥਸ ਹੋ ਰਹੀਆਂ। ਪਰ ਆਮ ਲੋਕ ਹੈਗੇ ਜਿਵੇਂ ਜਿਹੜੇ ਬਿਲਕੁਲ ਪਰਫੈਕਟਲੀ ਹੈਲਦੀ ਹੈਗੇ ਉਹਨਾਂ ਨੂੰ ਇਹ ਨਹੀਂ ਇਫੈਕਟ ਕਰ ਰਿਹਾ। ਪਰ ਕਹਿੰਦੇ 90% ਕੇਸਿਸ ਹੁਣ ਇਹੋ ਜਿਹੇ ਆ ਰਹੇ ਜਿਹੜੇ ਸਿਰਫ ਡਰ ਦੇ ਨਾਲ ਹੀ ਇਹਦੀ ਲਪੇਟ 'ਚ ਆ ਰਹੇ। ਯਾਨੀ ਸਾਡਾ ਮਾਈਂਡ ਹੈ ਜਿਹੜਾ ਉਹ ਡਰ ਹੀ ਇੰਨਾ ਜ਼ਿਆਦਾ ਕ੍ਰੀਏਟ ਕਰ ਰਿਹਾ ਕਿ ਉਹ ਵਾਇਰਸ
ਉਹਨੂੰ ਬਿਲਕੁਲ ਐ ਫੀਲ ਹੋ ਰਿਹਾ ਕਿ ਉਹ ਵਾਇਰਸ ਉਹਨੂੰ ਹੀ ਅਟੈਕ ਕਰ ਰਿਹਾ ਤੇ ਉਹ ਸੱਚੀ ਹੈਪਨ ਹੋ ਜਾਂਦਾ। ਇਹ ਜਿਹੜੀਆਂ ਵਾਈਬ੍ਰੇਸ਼ਨਸ ਹੈਗੀਆਂ ਇਹਨੂੰ ਫੀਲ ਤਾਂ ਨਹੀਂ ਕੀਤਾ ਜਾ ਸਕਦਾ, ਪਰ ਸਟਿਲ ਕਿਤੇ ਨਾ ਕਿਤੇ ਸਾਨੂੰ ਜਿਹੜਾ ਹੈ ਇਹਨੂੰ ਇੱਥੇ ਵਰਕਆਊਟ ਕਰਨ ਦੀ ਲੋੜ ਹੈ ਸਾਨੂੰ, ਹੈਨਾ। ਤਾਂ ਜੀ ਜੀ ਮੈਡਮ, ਹਾਂਜੀ ਬੇਟੇ ਬਹੁਤ ਅੱਛਾ ਮੈਡਮ, ਹਾਂਜੀ ਹਾਂਜੀ ਮੈਮ। 2 ਮਿੰਟ ਲਈ ਆਪਾਂ ਇਹਦੇ ਲਈ ਹੁਣ ਆਪਾਂ ਬੈਸਟ ਕੀ ਕਰ ਸਕਦੇ ਹਾਂ। ਦੇਖੋ ਜੀ ਬਹੁਤ ਨੈਗੇਟਿਵ ਸਾਡੇ ਆਸ-ਪਾਸ ਹੋ ਰਿਹਾ, ਤਾਂ ਇੱਕ ਪੋਜ਼ਿਟਿਵ ਐਫਰਮੇਸ਼ਨਸ ਜਿਹੜੀਆਂ ਅਸੀਂ ਇੱਕ ਆਪਣੇ ਆਪ ਨੂੰ ਅੱਛੇ ਥਾਟ ਕਿਵੇਂ ਦੇਣੇ ਆ, ਉਹਦੀ ਮੈਂ 2 ਮਿੰਟ ਲਈ ਐਕਸਰਸਾਈਜ਼ ਮੈਮ ਇਹਨਾਂ ਨੂੰ ਕਰਵਾਉਣੀ ਆ। ਤਾਂ ਸਾਰੇ ਬੱਚੇ ਨਾ ਪਲੀਜ਼ ਆਪਣੀਆਂ ਇੱਕ ਵਾਰੀ ਅੱਖਾਂ ਬੰਦ ਕਰਕੇ ਅਸੀਂ ਬੈਠਾਂਗੇ, ਤਾਂ ਨਾਲੇ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਾਂਗੇ, ਉਸ ਫ੍ਰੀਕੁਐਂਸੀ ਦੇ ਨਾਲ ਕਨੈਕਟ ਹੋਵਾਂਗੇ ਤੇ ਆਪਣੇ ਆਪ ਨੂੰ ਪੋਜ਼ਿਟਿਵ ਐਫਰਮੇਸ਼ਨਸ ਦੇਵਾਂਗੇ, ਪੋਜ਼ਿਟਿਵ ਵਿਚਾਰ ਦੇਵਾਂਗੇ। ਤਾਂ ਤੁਸੀਂ ਦੇਖਿਓ, ਠੀਕ ਹੈ ਉਹ ਇਸ ਵੇਲੇ ਸੱਚ ਨਹੀਂ ਹੈਗੇ। ਜੇ ਮੈਂ ਕਹਿ ਰਹੀ ਹਾਂ ਕਿ ਆਈ ਐਮ ਪਰਫੈਕਟ ਐਂਡ ਹੈਲਦੀ, ਠੀਕ ਹੈ ਸਾਨੂੰ ਕੋਈ ਨਾ ਕੋਈ ਕਿਤੇ ਨਾ ਕਿਤੇ ਛੁੱਟ-ਪੁੱਟ ਕੋਈ ਬਿਮਾਰੀ ਹੈ, ਪਰ ਅਗਰ ਅਸੀਂ ਰੈਗੂਲਰਲੀ ਇਹ ਥਾਟ ਦੇ ਰਹੇ ਹਾਂ ਕਿ ਅਸੀਂ ਬਿਲਕੁਲ ਪਰਫੈਕਟ ਹੈਗੇ ਆ, ਹੈਲਦੀ ਬੋਡੀ ਹੈ, ਮੈਨੂੰ ਕੋਈ ਡਿਜ਼ੀਜ਼ ਨਹੀਂ ਹੈ, ਠੀਕ ਹੈ, ਸਕਸੈਸ ਮੇਰਾ ਜਨਮ ਸਿੱਧ ਅਧਿਕਾਰ, ਇਹੋ ਜਿਹੇ ਐਫਰਮੇਸ਼ਨਸ ਅਗਰ ਆਪਾਂ ਰੈਗੂਲਰਲੀ ਦੇ ਰਹੇ ਹਾਂ ਤਾਂ ਕੁਦਰਤ ਇਹਨਾਂ ਨੂੰ ਸੱਚ ਕਰੂਗੀ। ਅਗਰ ਅਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਕਿ ਮੈਂ ਤਾਂ ਬਿਮਾਰ ਹਾਂ ਜੀ, ਮੈਂ ਤਾਂ ਠੀਕ ਹੀ ਨਹੀਂ ਹੋ ਰਹੀ, ਮੈਂ ਤਾਂ ਬਹੁਤ ਡਾਕਟਰਸ ਨੂੰ ਦਿਖਾ ਰਹੀ ਹਾਂ, ਕੋਈ ਫਰਕ ਹੀ ਨਹੀਂ ਪੈ ਰਿਹਾ, ਤਾਂ ਇਹ ਚੀਜ਼ਾਂ ਜਦੋਂ ਅਸੀਂ ਬਾਰ-ਬਾਰ ਡਿਸਕਸ ਕਰ ਰਹੇ ਹਾਂ ਤਾਂ ਇਹ ਚੀਜ਼ਾਂ ਕੁਦਰਤ ਸੱਚ ਕਰ ਰਹੀ ਹੈ ਔਰ ਸਾਡੀ ਬਿਮਾਰੀ ਹੋਰ ਗੰਭੀਰ ਹੋ ਰਹੀ ਹੈ। ਤਾਂ ਮੈਂ ਕੁਝ ਥੋੜੇ ਜਿਹੇ ਥਾਟਸ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ, ਤੁਸੀਂ ਪਲੀਜ਼ ਇਹਨੂੰ ਸੁਣੋ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੇ ਨਾਲ ਸ਼ੇਅਰ ਵੀ ਕਰ ਦੂੰਗੀ। ਜਸਟ ਜਿਵੇਂ ਜਿਹਨੂੰ ਤੁਸੀਂ ਕਹਿੰਦੇ ਹੋ ਮੈਡੀਟੇਸ਼ਨ ਆਪਾਂ ਕਹਿ ਸਕਦੇ ਹਾਂ, ਤਾਂ ਆਈਜ਼ ਬੰਦ ਕਰਕੇ ਬਿਲਕੁਲ ਸਾਡੀ ਜਿਹੜੀ ਕਮਰ ਸਿੱਧੀ ਕਰਕੇ ਅਸੀਂ ਉਹ ਸਿਰਫ ਇੱਕ ਜਿਹੜਾ ਪੁਆਇੰਟ ਆਫ ਲਾਈਟ ਹੈ ਉਸ ਪਰਮਾਤਮਾ ਨੂੰ ਸੋਚਾਂਗੇ ਵੀ ਉਹਨਾਂ ਨਾਲ ਅਸੀਂ ਸਿੱਧੀ ਗੱਲਬਾਤ ਕਰ ਰਹੇ ਹਾਂ, ਠੀਕ ਹੈ। ਤਾਂ ਹਾਂਜੀ ਅਸੀਂ ਸਟਾਰਟ ਕਰਦੇ ਹਾਂ। ਆਈਜ਼ ਕਲੋਜ਼ਡ। I am a powerful being. मैं शक्तिशाली आत्मा हाँ, मैं जो चाहां, मैं जो सोचां, मैं वो कर सकती हाँ। मैं शांत स्वरूप आत्मा हाँ, मेरा हर विचार, मेरा हर संकल्प सही है, पीसफुल है, स्टेबल है। मैं पवित्र आत्मा हाँ, आई एम अ प्योर सोल। मेरा हर विचार, हर शब्द, हर कर्म दूसरिਆਂ ਲਈ ਬਲੇਸਿੰਗ ਹੈ। ਮੇਰਾ ਸਰੀਰ ਨਿਰੋਗੀ ਹੈ। My body is perfect and healthy and will always be। ਪਵਿੱਤਰਤਾ, ਸ਼ਾਂਤੀ ਅਤੇ ਸ਼ਕਤੀ ਮੇਰੇ ਸਰੀਰ ਦੇ ਹਰ ਸੈੱਲ ਤੱਕ ਪਹੁੰਚ ਰਹੀ ਹੈ। ਮੇਰਾ ਇਮਿਊਨਿਟੀ ਸਿਸਟਮ ਹਾਈਐਸਟ ਹੈ। ਮੈਂ ਸੇਫ ਹਾਂ, ਪ੍ਰੋਟੈਕਟਡ ਹਾਂ। ਮੇਰਾ ਸਾਰਿਆਂ ਦੇ ਨਾਲ ਰਿਸ਼ਤਾ ਬਹੁਤ ਪਿਆਰਾ ਹੈ। ਅਸੀਂ ਯੂਨਾਈਟਿਡ ਹਾਂ। ਮੇਰੀ ਸਟੂਡੈਂਟ ਲਾਈਫ, ਮੇਰਾ ਕੈਰੀਅਰ ਸੇਫ ਹੈ, ਸੁਰੱਖਿਅਤ ਹੈ ਅਤੇ ਅੱਗੇ ਹੀ ਅੱਗੇ ਵਧਦਾ ਜਾਏਗਾ। ਸਫਲਤਾ ਮੇਰੇ ਲਈ ਨਿਸ਼ਚਿਤ ਹੈ। ਸਫਲਤਾ ਮੇਰਾ ਜਨਮ ਸਿੱਧ ਅਧਿਕਾਰ ਹੈ। ਮੇਰੇ ਚਾਰੋਂ ਪਾਸੇ ਵਾਈਟ ਗੋਲਡਨ ਲਾਈਟ ਦਾ ਇੱਕ ਔਰਾ ਸਰਕਲ, ਇੱਕ એનર્ਜੀ ਸਰਕਲ ਹੈ। ਪਰਮਾਤਮਾ ਦੀਆਂ ਸ਼ਕਤੀਆਂ ਮੇਰਾ ਸੁਰੱਖਿਆ ਕਵਚ ਹੈ। Nothing can enter my energy circle. I am protected by God's love and power. God's power is reaching every soul on this earth. ਉਹ ਚੀਜ਼ ਜੋ ਆਈ ਸੀ ਉਹ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਇਟਸ ਓਵਰ, ਇਟਸ ਫਿਨਿਸ਼ਡ ਨਾਓ। ਉਹਨੇ ਸਾਨੂੰ ਕੁਝ ਸਿਖਾਉਣਾ ਸੀ, ਅਸੀਂ ਸਿੱਖ ਲਿਆ ਹੈ। ਅਸੀਂ ਹੁਣ ਉਹਨੂੰ ਬਾਏ ਬਾਏ ਕਰਾਂਗੇ। ਹਮੇਸ਼ਾ ਹਮੇਸ਼ਾ ਲਈ ਇਹ ਚੀਜ਼ ਧਰਤੀ ਤੋਂ ਖਤਮ ਹੋ ਚੁੱਕੀ ਹੈ। ਸਾਡੀ ਦੁਨੀਆ ਪਰਮਾਤਮ ਪਿਆਰ ਦੀਆਂ ਸ਼ਕਤੀਆਂ ਦੇ ਨਾਲ ਪ੍ਰੋਟੈਕਟਡ ਹੈ। ਮੈਂ ਖੁਸ਼ ਨਸੀਬ ਹਾਂ ਕਿ ਮੈਨੂੰ ਪਰਮਾਤਮਾ ਦਾ ਸਾਥ ਹਾਸਿਲ ਹੈ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਸੋ ਮਚ। ਹਾਂਜੀ ਪਿਆਰੇ ਵਿਦਿਆਰਥੀਓ, ਕੋਵਿਡ-19 ਦੇ ਦੌਰਾਨ ਅਸੀਂ ਸਭ ਕਿਤੇ ਨਾ ਕਿਤੇ ਨਕਾਰਾਤਮਕ ਹੋਏ ਹਾਂ। ਨੈਗੇਟਿਵ ਥਿੰਕਿੰਗ ਨੇ ਸਾਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਪਰ ਮਨੁੱਖ ਦਾ ਸੁਭਾਅ ਹੀ ਇਹੀ ਹੈ, ਮਨੁੱਖ ਨੂੰ ਕਰਨਾ ਹੀ ਇਹੀ ਚਾਹੀਦਾ ਹੈ ਕਿ ਪਰਮਾਤਮਾ ਦਾ ਆਸਰਾ ਤੱਕਦੇ ਹੋਏ ਹਰ ਮੁਸੀਬਤ ਦੇ ਨਾਲ, ਹਰ ਔਕੜ ਦੇ ਨਾਲ ਪੂਰੀ ਸੋਚ ਸਮਝ ਦੇ ਨਾਲ ਲੜਨਾ ਚਾਹੀਦਾ ਹੈ ਅਤੇ ਉਸ ਦੇ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਮੈਡਮ ਨੇ ਬਹੁਤ ਹੀ ਸਟਰਗਲ ਢੰਗ ਨਾਲ, ਬਹੁਤ ਹੀ ਸਿੰਪਲ ਢੰਗ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਨੈਗੇਟਿਵ ਥਿੰਕਿੰਗ, ਜੇ ਅਸੀਂ ਕੁਝ ਮਾੜੇ ਬਾਰੇ ਸੋਚਾਂਗੇ ਤਾਂ ਕਿਤੇ ਨਾ ਕਿਤੇ ਉਹ ਸਾਡੇ ਅਵਚੇਤਨ ਮਨ ਦੇ ਵਿੱਚ, ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਡਰ ਬੈਠ ਜਾਂਦਾ ਹੈ ਅਤੇ ਕਿਤੇ ਨਾ ਕਿਤੇ ਉਹ ਡਰ ਸੱਚ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਦੇ ਨਾਲ ਹੀ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹਾਂਗੀ ਕਿ ਨਾ ਸਿਰਫ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੇ ਅਧਿਆਪਕ ਸਹਿਬਾਨ, ਵਿਦਿਆਰਥੀ ਇਸ ਵੈਬੀਨਾਰ ਦੇ ਵਿੱਚ ਸ਼ਾਮਿਲ ਹੋ ਰਹੇ ਨੇ YouTube ਰਾਹੀਂ ਜਾਂ Zoom ਐਪ ਦੇ ਰਾਹੀਂ, ਬਲਕਿ ਸਾਡੇ ਨੇੜੇ ਦੇ ਸਕੂਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ, ਪਟਿਆਲਾ ਮੋਦੀ ਕਾਲਜ ਤੋਂ ਬੱਚੇ ਦਾ ਸਾਡੇ ਨਾਲ ਜੁੜੇ ਨੇ, ਪੰਜੌਲੀ ਕਲਾਂ ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਬੱਚੇ ਜੁੜੇ ਹੋਏ ਨੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਲਮਾ ਤੋਂ ਜੁੜੇ ਹੋਏ ਨੇ, ਚੂਰਲ ਕਲਾ ਸੰਗਰੂਰ ਡਿਸਟ੍ਰਿਕਟ ਇਹਦੇ ਵੀ ਬੱਚੇ ਸਾਡੇ ਨਾਲ ਜੁੜੇ ਹੋਏ ਨੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਦੇ ਵਿਦਿਆਰਥੀ ਸਾਡੇ ਨਾਲ ਜੁੜੇ ਨੇ, ਪੰਜਾਬੀ ਯੂਨੀਵਰਸਿਟੀ ਤੋਂ ਵੀ ਦੋ ਵਿਦਿਆਰਥੀ ਸਾਡੇ ਨਾਲ ਜੁੜੇ ਨੇ, ਸੁਨਾਮ ਤੋਂ ਵੀ ਸਾਡੇ ਨਾਲ ਵਿਦਿਆਰਥੀ ਜੁੜੇ ਹੋਏ ਨੇ ਅਤੇ ਮੈਡਮ ਦੇ ਸਕੂਲ ਮੁਦੱਕੀ ਫਿਰੋਜ਼ਪੁਰ ਤੋਂ ਵੀ ਸਾਡੇ ਨਾਲ ਵਿਦਿਆਰਥੀ ਜੁੜੇ ਹੋਏ ਨੇ। ਤਾਂ ਕਿਤੇ ਨਾ ਕਿਤੇ ਇਹ ਖੁਦ ਆਪਣੇ ਆਪ ਦੇ ਵਿੱਚ ਇੱਕ ਸੰਦੇਸ਼ ਦਿੰਦਾ ਹੈ ਕਿ ਇਸ ਦੌਰ ਦੇ ਵਿੱਚ ਜਦੋਂ ਅਸੀਂ ਸਭ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿੱਚ ਨਹੀਂ ਹਾਂ ਤਾਂ ਟੈਕਨੋਲੋਜੀ ਦੇ ਨਾਲ ਕਿਤੇ ਨਾ ਕਿਤੇ ਅਸੀਂ, ਸਾਡਾ ਜਿਹੜਾ ਦਾਇਰਾ ਹੈ ਹੋਰ ਵੀ ਵਧਿਆ ਹੈ। ਇਸ ਨੂੰ ਅਸੀਂ ਇੱਕ ਪੋਜ਼ਿਟਿਵ ਤੌਰ ਤੇ ਲੈਣਾ ਹੈ, ਪੋਜ਼ਿਟਿਵ ਥਿੰਕਿੰਗ ਦੇ ਤੌਰ ਤੇ ਲੈਣਾ ਹੈ ਕਿ ਬੇਸ਼ੱਕ ਅਸੀਂ ਆਪਣੇ ਘਰਾਂ ਦੇ ਵਿੱਚ ਬੰਦ ਹਾਂ, ਪਰ ਇਸ ਟੈਕਨੋਲੋਜੀ ਦੇ ਜ਼ਰੀਏ ਅਸੀਂ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਕੁਝ ਪੋਜ਼ਿਟਿਵ ਥਾਟਸ ਆਪਣੇ ਅੰਦਰ ਸੀਡ ਕਰ ਸਕਦੇ ਹਾਂ ਤਾਂ ਕਿ ਇਸ ਮੁਸ਼ਕਿਲ ਦੇ ਵਿੱਚੋਂ ਸਾਹਮਣੇ ਅੱਗੇ ਅਸੀਂ ਨਿਕਲ ਕੇ ਆ ਸਕੀਏ। ਇਸ ਦੇ ਨਾਲ ਹੀ ਮੈਂ ਹੁਣ ਸ਼ੁਰੂ ਕਰਨਾ ਚਾਹਾਂਗੀ, ਮੈਡਮ ਨੂੰ ਬੇਨਤੀ ਕਰਾਂਗੀ ਕਿ ਕੁਝ ਵਿਦਿਆਰਥੀਆਂ ਦੇ ਕੁਐਸਚਨਸ ਆਏ ਨੇ ਕਿ ਉਹਨਾਂ ਦੇ ਜਵਾਬ ਦਿੱਤੇ ਜਾਣ। ਕੁਝ ਵਿਦਿਆਰਥੀਆਂ ਨੂੰ ਇਹ ਲੱਗਦਾ ਹੈ ਕਿ ਸਕੂਲ ਦੇ ਵਿੱਚ ਅਸੀਂ ਪੜ੍ਹ ਲੈਂਦੇ ਸੀ ਪਰ ਹੁਣ ਅਸੀਂ ਨਹੀਂ ਪੜ੍ਹ ਪਾਉਂਦੇ, ਤਾਂ ਇਹ ਅਸੀਂ ਹੁਣ ਕੀ ਕਰੀਏ? ਕਿਤੇ ਨਾ ਕਿਤੇ ਬੱਚੇ ਸਕੂਲ ਨੂੰ ਮਿਸ ਕਰ ਰਹੇ ਨੇ। ਹਾਂਜੀ, ਅਨਮਿਊਟ ਕਰਿਓ ਜੀ। ਅਨਮਿਊਟ ਕਰੋ ਮੈਮ। ਹਾਂਜੀ, ਇਹ ਸਵਾਲ ਬਹੁਤ ਹੀ ਬੱਚਿਆਂ ਦਾ ਹੈਗਾ, ਬਹੁਤ ਅੱਛਾ ਪ੍ਰਸ਼ਨ ਹੈ ਕਿ ਇਸ ਵੇਲੇ ਜਦੋਂ ਸਾਨੂੰ ਪੇਰੈਂਟਸ ਵੀ ਨਹੀਂ ਦੇਖ ਪਾ ਰਹੇ, ਟੀਚਰਸ ਵੀ ਸਾਡੇ ਸਿਰ ਦੇ ਉੱਤੇ ਨਹੀਂ ਹੈਗੇ, ਪ੍ਰਿੰਸੀਪਲਸ ਵੀ ਨਹੀਂ ਹੈਗੇ, ਪਰ ਅਸੀਂ ਇੱਕ ਕਮਰੇ ਦੇ ਵਿੱਚ ਲੋਕਡਾਊਨ ਦੇ ਵਿੱਚ ਬੈਠੇ ਹਾਂ, ਤਾਂ ਇਕੱਲੇ ਅਸੀਂ ਕੀ ਕਰ ਰਹੇ ਹਾਂ, ਸਾਡੀ ਕੀ ਸੋਚ ਹੈ, ਸਾਡੇ ਅੰਦਰ ਕਿਹੋ ਜਿਹੇ ਵਿਚਾਰ ਚੱਲ ਰਹੇ ਹੈ, ਸਾਨੂੰ ਕਿਤੇ ਨਾ ਕਿਤੇ ਇਸ ਤੇ ਸੈਲਫ ਇੰਟਰੋਸਪੈਕਸ਼ਨ ਕਰਨ ਦਾ ਕੁਦਰਤ ਨੇ ਸਮਾਂ ਦਿੱਤਾ ਹੈ। ਇਸ ਸਮੇਂ ਦੇ ਵਿੱਚ ਅਸੀਂ ਆਪਣਾ ਸੋਚਣਾ ਹੈ ਕਿ ਸਾਡਾ ਜਿਹੜਾ ਭਲਾ ਬੁਰਾ ਕਿੱਥੇ ਛੁਪਿਆ ਹੋਇਆ ਹੈ, ਕਿ ਅਸੀਂ ਆਪਣੇ ਲਾਈਫ ਦੇ ਵਿੱਚ ਸਾਡਾ ਜਿਹੜਾ ਅਸੀਂ ਕਰੀਅਰ ਅਸੀਂ ਬਣਾਉਣਾ ਹੈ, ਤਾਂ ਸਾਡੇ ਜਿਹੜੇ ਪੂਰੇ ਦਿਨ ਦੇ ਵਿੱਚ ਅਸੀਂ ਕੀ ਕੰਮ ਕਰ ਰਹੇ ਹਾਂ, ਸਾਡੇ ਵਿਚਾਰ ਕਿਹੋ ਜਿਹੇ ਹੈ, ਸਾਡੇ ਸ਼ਬਦ ਕਿਹੋ ਜਿਹੇ ਹੈ, ਸਾਡੇ ਐਕਸ਼ਨ ਕਿਹੋ ਜਿਹੇ ਹੈ, ਸਾਡੇ ਕਰਮ ਕਿਹੋ ਜਿਹੇ ਹੈ, ਤਾਂ ਉਸ ਤੇ ਅਗਰ ਅਸੀਂ ਇਹਨੂੰ ਪੂਰਾ ਧਿਆਨ ਨਾਲ ਦੇਖੀਏ, ਆਪਣੇ ਮਨ ਦੀ ਆਵਾਜ਼ ਸੁਣੀਏ, ਕਿਉਂਕਿ ਅਸੀਂ ਜਦੋਂ ਵੀ ਕੁਛ ਨਾ ਕੁਛ ਨੈਗੇਟਿਵ ਕੋਈ ਸੋਚ ਸਾਡੇ ਮਨ ਚ ਆਊਗੀ ਨਾ, ਕਹਿੰਦੇ ਜਿਹੜਾ ਕ੍ਰਾਈਮ ਹੈ ਉਹ ਥਾਟ ਲੈਵਲ ਤੇ ਵੀ ਨਹੀਂ ਆਉਣਾ ਚਾਹੀਦਾ, ਇੱਕ ਥਾਟ ਵੀ ਨਹੀਂ ਆਉਣਾ ਚਾਹੀਦਾ। ਪ੍ਰੈਕਟੀਕਲੀ ਇੰਪਲੀਮੈਂਟੇਸ਼ਨ ਦੇ ਤਾਂ ਪਤਾ ਨਹੀਂ ਕਿੰਨੇ ਬੈਡ ਇਫੈਕਟਸ ਹੈਗੇ, ਪਰ ਇੱਕ ਅਗਰ ਥਾਟ ਲੈਵਲ ਤੇ ਵੀ ਆ ਰਿਹਾ ਤਾਂ ਵੀ ਸਾਡੇ ਜਿਹੜੇ ਹੈ ਬਹੁਤ ਸਾਰੇ ਮਿਲੀਅਨ ਅਰਬਾਂ ਖਰਬਾਂ ਸੈੱਲ ਸਾਡੇ ਜਿਹੜੇ ਬ੍ਰੇਨ ਦੇ ਉਹ ਡੈਮੇਜ ਹੁੰਦੇ ਹੈ ਇਹੋ ਜਿਹੀ ਸਿਰਫ ਸੋਚ ਦੇ ਨਾਲ। ਤਾਂ ਅਗਰ ਅਸੀਂ ਇਸ ਸਮੇਂ ਨੂੰ ਪ੍ਰੋਪਰਲੀ ਯੂਟਿਲਾਈਜ਼ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਆਪਣੇ ਇੰਟਰੋਸਪੈਕਟ ਕਰੀਏ, ਬੈਠ ਕੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰੀਏ, ਦੇਖੀਏ ਕਿ ਅਸੀਂ ਕਿਉਂ, ਸਾਡਾ ਮਨ ਕਿਉਂ ਨਹੀਂ ਲੱਗ ਰਿਹਾ ਪੜ੍ਹਾਈ ਦੇ ਵਿੱਚ, ਉਸ ਬਾਰੇ ਸੋਚੀਏ ਕਿ ਜੇ ਅਸੀਂ ਨਹੀਂ ਪੜਾਂਗੇ ਤਾਂ ਉਹਦੇ ਪ੍ਰੋਜ਼ ਐਂਡ ਕੌਨਸ ਦੋਨੋਂ ਬਾਰੇ ਸੋਚ ਕੇ ਦੇਖੋ, ਤਾਂ ਤੁਹਾਡਾ ਜਿਹੜਾ ਮਨ ਹੈਗਾ, ਮਨ ਕਹਿੰਦੇ ਕਿ ਛੋਟਾ ਬੱਚਾ ਹੁੰਦਾ, ਉਹਨੂੰ ਅਸੀਂ ਪਿਆਰ ਨਾਲ ਸਮਝਾਉਣਾ ਹੁੰਦਾ ਕਿ ਜਿਵੇਂ ਛੋਟਾ ਬੱਚਾ ਨਹੀਂ ਮੰਨਦਾ ਨਾ, ਤਾਂ ਅਸੀਂ ਉਹਨੂੰ ਜੇ ਉਹ ਨਹੀਂ ਪੜ੍ਹਨਾ ਚਾਹੁੰਦਾ ਤਾਂ ਸਪੋਜ਼ ਬੱਚੇ ਕੋਲੇ ਕੋਈ ਚਾਕੂ ਹੈ ਨਾ, ਅਸੀਂ ਉਹਨੂੰ ਕੁਝ ਚਾਕੂ ਖੋਣਾ ਚਾਹੁੰਦੇ ਹਾਂ, ਸਾਨੂੰ ਪਤਾ ਉਹ ਹੱਥ ਤੇ ਮਰਵਾ ਸਕਦਾ ਹੈ,
ਤਾਂ ਅਸੀਂ ਉਹਨੂੰ ਕੁਛ ਨਾ ਕੁਛ ਰਿਪਲੇਸ ਕਰਕੇ ਉਹਨੂੰ ਕੋਈ ਖਿਡੌਣਾ ਦਿੰਦੇ ਆ ਨਾ, ਤਾਂ ਫਿਰ ਬੱਚਾ ਉਹ ਛੱਡ ਦਿੰਦਾ ਜਦੋਂ ਉਹਨੂੰ ਨਵੀਂ ਚੀਜ਼ ਮਿਲਦੀ ਹੈ। ਤਾਂ ਹੁਣ ਕਿਉਂਕਿ ਨੈਗੇਟਿਵਿਟੀ ਸਾਡੇ ਅੰਦਰ ਇੰਨੀ ਜ਼ਿਆਦਾ ਆਈ ਪਈ ਹੈ, ਕਿਉਂਕਿ ਮਾਹੌਲ ਸਾਰਾ ਇਹੋ ਜਿਹਾ ਬਣ ਗਿਆ ਸੀਗਾ, ਪਰ ਤੁਸੀਂ ਅਗਰ ਇਹਨੂੰ ਪੋਜ਼ਿਟਿਵਿਟੀ ਨਾਲ ਭਰੋਗੇ, ਕਿਤੇ ਨਾ ਕਿਤੇ YouTube ਤੇ ਵੀ ਅੱਛੀਆਂ ਮੋਟੀਵੇਸ਼ਨ, ਜਿਵੇਂ ਹੁਣ ਤੁਸੀਂ ਸਹੀ ਯੂਟਿਲਾਈਜ਼ ਕਰ ਰਹੇ ਹੋ ਮੋਬਾਈਲ ਨੂੰ, ਤੁਸੀਂ Zoom ਐਪ ਨਾਲ YouTube ਨਾਲ ਜੁੜੇ ਹੋਏ ਹੋ, that is best utilization। ਇਹ ਤੇ ਹੋਰ ਬਹੁਤ ਅੱਛੇ ਮੋਟੀਵੇਸ਼ਨਲ ਸਪੀਕਰ ਜਿਹੜੇ ਸਾਨੂੰ ਐਮਪਾਵਰ ਕਰ ਸਕਦੇ ਆ, ਸਾਨੂੰ ਅੰਦਰੋਂ ਸਟਰੈਂਥਨ ਕਰ ਸਕਦੇ ਆ। ਤਾਂ ਇਸ ਵੇਲੇ ਆਪਣੇ ਆਪ ਨੂੰ ਬੈਠ ਕੇ ਕਦੇ ਨਾ ਕਦੇ ਸਵੇਰੇ 5-10 ਮਿੰਟ ਜ਼ਰੂਰ ਇਸ ਬਾਰੇ ਪ੍ਰਮਾਤਮਾ ਦਾ ਸਭ ਤੋਂ ਪਹਿਲਾਂ ਉੱਠਣ ਸਾਰ ਥੈਂਕਸ ਕਰੋ। ਉਸ ਤੋਂ ਬਾਅਦ ਉਹ ਤੋਂ ਬਲੇਸਿੰਗਸ ਲਓ ਕਿ ਮੈਨੂੰ ਸਾਰਾ ਦਿਨ ਵਾਸਤੇ ਅੱਜ ਐਮਪਾਵਰ ਕਰੋ ਕਿ ਮੈਂ ਇੰਨਾ ਸਮਰੱਥ ਨਹੀਂ ਹੈਗਾ, ਪਰਮਾਤਮਾ ਤੁਸੀਂ ਮੈਨੂੰ ਗਾਈਡ ਕਰੋਗੇ ਕਿ ਮੈਂ ਆਪਣਾ ਜਿਹੜਾ ਆਪਣੇ ਜੀਵਨ ਦਾ ਪਥ ਹੈਗਾ, ਮੈਂ ਉਹ ਕਿਵੇਂ ਉਹਨੂੰ ਪ੍ਰੋਪਰਲੀ ਸਕਸੈਸਫੁਲ ਹੋ ਸਕਦਾ, ਕਿਵੇਂ ਮੈਂ ਆਪਣੇ ਟਾਰਗੇਟਸ ਨੂੰ, ਆਪਣੇ ਕੈਰੀਅਰ ਨੂੰ ਅਚੀਵ ਕਰ ਸਕਦਾ। ਹਾਂਜੀ, ਥੈਂਕ ਯੂ ਮੈਮ। ਹਾਂ ਬੇਟੇ, ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ। ਇਸ ਦੇ ਨਾਲ ਹੀ ਇੱਕ ਵਿਦਿਆਰਥਣ ਦਲਜੀਤ ਕੌਰ ਕੁਝ ਪੁੱਛਣਾ ਚਾਹੁੰਦੀ ਹੈ। बेटे दलजीत ऑन करो अपना माइक। दलजीत कौर +2 की लड़की है। दलजीत हाँ जी बेटे, ऊंची आवाज करो थोड़ी। हाँ पूछो। सानू मैम अपने आप नू घर बैठ के बहुत अजीब लगता, क्यों? और कुछ बेटे? यही क्वेश्चन है ਤੁਹਾਡਾ? हाँ जी मैम। ओके बेटा। हाँ जी मैम। ਬੇਟੇ ਇਹੀ ਕੁਐਸਚਨ ਦਾ ਮੈਂ ਜਵਾਬ ਦਿੱਤਾ, ਹੁਣ ਤੁਸੀਂ ਸੁਣ ਲਿਆ ਹੋਣਾ ਕਿ ਅਸੀਂ ਅਗਰ ਆਪਣੇ ਆਪ ਨੂੰ ਅੱਛੇ ਵਿਚਾਰਾਂ ਨਾਲ, ਹਨਾ, ਕੋਈ ਜਿਵੇਂ ਤੁਸੀਂ ਗੁਰਬਾਣੀ ਪਾਠ ਕਰ ਸਕਦੇ ਹੋ, ਕੋਈ ਹੋਰ ਅੱਛੀਆਂ ਪੋਜ਼ਿਟਿਵ ਜਿਹੜੀਆਂ ਹੈਗੀਆਂ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਬਹੁਤ ਅੱਛੀਆਂ ਬੁੱਕਸ ਹੋਣਗੀਆਂ, ਕਿਸੇ ਦੀ ਲਾਈਫ ਹਿਸਟਰੀਜ਼ ਪੜ੍ਹ ਸਕਦੇ ਹੋ, ਜਿਵੇਂ ਸਵਾਮੀ ਵਿਵੇਕਾਨੰਦ ਹੈ, ਮਹਾਤਮਾ ਗਾਂਧੀ ਜੀ ਦੀ ਹੈਗੀ ਹੈ ਮਾਈ ਐਕਸਪੈਰੀਮੈਂਟਸ ਵਿਦ ਟਰੂਥ, ਹਨਾ, ਇਹ ਜਿਹੜੀਆਂ ਬੁੱਕਸ ਹੈਗੀਆਂ, ਅਬਦੁਲ ਕਲਾਮ ਜੀ ਦੀ ਬੁੱਕ ਹੈਗੀ ਹੈ ਵਿੰਗਸ ਆਫ ਫਾਇਰ, ਤਾਂ ਉਹ ਕਿੰਨੀਆਂ ਸਾਰੀਆਂ ਬੁੱਕਸ ਹੈਗੀਆਂ ਜਿਹੜੀਆਂ ਅਸੀਂ ਪੜ੍ਹ ਸਕਦੇ ਹਾਂ ਇਸ ਸਮੇਂ ਦੇ ਵਿੱਚ, ਔਰ ਆਪਣੇ ਜਿਹੜੇ ਸਾਡੇ ਇੱਕ ਬੁੱਕ ਹੈ ਜਿਹੜੀ ਉਹ ਪੂਰੀ ਲਾਈਫ ਨੂੰ ਟਰਾਂਸਫਾਰਮ ਕਰ ਸਕਦੀ ਹੈ। ਤਾਂ ਕੁਝ ਇਹੋ ਜਿਹੇ ਜਿਹੜੀਆਂ ਮਾਈਂਡ ਓਪਨਰ ਜਿਹੜੇ ਵੀਡੀਓਜ਼ ਹੈਗੇ ਆ ਜਾਂ ਬੁੱਕਸ ਹੈਗੀਆਂ, ਸਾਡੀ ਚੋਇਸ ਹੈ, ਕਿਉਂਕਿ ਸਾਡੇ ਕੋਲ ਦੇਖੋ ਅੱਛਾ ਮਿਊਜ਼ਿਕ ਵੀ ਹੈ, ਬੈਡ ਮਿਊਜ਼ਿਕ ਵੀ ਹੈ, ਅੱਛੀਆਂ ਬੁੱਕਸ ਵੀ ਹੈ, ਬੈਡ ਬੁੱਕਸ ਵੀ ਹੈ, ਪਰ ਸਾਡੀ ਚੋਇਸ ਕੀ ਹੈ, ਉਹ ਸਾਡੀ ਜਿਹੜੀ ਪਰਸਨੈਲਿਟੀ ਨੂੰ ਡਿਫਾਈਨ ਕਰੂਗਾ। ਤਾਂ ਬਿਲਕੁਲ ਤੁਹਾਨੂੰ ਅਜੀਬ ਦੀਆਂ ਫੀਲਿੰਗਸ ਬਿਲਕੁਲ ਨਹੀਂ ਆਉਣਗੀਆਂ, ਡਰ ਵਾਲੀਆਂ ਫੀਲਿੰਗਸ ਬਿਲਕੁਲ ਨਹੀਂ ਆਉਣਗੀਆਂ, ਜੇ ਤੁਸੀਂ ਉਸ ਪਰਮਾਤਮਾ ਨੂੰ ਯਾਦ ਕਰੋਗੇ ਜਿਨ੍ਹਾਂ ਨੇ ਡਾਇਰੀ ਦੇ ਵਿੱਚ ਤੁਹਾਨੂੰ ਤੁਹਾਡਾ ਨਾਮ ਨੋਟ ਕੀਤਾ ਹੋਇਆ ਹੈ। ਦਲਜੀਤ ਕੌਰ ਹੈ ਤੁਹਾਡਾ ਨਾਮ? ਹਾਂਜੀ ਮੈਮ। ਤੁਹਾਡਾ ਨਾਮ ਉਸ ਡਾਇਰੀ 'ਚ ਲਿਖਿਆ ਹੋਇਆ, ਮੈਂ ਖੁਦ ਦੇਖਿਆ। ਵੁੱਡ ਯੂ ਬਿਲੀਵ ਇਟ? ਹਾਂਜੀ ਮੈਮ। ਕਿ ਤੁਹਾਨੂੰ ਲੱਗਦਾ ਮੈਡਮ ਐਵੇਂ ਕਹਿ ਰਹੇ? ਨਹੀਂ ਮੈਮ। ਉਸ ਡਾਇਰੀ ਦੇ ਵਿੱਚ ਤੁਹਾਡਾ ਨਾਮ ਹੈ, ਇਟ ਮੀਨਸ ਉਹ ਪਰਮਾਤਮਾ ਬਹੁਤ ਪਿਆਰ ਕਰਦਾ ਤੁਹਾਨੂੰ। ਪਰ ਜਦੋਂ ਅਸੀਂ ਕਨੈਕਟ ਨਹੀਂ ਹੋਵਾਂਗੇ ਨਾ, ਸਾਨੂੰ ਨੰਬਰ ਤਾਂ ਡਾਇਲ ਕਰਨਾ ਪਊਗਾ ਨਾ ਉਸ ਪਰਮਾਤਮਾ ਦੇ ਨਾਲ। ਹੁਣ ਆਪਾਂ ਜਦੋਂ ਦੇਖੋ ਵਾਈਫਾਈ ਦਾ ਸਾਰੀ ਰੇਂਜ, ਸਾਰੀ ਗੋਡ ਦਾ ਜਿਹੜਾ ਪਰਮਾਤਮਾ ਦਾ ਜਿਹੜਾ ਪਿਆਰ ਹੈਗਾ ਨਾ, ਉਹ ਤਾਂ ਸਾਰੇ ਕਿਤੇ ਹੈਗਾ ਐਨਵਾਇਰਨਮੈਂਟ ਦੇ ਵਿੱਚ, ਪਰ ਵਾਈਫਾਈ ਲਈ ਸਾਨੂੰ ਇੱਕ ਵਾਰੀ ਪਾਸਵਰਡ ਤਾਂ ਲਗਾਉਣਾ ਪਊਗਾ ਨਾ, ਉਹ ਕਨੈਕਸ਼ਨ ਤਾਂ ਬਣਾਉਣਾ ਪਊਗਾ, ਤਾਂ ਫੇਰ ਹੀ ਸਾਨੂੰ ਉਹ ਜਿਹੜੀਆਂ ਪਾਵਰਸ ਹੈਗੀਆਂ ਉਹ ਮਿਲਣੀਆਂ। ਵਾਈਫਾਈ ਦਾ ਮਜ਼ਾ ਆਪਾਂ ਤਾਂ ਹੀ ਲੈਂਦੇ ਹਾਂ ਜਦੋਂ ਅਸੀਂ ਪਾਸਵਰਡ ਲਗਾ ਕੇ ਕਨੈਕਟ ਹੁੰਨੇ ਆ। ਤਾਂ ਉਹ ਪਾਸਵਰਡ ਕੀ ਹੈਗਾ ਕਿ ਅਸੀਂ ਉਹਨੂੰ ਥੋੜੀ ਦੇਰ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਬੈਠੀਏ, 5 ਮਿੰਟ 10 ਮਿੰਟ, ਜਿਹੜਾ ਵੀ ਤੁਸੀਂ ਪਰਮਾਤਮਾ ਦਾ ਪਾਠ ਕਰਨਾ ਚਾਹੁੰਦੇ ਹੋ, ਗੁਰਬਾਣੀ ਪਾਠ ਕਰਨਾ ਹੈ, ਕੋਈ ਵੀ ਹੋਰ ਜੋ ਵੀ ਤੁਸੀਂ ਕਰਦੇ ਹੋ, ਉਹਨੂੰ ਕਰੋ, ਔਰ ਉਹਦੇ ਨਾਲ ਤੁਹਾਨੂੰ ਦੇਖਿਓ ਪੋਜ਼ਿਟਿਵ એનર્ਜੀ ਮਿਲੂ। ਹਾਂਜੀ, ਥੈਂਕ ਯੂ ਮੈਮ। ਇੱਕ ਕਪਿਲ ਨੇ, ਉਹਨਾਂ ਨੇ हैंड रेज किया है। कपिल प्लीज अनम्यूट होवो ते क्वेश्चन पूछो, अपनी वीडियो भी ऑन कर लो। हाँ जी कपिल सर साडे साइंस टीचर है जी फरीदकोट च। हाँ जी ओके जी, ओके ओके मैम। हाँ जी सर प्लीज। हाँ जी सत श्री अकाल जी सारिਆਂ ਨੂੰ जी। सत श्री अकाल ਮਨਿੰਦਰ मैडम। सत श्री अकाल जी। हाँ जी बहुत ਵਧੀਆ ਲੱਗਿਆ ਜੀ ਤੁਹਾਡੇ ਪੋਜ਼ਿਟਿਵ એનર્ਜੀ ਨਾਲ ਰਿਲੇਟਡ ਵਿਚਾਰ ਸੁਣ ਕੇ, ਤੇ ਬਹੁਤ ਹੀ ਅੱਛਾ ਫੀਲ ਹੋ ਰਿਹਾ ਹੈਗਾ। ਐਂਡ ਆਈ ਹੋਪ this will really help all the students who are listening this, and ਜਿਨ੍ਹਾਂ ਨੇ ਇਹ ਵਿਚਾਰ ਸੁਨੇ ਹੈਗੇ ਆ, they will really come out from this hard time, ਤੇ ਉਹਨਾਂ ਨੂੰ ਆਪਣੀ ਲਾਈਫ ਨੂੰ ਇੱਕ ਬਹੁਤ ਹੀ ਵਧੀਆ ਢੰਗ ਨਾਲ ਨੈਕਸਟ ਜਿਹੜਾ ਹੈਗਾ ਅੱਗੇ ਫਾਰਵਰਡ ਕੈਰੀ ਫਾਰਵਰਡ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਮਿਲੂਗੀ। Lots of thanks ਮਨਿੰਦਰ ਮੈਡਮ।
ਥੈਂਕ ਯੂ ਜੀ, ਥੈਂਕ ਯੂ। ਐਂਡ ਥੈਂਕ ਯੂ ਟੀਮ ਮਲੇਰਕੋਟਲਾ ਜਿਨ੍ਹਾਂ ਨੇ ਇੰਨੇ ਵਧੀਆ ਐਫਰਟ ਕਰਕੇ ਸਾਨੂੰ ਇਹ ਮੌਕਾ ਦਿੱਤਾ ਹੈ ਕਿ ਅਸੀਂ ਮਨਿੰਦਰ ਮੈਡਮ ਦੇ ਇੰਨੇ ਵਧੀਆ ਲੈਕਚਰ ਨੂੰ ਸੁਣਨ ਦੇ ਕਾਬਿਲ ਹੋ ਸਕੇ। ਥੈਂਕਸ ਅ ਲੋਟ ਮੈਮ, ਤਜਿੰਦਰ ਮੈਮ। ਥੈਂਕ ਯੂ ਸਰ, ਥੈਂਕ ਯੂ, ਵੈਲਕਮ ਜੀ, ਵੈਲਕਮ। ਹਾਂਜੀ ਥੈਂਕ ਯੂ ਮੈਮ। ਹਾਂਜੀ ਹਾਂਜੀ, ਥੈਂਕ ਯੂ। ਹਾਂਜੀ, ਇੱਕ ਬੱਚੀ ਹੈ ਨੰਨੜੇ, ਦੀਪਿਕਾ ਨੰਨੜੇ। ਹਾਂਜੀ ਦੀਪਿਕਾ। ਹਾਂਜੀ ਦੀਪਿਕਾ, ਪੁੱਛੋ ਬੇਟਾ ਸਵਾਲ ਜਾਂ ਮੈਨੂੰ ਮੈਸੇਜ ਕਰੋ। ਇਹਨੇ ਬੱਚੀ ਨੇ ਮੈਸੇਜ ਵੀ ਕੀਤਾ ਸੀ। ਹਾਂਜੀ ਬੇਟਾ, ਹਾਂ ਬੇਟਾ। हेलो मैम, सत श्री अकाल जी। बेटे वीडियो भी ऑन कर लो, अपनी वीडियो भी ऑन कर लो। हाँ जी, आप की बने बैठे हो? ओके ओके मैम नहीं। हाँ कोई मैम नहीं। सत श्री अकाल जी। सत श्री अकाल। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਮੈਮ ਮੈਂ ਨਾ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਸੀ ਵੀ ਅਸੀਂ ਆਪਣੇ ਕਲਾਸ ਰੂਮ ਵਰਗਾ ਇਨਵਾਇਰਨਮੈਂਟ ਅਸੀਂ ਘਰ ਪੜ੍ਹਦੇ ਹੋਏ ਕਿਵੇਂ ਦੇਖ ਲੈ ਸਕਦੇ ਆ, ਫੀਲ ਕਰ ਸਕਦੇ ਆ ਕਲਾਸ ਰੂਮ ਵਰਗਾ ਇਨਵਾਇਰਨਮੈਂਟ? ਓਕੇ, ਤੁਸੀਂ ਬੇਟੇ ਇਮੇਜਿਨ ਕਰ ਲਓ ਨਾ, ਜੇ ਤੁਸੀਂ ਜਿਵੇਂ ਹੁਣ ਟੀਵੀ ਚੈਨਲਸ ਦੇ ਵਿੱਚ ਕਾਫੀ ਪ੍ਰੋਗਰਾਮਸ ਦਿੱਤੇ ਜਾ ਰਹੇ ਆ ਨਾ, ਤੁਸੀਂ ਗਵਰਨਮੈਂਟ ਇਸੇ ਸਕੂਲ ਦੇ ਹੋ ਬੱਚੇ? ਹਾਂਜੀ ਮੈਮ। ਤੇ ਬਹੁਤ ਸਾਰੇ ਜਿਹੜੇ ਟੀਵੀ ਚੈਨਲਸ ਦੇ ਉੱਤੇ ਸਾਡੇ ਜਿਹੜੇ ਪ੍ਰੋਗਰਾਮ ਚੱਲ ਰਹੇ ਆ। ਤੁਹਾਡੀ ਕਲਾਸ ਕਿਹੜੀ ਹੈ ਬੇਟੇ? +2 ਆਰਟਸ ਮੈਮ। +2 ਆਰਟਸ। ਇਹਨਾਂ ਦੇ ਮੈਨੂੰ ਲੱਗਦਾ ਸ਼ਾਇਦ 12 ਵਜੇ ਤੋਂ ਬਾਅਦ ਸ਼ੁਰੂ ਹੁੰਦੇ ਇਹਨਾਂ ਦੇ ਲੈਕਚਰਸ। ਤੇ ਉਹਦੇ ਵਿੱਚ ਤੁਸੀਂ ਜਦੋਂ ਬੈਠੋਗੇ ਬਿਲਕੁਲ ਆਪਣਾ ਟੀਵੀ ਲਗਾ ਕੇ ਤੇ ਆਪਣਾ ਰੂਮ ਬੰਦ ਕਰਕੇ, ਤਾਂ ਜਦੋਂ ਤੁਸੀਂ हेलो कुणाल, सेट करो आवाज, एक मिनट। आवाज दी तो मेरे एंड पे तो कोई दिक्कत नहीं आ रही। दीपिका ਤੁਸੀਂ ਆਫ ਹੋਵੋ ਬੇਟੇ। ਬੈਗ ਵਗੈਰਾ ਲੈ ਕੇ ਪ੍ਰੋਪਰ ਉਵੇਂ ਉਹ ਨੋਟਸ ਹੈ ਜਿਹੜੇ ਉਹਨਾਂ ਨੂੰ ਨੋਟ ਕਰੋ, ਔਰ ਇਮੇਜਿਨ ਕਰੋ ਕਿ ਤੁਹਾਡੇ ਜਿਹੜੇ ਨਾਲ ਦੇ ਸਟੂਡੈਂਟਸ ਹੈ ਉਹ ਨਾਲ ਬੈਠੇ ਹੈ, ਕਿਉਂਕਿ ਬ੍ਰੇਨ ਹੈ ਜਿਹੜਾ ਉਹਨੂੰ ਕੋਈ ਫਰਕ ਨਹੀਂ ਲੱਗਦਾ ਇਮੇਜਿਨੇਸ਼ਨ ਔਰ ਰਿਐਲਿਟੀ ਦੇ ਵਿੱਚ। ਹਾਂਜੀ ਮੈਮ। ਜੋ ਤੁਸੀਂ ਇਮੇਜਿਨ ਕਰੋਗੇ ਉਹ ਰੀਅਲ ਹੋਣ ਲੱਗ ਜੂਗਾ, ਤੁਹਾਨੂੰ ਹੌਲੀ ਹੌਲੀ ਫੀਲ ਹੋਊਗਾ ਕਿ ਯੂ ਆਰ ਟੇਕਿੰਗ ਦ ਲੈਸਨਸ ਇਨ योर ਕਲਾਸਰੂਮ। ਹਾਂਜੀ ਮੈਮ। ਹਾਂਜੀ ਬੇਟੇ, ਜੇ ਕਿਸੇ ਹੋਰ ਬੱਚੇ ਨੇ ਕੁਐਸਚਨ ਪੁੱਛਣਾ ਹੈ, ਦੀਪਿਕਾ ਤੁਸੀਂ ਆਫ ਹੋਵੋ ਬੇਟੇ, ਆਪਣੀ ਵੀਡੀਓ ਤੇ ਆਡੀਓ ਆਫ ਕਰੋ। ਜੇ ਕਿਸੇ ਹੋਰ ਵਿਦਿਆਰਥੀ ਨੇ ਕੁਐਸਚਨ ਪੁੱਛਣਾ ਤਾਂ ਉਹ ਹੈਂਡ ਰੇਜ਼ ਕਰ ਸਕਦਾ ਹੈ। ਇਸ ਤੋਂ ਬਿਨਾਂ ਇੱਕ ਬੱਚੇ ਦਾ ਮੇਰੇ ਕੋਲੇ ਆਇਆ ਕੁਐਸਚਨ, ਉਹ ਬੇਟੀ ਪੁੱਛ ਰਹੀ ਹੈ ਕਿ ਹੈਲੋ, ਹਾਂਜੀ ਹਾਂਜੀ ਇੱਕ ਮਿੰਟ। ਹਾਂਜੀ, ਬੱਚੇ ਪੁੱਛ ਰਹੇ ਨੇ ਕਿ ਸਾਨੂੰ WhatsApp ਵਗੈਰਾ ਦੇ ਉੱਪਰ ਕੰਮ ਆ ਰਿਹਾ ਹੈ, ਤਾਂ ਸਾਡੇ 3-4 ਭੈਣ ਭਰਾ ਪੜ੍ਹਦੇ ਆ ਤੇ ਸਾਨੂੰ ਸਾਡੀ ਲੜਾਈ ਹੋ ਜਾਂਦੀ ਹੈ ਜੀ ਇਹਦੇ ਪਿੱਛੇ ਕਿ ਕੌਣ ਕੰਮ ਕਰੇ। ਓਕੇ, ਦੇਖੋ ਜੀ, ਲੜਾਈ ਦਾ ਵੀ ਹੱਲ ਹੈਗਾ ਵੀ ਅਗਰ ਅਸੀਂ ਜਦੋਂ ਪੋਜ਼ਿਟਿਵ ਸੋਚ ਰੱਖਦੇ ਹਾਂ ਤਾਂ ਸਾਡੀ ਜਿਹੜੀ ਹੈ ਲੜਾਈ ਵਾਲੀ ਗੱਲ ਹੀ ਖਤਮ ਹੋ ਜਾਂਦੀ ਹੈ ਨਾ। ਅਸੀਂ ਟਰਨ ਵਾਈਜ਼ ਲੈ ਸਕਦੇ ਹਾਂ। ਜਿਹੜੇ ਤੁਸੀਂ ਭੈਣ ਭਰਾ ਦੀ ਗੱਲ ਕਰ ਰਹੇ ਹੋ ਉਹ ਅਲੱਗ-ਅਲੱਗ ਕਲਾਸਿਸ 'ਚ ਹੋਣਗੇ, ਤਾਂ ਅਲੱਗ-ਅਲੱਗ ਕਲਾਸਿਸ ਦੇ ਜਿਹੜੇ ਹੈ ਤੁਸੀਂ ਆਪਣੇ ਟੀਚਰਸ ਨੂੰ ਵੀ ਰਿਕੁਐਸਟ ਪਾ ਸਕਦੇ ਹੋ ਕਿ ਇਸ ਟਾਈਮ ਤੇ ਜਦੋਂ ਤੁਸੀਂ ਕਲਾਸ ਲੈ ਰਹੇ ਹੁੰਦੇ ਹੋ ਤਾਂ ਮੈਂ ਉਸ ਸਮੇਂ ਪ੍ਰੈਜ਼ੈਂਟ ਨਹੀਂ ਹੁੰਦੀ, ਪਰ ਉਸ ਟਾਈਮ ਮੈਂ ਤੁਹਾਡੇ ਜਿਹੜੀਆਂ ਸਾਰੀਆਂ ਜਿਹੜੀਆਂ ਇਨਸਟਰਕਸ਼ਨਸ ਹੈਗੀਆਂ, ਜੋ ਵੀ ਤੁਸੀਂ ਅਸਾਈਨਮੈਂਟਸ ਦਿੱਤੀਆਂ ਸਾਨੂੰ, ਉਹ ਮੈਂ ਬਾਅਦ ਦੇ ਵਿੱਚ ਸੋਲਵ ਕਰ ਲੂੰਗੀ, ਕਿਉਂਕਿ ਉਸ ਟਾਈਮ ਤੇ ਮੇਰਾ ਬ੍ਰਦਰ ਹੈ ਜਿਹੜਾ ਉਹ ਪੜ੍ਹ ਰਿਹਾ ਹੁੰਦਾ ਹੈ। ਤਾਂ ਇਸ ਤਰੀਕੇ ਦੇ ਨਾਲ ਬੇਟੇ ਮੈਨੇਜ ਕੀਤੀਆਂ ਜਾ ਸਕਦੀਆਂ ਜੇ ਅਸੀਂ ਕਰਨਾ। ਨਹੀਂ ਤਾਂ ਅਦਰਵਾਈਜ਼ ਲੜਾਈ ਜਿੰਨੀ ਮਰਜ਼ੀ ਐਕਸਟੈਂਡ ਤੱਕ ਕੀਤੀ ਜਾ ਸਕਦੀ ਹੈ, ਅਸੀਂ ਜੁੰਡੋ ਜੁੰਡੀ ਵੀ ਹੋ ਸਕਦੇ ਹਾਂ, ਨਾ ਉਹ ਪੜ੍ਹ ਸਕਦਾ ਨਾ ਅਸੀਂ ਪੜ੍ਹ ਸਕਾਂਗੇ। ਥੈਂਕ ਯੂ ਜੀ। ਹੋਰ ਬੇਟੇ ਐਨੀਵਨ ਜਿਹਨੇ ਕੁਐਸਚਨ ਕੁਝ ਪੁੱਛਣਾ ਹੋਵੇ हैंड रेज कर दो ਜਾਂ ਮੈਨੂੰ ਇੱਥੇ ਮੈਸੇਜ ਕਰ ਦਿਓ। ਕੋਈ ਅਧਿਆਪਕ ਸਹਿਬਾਨ ਨੇ ਕੋਈ ਆਪਣੀ ਗੱਲ ਕਰਨੀ ਹੋਵੇ? ਹਾਂਜੀ, ਤੇ ਮੈਡਮ ਇੱਕ ਗੱਲ ਇਹ ਤਾਂ ਹੈ ਕਿ ਸੋਰਸਿਸ ਦੀ ਘਾਟ ਦੇ ਕਾਰਨ ਬੱਚਿਆਂ ਨੂੰ ਪ੍ਰੋਬਲਮਸ ਤਾਂ ਆ ਰਹੀਆਂ ਨੇ, ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਸਾਡਾ ਗਰੀਬ ਤਬਕੇ ਦੇ ਬੱਚੇ ਹੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਤਾਂ ਮੋਬਾਈਲ, ਐਂਡਰੋਇਡ ਮੋਬਾਈਲ, ਇੰਟਰਨੈਟ ਦੀ ਸੁਵਿਧਾ ਤੋਂ ਵਾਂਝੇ ਨੇ, ਤਾਂ ਕਿਤੇ ਨਾ ਕਿਤੇ ਉਹ ਖੁਦ ਨੂੰ ਸਟ੍ਰੈਸ ਫੀਲ ਕਰਦੇ ਨੇ ਕਿ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ। ਇਹ ਕੁਝ ਬੱਚਿਆਂ ਨੇ ਮੇਰੇ ਨਾਲ ਗੱਲਾਂ ਵੀ ਸਾਂਝੀਆਂ ਕੀਤੀਆਂ ਨੇ ਕਿ ਸਾਨੂੰ ਕੰਮ ਤਾਂ ਆਉਂਦਾ ਹੈ ਬਟ ਅਸੀਂ ਉਸ ਕੰਮ ਨੂੰ ਕਈ ਵਾਰੀ ਕਰ ਨਹੀਂ ਪਾਉਂਦੇ ਕਿਉਂਕਿ ਮਾਂ-ਬਾਪ ਕੋਲੇ ਮੋਬਾਈਲ ਹੁੰਦਾ, ਉਹ ਦਿਹਾੜੀ ਦੱਪੇ ਤੇ ਜਾਂਦੇ ਨੇ ਤਾਂ ਉਹ ਮੋਬਾਈਲ ਨਾਲ ਲੈ ਜਾਂਦੇ ਨੇ, ਤਾਂ ਬੱਚੇ ਕਿਤੇ ਨਾ ਕਿਤੇ ਇਸ ਗੱਲ ਦਾ ਤਣਾਅ ਮਹਿਸੂਸ ਕਰਦੇ ਨੇ ਕਿ ਅਸੀਂ ਕਿਤੇ ਪਿੱਛੇ ਨਾ ਰਹਿ ਜਾਈਏ।
ਬੇਟੇ ਇਹਦੇ ਵਿੱਚ ਕੋਈ ਸਟ੍ਰੈਸ ਦੀ ਲੈਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ। ਜੇ ਹੁਣ ਕਿਸੇ ਬੱਚੇ ਕੋਲ ਮੋਬਾਈਲ ਨਹੀਂ ਹੈਗਾ, ਅਵੇਲੇਬਲ ਨਹੀਂ ਹੋ ਪਾ ਰਿਹਾ ਉਸ ਸਮੇਂ ਤੇ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਟੀਵੀ ਚੈਨਲਸ, ਟੀਵੀ ਤਾਂ ਹਰ ਘਰ ਦੇ ਵਿੱਚ ਹੈਗਾ, ਉਹ ਵੀ ਦੇਖਿਆ ਜਾ ਸਕਦਾ ਹੈ ਅਲੱਗ-ਅਲੱਗ ਟਾਈਮ ਤੇ। 9 ਵਜੇ ਜਿਹੜੇ ਹੈ ਦੂਸਰੀ ਤੀਜੀ ਜਿਹੜੇ ਪੜ੍ਹਦੇ ਜਿਹੜੇ ਬੱਚੇ, ਉਹਨਾਂ ਦੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਆ। ਤਾਂ ਇਹ 10-12 ਚੈਨਲਸ ਹੈਗੇ ਆ ਜਿਹੜੀ ਪੂਰੀ ਲਿਸਟ ਗਵਰਨਮੈਂਟ ਆਪਣੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ। ਤਾਂ ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਹੈਗਾ ਉਹਨੂੰ ਡਿਸਪਲੇ ਕਰ ਲਓ ਆਪਣੇ ਬੈਡਰੂਮ ਦੇ ਵਿੱਚ ਟੀਵੀ ਦੇ ਨੇੜੇ। ਉਹਨੂੰ ਦੇਖ ਕੇ ਤੁਸੀਂ ਉਹਦੇ ਹਿਸਾਬ ਨਾਲ ਆਪਣੇ ਜਿਹੜੇ ਹੈ ਪ੍ਰੋਗਰਾਮ ਅਟੈਂਡ ਕਰ ਸਕਦੇ ਹੋ। ਔਰ ਜਦੋਂ ਤੁਹਾਨੂੰ ਮੋਬਾਈਲ ਅਵੇਲੇਬਲ ਹੋ ਜਾਂਦੇ, ਜਦੋਂ ਤੁਹਾਡੇ ਪੇਰੈਂਟਸ ਘਰੇ ਆ ਜਾਂਦੇ ਆ, ਤਾਂ ਉਸ ਤੋਂ ਬਾਅਦ ਤੁਸੀਂ ਮੋਬਾਈਲ ਵਾਲਾ ਕੰਮ ਕਰ ਸਕਦੇ ਹੋ। ਮਤਲਬ ਮੈਨੇਜ ਕੀਤਾ ਜਾ ਸਕਦਾ ਹੈ, ਇਹਦੇ ਵਿੱਚ ਸਟ੍ਰੈਸ ਕਰਨ ਨਾਲ ਕੋਈ ਫਰਕ ਨਹੀਂ ਪੈਣਾ। ਕਿਉਂਕਿ ਦੇਖੋ ਸਿਚੁਏਸ਼ਨਸ ਤਾਂ ਉਹੀ ਰਹਿਣੀ ਹੈ, ਜੇ ਅਸੀਂ ਸਟ੍ਰੈਸ ਕਰ ਲਾਂਗੇ ਤਾਂ ਵੀ ਉਹੀ ਰਹਿਣੀ ਹੈ। ਜੇ ਅਸੀਂ ਉਹਨੂੰ ਖੁਸ਼ੀ-ਖੁਸ਼ੀ ਉਸ ਸਮੇਂ ਨੂੰ ਗੁਜ਼ਾਰ ਲਾਂਗੇ ਕਿ ਕੋਈ ਗੱਲ ਨਹੀਂ, ਜੋ ਸਿਚੁਏਸ਼ਨਸ ਹੈਗੀਆਂ ਅਸੀਂ ਉਹਦੇ ਵਿੱਚ ਹੀ ਉਵੇਂ ਕਿਵੇਂ ਆਪਣੇ ਆਪ ਨੂੰ ਮੈਨੇਜ ਕਰ ਰਹੇ ਹਾਂ, ਹਨਾ, ਇਹ ਸਾਡੀ ਜਿਹੜੀ ਐਫੀਸ਼ੀਐਂਸੀ ਹੈ। ਹਾਂਜੀ, ਇੱਕ ਬੱਚੀ ਹੈ ਜੀ ਧਰਮਪ੍ਰੀਤ ਕੌਰ। ਇਹਦਾ ਸਵਾਲ ਹੈ ਕਿ ਵੈਨਐਵਰ ਜਦੋਂ ਵੀ ਮੈਂ ਕੋਈ ਮੋਟੀਵੇਸ਼ਨਲ ਵੀਡੀਓ ਵੇਖਦੀ ਹਾਂ ਤਾਂ ਮੈਂ ਬਹੁਤ ਚਾਰਜ ਅਪ ਫੀਲ ਕਰਦੀ ਹਾਂ, ਪਰ 2-3 ਦਿਨ ਬਾਅਦ ਫਿਰ ਸਭ ਉੱਦਾਂ ਹੀ ਹੋ ਜਾਂਦਾ ਹੈ। ਪੂਰਾ ਟਾਈਮ ਪੋਜ਼ਿਟਿਵ ਕਿਵੇਂ ਰਹੀਏ? ਹਾਂਜੀ, ਇਹ ਜਿਵੇਂ ਆਪਣਾ ਮੋਬਾਈਲ ਹੈਗਾ, ਆਪਾਂ ਇੱਕ ਵਾਰੀ ਮਾਰਨਿੰਗ ਚਾਰਜ ਕਰ ਲੈਂਦੇ ਹਾਂ ਉੱਠਦੇ ਸਾਰ, ਹਨਾ, ਉਸ ਤੋਂ ਬਾਅਦ ਇਹ ਪੂਰੇ ਦਿਨ ਦੇ ਵਿੱਚ ਕਰਦਾ ਡਿਸਚਾਰਜ ਹੋ ਜਾਂਦਾ ਹੈ। ਤਾਂ ਸਿਮਿਲਰ ਇਜ਼ ਹੈਪਨਿੰਗ ਵਿਦ ਆਵਰ ਮਾਈਂਡ। ਇਸੇ ਕਰਕੇ ਕਹਿੰਦੇ ਕਿ ਆਪਾਂ ਜਦੋਂ ਇੱਕ ਵਾਰੀ ਸਵੇਰੇ ਕਨੈਕਟ ਹੋ, ਜੇ ਸਪੋਜ਼ ਆਪਣਾ ਪਰਮਾਤਮਾ ਕੋਲ WhatsApp ਹੋਵੇ, ਉਹ ਮੋਬਾਈਲ ਤੇ ਪਰਮਾਤਮਾ ਬੈਠ ਕੇ ਸਾਨੂੰ ਆਬਜ਼ਰਵ ਕਰਦਾ ਹੋਵੇ ਕਿ ਅਸੀਂ ਸਵੇਰੇ ਇੱਕ ਵਾਰੀ ਯਾਦ ਕੀਤਾ, ਨਿਤਨੇਮ ਕੀਤਾ, ਪਾਠ ਕੀਤਾ, ਤਾਂ ਉਹ ਜਿਹੜਾ 4-4:30 ਵਜੇ ਅਸੀਂ ਅੰਮ੍ਰਿਤ ਵੇਲੇ ਉਹ ਪਾਠ ਕੀਤਾ, ਉਹ ਤੇ ਲਾਸਟ ਸੀਨ ਆਉਂਦਾ ਹੈ ਨਾ, ਪਰਮਾਤਮਾ ਨੂੰ ਪਤਾ ਹੈ ਕਿ ਇਹਨਾਂ ਦਾ ਲਾਸਟ ਸੀਨ ਇੰਨੇ ਵਜੇ ਸੀ। ਉਸ ਤੋਂ ਬਾਅਦ ਅਸੀਂ ਪੂਰਾ ਦਿਨ ਯਾਦ ਹੀ ਨਹੀਂ ਕੀਤਾ। ਤਾਂ ਅਸੀਂ ਕਿਉਂਕਿ ਲੋਅਰ ਫ੍ਰੀਕੁਐਂਸੀਜ਼ ਦੇ ਨਾਲ ਅਸੀਂ ਰੋਜ਼ ਗੱਲਬਾਤ ਕਰ ਰਹੇ ਹਾਂ ਨਾ, ਸਾਰੇ ਲੋਕ ਇੱਕ ਡਰ ਦੇ ਵਿੱਚ ਜਿਉ ਰਹੇ ਆ ਇਸ ਵੇਲੇ, ਸਥਿਤੀ ਇਹ ਹੈ। ਤਾਂ ਉਹਦੇ ਨਾਲ ਅਸੀਂ ਜੋ ਸਵੇਰ ਇੱਕ ਵਾਰੀ ਚਾਰਜਿੰਗ ਕੀਤੀ ਸੀ, ਉਹ ਡਿਸਚਾਰਜ ਹੋਣੀ ਸ਼ੁਰੂ ਹੋ ਜੂਗੀ ਮਾਈਂਡ ਦੀ। ਤਾਂ ਇਹਦਾ ਮਤਲਬ ਜਿਵੇਂ ਗੁਰਬਾਣੀ ਚ ਲਾਈਨ 8 ਪਹਿਰ ਅਰਾਧੀਏ, ਵੀ ਤੁਸੀਂ ਹਰ ਟਾਈਮ ਜੇ ਉਸ ਪਰਮਾਤਮਾ ਨੂੰ ਨੇੜੇ ਫੀਲ ਕਰੋਗੇ, ਉਹ ਦੇਖੋ ਪ੍ਰੈਕਟਿਸ ਨਾਲ ਹੋਣਾ ਹੈ। ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ, ਜਿਵੇਂ ਜਿਵੇਂ ਉਸ ਪਰਮਾਤਮਾ ਦੇ ਨਾਲ ਕਨੈਕਟ ਕਰੋਗੇ ਆਪਣੇ ਨਾਲ, ਤੁਸੀਂ ਦੇਖੋ ਫਰੈਂਡਸ਼ਿਪ ਕਿਵੇਂ ਬਣਦੀ ਹੈ। ਉਸ ਪਰਮਾਤਮਾ ਨੂੰ ਅਗਰ ਅਸੀਂ ਦੋਸਤ ਬਣਾਉਣਾ ਹੈ, ਤਾਂ ਫਰੈਂਡਸ਼ਿਪ ਦੇ ਵਿੱਚ ਕੀ ਹੈ ਕਿ ਅਸੀਂ ਪਹਿਲਾਂ ਹੌਲੀ ਹੌਲੀ ਮਿਲਦੇ ਹਾਂ, ਫਿਰ ਆਪਾਂ ਗੱਲਬਾਤ ਕਰਦੇ ਹਾਂ ਨਾ, ਫਿਰ ਆਪਾਂ ਕੋਈ ਸੀਕ੍ਰੇਟ ਆਪਾਂ ਕੋਈ ਗੱਲਬਾਤ ਕਰਦੇ ਹਾਂ, ਕਿਸੇ ਖਾਲੀ ਜਗ੍ਹਾ ਤੇ ਜਾ ਕੇ ਆਈਸੋਲੇਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ, ਜਾਂ ਆਪਾਂ ਕੋਈ ਕਈ ਵਾਰੀ ਅੱਖਾਂ ਨਾਲ ਵੀ ਗੱਲ ਕਰਦੇ ਹਾਂ ਨਾ। ਤਾਂ ਉਹ ਜਿਹੜੀ ਹੈ, ਹੁਣ ਦੇਖੋ ਕਿੰਨਾ ਅੱਛਾ ਲੈਸਨ ਦਿੱਤਾ ਹੈ ਕਿ ਆਪਾਂ ਸਾਰੇ ਮੂੰਹ ਛੁਪਾ ਕੇ ਜਾ ਰਹੇ ਹਾਂ। ਬਾਜ਼ਾਰ ਦੇ ਵਿੱਚ ਜਾਓ ਨਾ ਤਾਂ ਸਾਰਿਆਂ ਨੇ ਮੂੰਹ ਢਕੇ ਹੋਏ ਹੈ, ਪਰ ਹਲੇ ਵੀ ਸਾਨੂੰ ਪਰਮਾਤਮਾ ਨੇ, ਮੈਂ ਦੇਖਿਆ ਵੀ ਅੱਖਾਂ ਹਲੇ ਵੀ ਸਾਡੇ ਕੋਲ ਹੈਗੀਆਂ। ਤਾਂ ਉਹ ਗੁਰਬਾਣੀ ਚ ਲਾਈਨ ਆਉਂਦੀ ਹੈ ਨਾ ਵੀ ਇਹ ਨੇਤਰਿਓ ਮੇਰਿਓ। ਤਾਂ ਆ ਜਿਹੜੇ ਨੇਤਰ ਹੈਗੇ ਆ, ਦਿਵ ਦ੍ਰਿਸ਼ਟੀ, ਇਹਨੂੰ ਦਿਵਯ ਦ੍ਰਿਸ਼ਟੀ ਬਣਾਈਏ ਅਸੀਂ। ਔਰ ਇਹ ਜਿਹੜੀ ਦਿਵਯ ਦ੍ਰਿਸ਼ਟੀ ਹੈ, ਯਾਨੀ ਕਿ ਅਸੀਂ ਅੱਛਾ ਦੇਖੀਏ, ਅੱਛਾ ਪੜ੍ਹੀਏ। ਜੋ ਕੁਝ ਇਹਨਾਂ ਅੱਖਾਂ, ਕਹਿੰਦੇ ਆਂਖੋਂ ਹੀ ਆਂਖੋਂ ਸੇ ਇਸ਼ਾਰੇ ਹੋ ਗਏ। ਤਾਂ ਅੱਖਾਂ ਨਾਲ ਪਿਆਰ ਵੀ ਹੋ ਜਾਂਦਾ, ਔਰ ਅੱਖਾਂ 'ਚ ਅਗਨੀ ਦੀ ਜਵਾਲਾ ਵੀ ਭੜਕਦੀ ਹੈ। ਤਾਂ ਸਾਰਾ ਕੁਝ ਅੱਖਾਂ ਦੇ ਵਿੱਚ ਹੀ ਹੈ। ਤਾਂ ਹੁਣ ਕੁਦਰਤ ਨੇ ਸਾਨੂੰ ਇਸ ਤੋਂ ਪਹਿਲਾਂ ਕਿ ਅੱਖਾਂ ਵੀ ਸਾਡੇ ਤੋਂ, ਅੱਖਾਂ ਨੂੰ ਵੀ ਛੁਪਾ ਕੇ ਚੱਲਣਾ ਪਵੇ, ਇਹੋ ਜਿਹਾ ਕੋਈ ਸਾਨੂੰ ਕੋਈ ਵਾਰਨਿੰਗ ਆਵੇ, ਤਾਂ ਉਸ ਤੋਂ ਪਹਿਲਾਂ ਅਸੀਂ ਇਸ ਤੋਂ ਲੈਸਨ ਲਈਏ ਕਿ ਇਹਨਾਂ ਅੱਖਾਂ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਦੇਖੀਏ, ਹਰੇਕ ਦੇ ਵਿੱਚ ਉਸ ਪਰਮਾਤਮਾ ਨੂੰ ਦੇਖੀਏ। ਜੇ ਆਪਾਂ ਇਹ ਦੇਖੀਏ ਕਿ ਸਾਡਾ ਜਿਹੜਾ ਭੈਣ ਭਰਾ, ਜਿਵੇਂ ਉਹ ਗੱਲ ਕਰ ਰਹੇ ਸੀ ਕਿ ਇਸ ਭਰਾ ਦੇ ਵਿੱਚ ਵੀ ਇੱਕ ਪਰਮਾਤਮਾ ਜਿਹੜਾ ਹੈ ਵੀ ਉਹਦਾ ਹੀ ਪੁੱਤਰ ਹੈ, ਹਨਾ। ਤਾਂ ਪਰਮਾਤਮਾ ਦੇ ਅਸੀਂ ਸਾਰੇ ਬੱਚੇ ਹੈਗੇ ਆ। ਤਾਂ ਅਸੀਂ ਜਿਵੇਂ ਰਾਜਾ ਹੁੰਦਾ, ਰਾਜਾ ਦੇ ਜਿਹੜੇ ਬੱਚੇ ਰਾਜਕੁਮਾਰ ਰਾਜਕੁਮਾਰੀਆਂ ਨਾ, ਤਾਂ ਉਹਨੂੰ ਪਤਾ ਹੈ ਕਿ ਜੋ ਵਿਰਸਾ ਉਹਦਾ ਹੈਗਾ ਉਸ ਪਰਮਾਤਮਾ ਦਾ, ਉਹ ਸਾਰਾ ਹੀ ਸਾਡਾ ਹੈ। ਤਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹ ਸਾਰਾ ਕੁਝ ਉਹਨਾਂ ਦਾ ਆਪਣਾ ਹੀ ਹੈ। ਤਾਂ ਪਰਮਾਤਮਾ ਕੋਲੇ ਜਿੰਨੀਆਂ ਕੁਆਲਿਟੀਜ਼ ਹੈ, ਉਹ ਹਰੇਕ ਨੂੰ ਮਾਫ ਕਰ ਦਿੰਦਾ ਹੈ, ਕਿਸੇ ਨੂੰ ਕੋਈ ਮਤਲਬ ਜਿਹੋ ਜਿਹਾ ਮਰਜ਼ੀ ਹੋ ਜੇ, ਹਰੇਕ ਨਾਲ ਪਿਆਰ ਕਰਦਾ ਹੈ। ਤਾਂ ਸਾਡੇ ਅੰਦਰ ਵੀ ਇਹੋ ਜਿਹੀਆਂ ਕੁਆਲਿਟੀਜ਼ ਆਉਣੀਆਂ ਸ਼ੁਰੂ, ਬਚਪਨ ਤੋਂ ਪੜ੍ਹਦੇ ਆ ਰਹੇ ਹਾਂ, ਸੰਗ ਕਾ ਰੰਗ ਲੱਗਦਾ ਹੈ। ਤਾਂ ਜਿੰਨਾ ਅਸੀਂ ਸੰਗ ਕਰਾਂਗੇ, ਉਹਦੀ ਕੰਪਨੀ ਕਰਾਂਗੇ, ਤਾਂ ਸਾਡੇ ਅੰਦਰ ਉਹ ਕੁਆਲਿਟੀਜ਼ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤੇ ਅਸੀਂ ਜਿਵੇਂ ਉਹ ਡਿਸਚਾਰਜ ਫੀਲ ਕਰਦੇ ਹਾਂ, ਉਹ ਡਿਸਚਾਰਜ ਵਾਲੀ ਫੀਲਿੰਗ ਸਾਡੀ ਖਤਮ ਹੋ ਜਾਊ। ਕਿਉਂਕਿ ਅਸੀਂ ਬਾਰ-ਬਾਰ ਮੋਬਾਈਲ ਨੂੰ ਵੀ ਬਾਰ-ਬਾਰ ਚਾਰਜ ਕਰਦੇ ਹਾਂ ਨਾ, ਅਸੀਂ ਦਿਨ ਦੇ ਵਿੱਚ ਹੋਰ ਵੀ ਕਈ ਵਾਰੀ ਕਰ ਲੈਂਦੇ ਹਾਂ, ਫਿਰ ਜੇ ਫਿਰ ਵੀ ਖਤਮ ਹੋ ਜਾਏ, ਫਿਰ ਪਾਵਰ ਬੈਂਕ ਲੈ ਕੇ ਚੱਲਦੇ ਹਾਂ।
ਸਿਮਿਲਰਲੀ ਇਸ ਪਰਮਾਤਮਾ ਨੂੰ ਪਾਵਰ ਬੈਂਕ ਨੂੰ ਵੀ ਆਪਣੇ ਨੇੜੇ ਤੇੜੇ ਹਮੇਸ਼ਾ ਫੀਲ ਕਰੋ। ਹਾਂਜੀ, ਇੱਕ ਮੰਗਤ ਸਿੰਘ, ਇਹਨਾਂ ਦਾ ਹੈਂਡ ਰੇਜ਼ ਹੈ। ਹਾਂਜੀ, ਤੁਸੀਂ ਕੀ ਸਵਾਲ ਪੁੱਛਣਾ ਚਾਹੁੰਦੇ ਹੋ? ਮੰਗਤ ਸਿੰਘ ਔਰ ਮੰਗਤ ਸਿੰਘ। ਹਾਂਜੀ ਪਲੀਜ਼, ਮੰਗਤ ਸਿੰਘ। ਮੈਮ ਸਾਡੇ ਪੇਪਰ ਜਿਵੇਂ 13 ਮਾਰਚ 13 ਜੁਲਾਈ ਤੋਂ ਸ਼ੁਰੂ ਨੇ, ਤਾਂ ਤੁਸੀਂ ਟਿਪਸ ਦੇ ਸਕਦੇ ਹੋ ਵੀ ਅਸੀਂ ਟਾਈਮ ਮੈਨੇਜਮੈਂਟ ਕਿਵੇਂ ਕਰੀਏ? ਬੇਟੇ ਕਿੱਥੋਂ, ਤੁਸੀਂ ਆਪਣਾ ਨਾਮ ਦੱਸੋ? ਮੈਮ ਮੈਂ ਖੁਸ਼ਮੀਤ, ਕਿਹੜੇ ਸਕੂਲ ਤੋਂ ਬੇਟਾ? ਹੈਰੀਟੇਜ ਪਬਲਿਕ ਸਕੂਲ। ਕਿਹੜਾ ਸ਼ਹਿਰ, ਕਿਹੜਾ ਬੇਟੇ? ਹੈਲੋ। ਹਾਂਜੀ ਖੁਸ਼ਮੀਤ ਕੌਰ। ਹਾਂਜੀ ਬੇਟੇ ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ। 13 ਜੁਲਾਈ ਤੋਂ ਆਪਣੇ ਪੇਪਰ ਸ਼ੁਰੂ ਹੋ ਰਹੇ ਹੈ, ਬਾਈ ਮੰਥਲੀ, ਜਿਹੜੇ ਆਪਾਂ 2 ਮਹੀਨੇ ਦੇ ਵਿੱਚ ਹੁਣ WhatsApp ਤੇ ਸਿੱਖਿਆ, 2-2 3-3 ਯੂਨਿਟਸ ਆਲਮੋਸਟ ਆਪਣੇ ਸਾਰੇ ਸਬਜੈਕਟਸ ਦੇ ਹੋ ਚੁੱਕੇ ਹੈ। ਮੈਂ ਵੀ ਈਵਨ ਫਿਜ਼ਿਕਸ ਟੀਚ ਕਰ ਰਹੀ ਹਾਂ ਉਹਨਾਂ ਬੱਚਿਆਂ ਨੂੰ, ਤਾਂ 2 ਯੂਨਿਟਸ ਮੈਂ ਕੰਪਲੀਟ ਕਰਵਾ ਚੁੱਕੀ ਹਾਂ। ਤਾਂ ਉਹਦੇ ਵਿੱਚ ਆਪਾਂ ਨੂੰ ਥੋੜਾ ਜਿਹਾ, ਜੇ ਆਪਾਂ ਇਹਨੂੰ ਸਕੈਜੂਅਲ ਕਰ ਲਈਏ ਆਪਣੀ ਕਿ ਅਸੀਂ ਕਿਹੜੇ ਟਾਈਮ ਤੇ ਕੀ ਚੀਜ਼ ਕਰਨੀ ਹੈ, ਤੇ ਉਹਨੂੰ ਕੋਸ਼ਿਸ਼ ਕਰੀਏ ਕਿ ਅਸੀਂ ਉਹਨੂੰ ਸਟ੍ਰਿਕਟਲੀ ਫੋਲੋ ਕਰੀਏ ਕਿ ਇੰਨੇ ਵਜੇ ਮੈਂ ਉੱਠਣਾ ਹੈ। ਔਰ ਜਿਹੜਾ ਮਾਰਨਿੰਗ ਟਾਈਮ ਹੈ, ਉਹ ਆਪਾਂ ਨੂੰ ਪਤਾ ਹੈ ਅੰਮ੍ਰਿਤ ਵੇਲਾ ਜਿਹੜਾ ਹੈਗਾ, ਉਹ ਸਵੇਰ ਦੇ 2 ਘੰਟੇ ਵੀ ਸਾਨੂੰ 4-5 ਘੰਟਿਆਂ ਦਾ ਕੰਮ ਦਿੰਦੇ ਆ, ਕਿਉਂਕਿ ਉਸ ਵੇਲੇ ਸਾਡਾ ਮਾਈਂਡ ਹੈ ਜਿਹੜਾ ਉਹ ਸਟੇਬਲ ਹੁੰਦਾ, ਸਾਡਾ ਵਾਤਾਵਰਣ ਆਸ-ਪਾਸ ਵਾਲਾ ਸ਼ਾਂਤ ਹੁੰਦਾ। ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਅੱਜ ਵੀ ਪੂਰਾ ਬਾਰਿਸ਼ ਦਾ ਮੌਸਮ ਸੀਗਾ ਔਰ ਬਹੁਤ ਵਧੀਆ ਸੀਗਾ। ਜਦੋਂ ਤੁਸੀਂ ਥੋੜਾ ਜਿਹਾ ਉਸ ਪਰਮਾਤਮਾ ਦੇ ਨਾਲ 5-10 ਮਿੰਟ ਵੀ ਕਨੈਕਟ ਹੁੰਦੇ ਹੋ, ਤਾਂ ਤੁਸੀਂ ਐਨਰਜਾਈਜ਼ਡ ਫੀਲ ਕਰਦੇ ਹੋ ਲਾਈਫ ਦੇ ਵਿੱਚ। ਔਰ ਉਹ ਜਿਹੜਾ ਸ਼ੈਡਿਊਲ ਤੁਸੀਂ ਕਰ ਲਿਆ, ਉਹਨੂੰ ਬਹੁਤ ਸਟ੍ਰਿਕਟਲੀ ਫੋਲੋ ਕਰ ਪਾਉਂਦੇ ਹੋ। ਇੱਕ ਮੈਂ ਦੱਸਦੀ ਹਾਂ ਤੁਹਾਨੂੰ, ਮੈਂ ਇੱਕ ਆਰਟੀਕਲ ਪੜ੍ਹ ਰਹੀ ਸੀ, WHO ਵੱਲੋਂ ਸੀਗਾ ਸ਼ਾਇਦ ਉਹ, ਕਿ ਜਦੋਂ ਟੋਬੈਕੋ ਕੰਪਨੀਜ਼ ਜਿਹੜੀਆਂ, ਉਹ ਕਹਿੰਦੇ ਅਸੀਂ ਜਦੋਂ ਸਾਡਾ ਨਾ ਜਿਹੜਾ ਬਿਜ਼ਨਸ ਹੈਗਾ ਟੋਬੈਕੋ ਤੰਬਾਕੂ ਦਾ, ਜਿਹੜਾ ਉਹਨਾਂ ਦਾ ਬਿਜ਼ਨਸ ਫੈਕਟਰੀਜ਼ ਹੈਗੀਆਂ ਹੈ, ਉਹ ਸਾਡੀਆਂ 1 ਜਨਵਰੀ 2-3-4 ਦਿਨ ਤੱਕ ਸਾਡੀਆਂ ਫੇਲ ਹੋ ਜਾਂਦੀਆਂ। ਸਾਡਾ ਜਿਹੜਾ ਹੈਗਾ ਉਹ ਕਮਾਈ ਹੁੰਦੀ ਨਹੀਂ ਉਹਨਾਂ ਦਿਨਾਂ ਦੇ ਵਿੱਚ। ਕਿਉਂ? ਕਿਉਂਕਿ 31 ਦਸੰਬਰ ਨੂੰ ਲੋਕ ਰੈਜ਼ੋਲੂਸ਼ਨ ਲੈ ਲੈਂਦੇ ਆ, ਇੱਕ ਪ੍ਰਣ ਲੈ ਲੈਂਦੇ ਆ ਵੀ ਅਸੀਂ ਤੰਬਾਕੂ ਦਾ ਸੇਵਨ ਅੱਜ ਤੋਂ ਛੱਡਤਾ। ਹੁਣ ਤੱਕ ਅਸੀਂ ਜੀਵਨ ਬਰਬਾਦ ਕੀਤਾ, ਪਰ ਸਾਨੂੰ ਹੁਣ ਪਤਾ ਲੱਗ ਗਿਆ, ਹੁਣ ਅਸੀਂ ਆਪਣਾ ਦ੍ਰਿਸ਼ਟੀਕੋਣ ਨੂੰ ਬਦਲ ਲਾਂਗੇ, ਆਪਣੇ ਜੀਵਨ ਨੂੰ ਸਵਾਰਾਂਗੇ। ਬਹੁਤ ਅਸੀਂ ਹੁਣ ਤੱਕ ਜਿਹੜਾ ਹੈਗਾ ਦੁੱਖ ਭੋਗੇ, ਸੰਤਾਪ ਭੋਗੇ, ਪਰ ਉਹਨਾਂ ਦੀ ਜਿਹੜੀ ਇਹ ਰੈਜ਼ੋਲੂਸ਼ਨ ਹੈ, ਉਹ 1-2-3 ਦਿਨ ਵੱਧ ਤੋਂ ਵੱਧ ਚੱਲਦੀ ਹੈ। ਕਹਿੰਦੇ ਚੌਥੇ ਦਿਨ, ਚੌਥੇ-ਪੰਜਵੇਂ ਦਿਨ ਸਾਡਾ ਜਿਹੜਾ ਬਿਜ਼ਨਸ ਹੈ ਬਿਲਕੁਲ ਉਵੇਂ ਹੀ ਰਿਜ਼ਿਊਮ ਹੋ ਜਾਂਦਾ ਹੈ, ਕਿਉਂਕਿ ਲੋਕ ਆਪਣੀ ਉਸ ਤੇ ਸਟਿਕ ਹੀ ਨਹੀਂ ਕਰਦੇ, ਤੰਬਾਕੂ ਦਾ ਸੇਵਨ ਫੇਰ ਸ਼ੁਰੂ ਕਰ ਦਿੰਦੇ ਆ। The same is happening with students ਕਿ ਅਸੀਂ ਇੱਕ ਵਾਰੀ ਸਕੇਜੂਲ ਕਰ ਲਿਆ ਵੀ ਮੈਂ ਇੰਨੇ ਤੋਂ ਇੰਨੇ ਆ ਪੜ੍ਹਨਾ ਹੈ, ਮੈਂ ਇੰਨੇ ਤੋਂ ਇੰਨੇ ਆ ਕਰਨਾ ਹੈ ਨਾ, ਤਾਂ ਅਸੀਂ ਉਹਨੂੰ ਸਟ੍ਰਿਕਟਲੀ ਅਗਰ ਇੱਕ ਡਿਟਰਮੀਨੇਸ਼ਨ ਕਰ ਲਈ ਕਿ ਚਾਹੇ ਕੁਝ ਵੀ ਹੋ ਜੇ, ਚਾਹੇ ਮੇਰੇ ਕੋਈ ਰਿਸ਼ਤੇਦਾਰ ਮਿੱਤਰ ਤਾਂ ਆ ਹੀ ਨਹੀਂ ਸਕਦੇ ਅੱਜ ਕੱਲ, ਤੁਹਾਨੂੰ ਪਤਾ ਹੀ ਹੈ COVID-19 ਕਰਕੇ ਆਪਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਪੈ ਰਹੀ ਹੈ। ਅਸੀਂ ਤਾਂ ਬਿਲਕੁਲ ਘਰ ਦੇ ਵਿੱਚ ਆਪਾਂ ਹੀ ਹਾਂ, ਸਾਨੂੰ ਹੋਰ ਕਿਸੇ ਕਿਸਮ ਦੀ ਕੋਈ ਡਿਸਟਰਬੈਂਸ ਨਹੀਂ ਹੈ। ਤਾਂ ਅਸੀਂ ਉਹਨੂੰ ਬਹੁਤ ਸਟ੍ਰਿਕਟਲੀ ਫੋਲੋ ਕਰ ਸਕਦੇ ਹਾਂ ਜੇ ਅਸੀਂ ਆਪਣੇ ਮਨ ਦੇ ਵਿੱਚ ਧਾਰ ਲਈਏ। ਔਰ ਇਹ ਧਾਰਨਾ ਬੇਟੇ ਸਟਰੋਂਗ ਤਾਂ ਹੋਊਗੀ ਜਦੋਂ ਅਸੀਂ ਉਸ ਸੁਪਰੀਮ ਪਾਵਰ ਤੋਂ એનર્ਜੀ ਲਵਾਂਗੇ, ਕਨੈਕਟ ਹੋਵਾਂਗੇ ਉਸ ਹਾਈਐਸਟ ਫ੍ਰੀਕੁਐਂਸੀ ਨਾਲ। ਠੀਕ ਹੈ ਜੀ? ਹਾਂਜੀ, ਥੈਂਕ ਯੂ ਮੈਮ, ਥੈਂਕ ਯੂ। ਹਾਂਜੀ ਹਾਂਜੀ ਬੇਟੇ। ਮੈਂ ਦੱਸਿਆ ਫਿਜ਼ਿਕਸ ਟੀਚ ਕਰਦੇ ਨੇ, ਜਿਵੇਂ ਫਿਜ਼ਿਕਸ ਨੇ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ, ਉਹਨੂੰ ਕੋਈ ਬੇਟੇ ਰੁਕੋ ਖੁਸ਼ਪ੍ਰੀਤ ਰੁਕੋ, ਹੁਣ ਦੁਬਾਰਾ ਬੋਲੋ ਬੇਟਾ। ਮੈਮ ਨੇ ਦੱਸਿਆ ਫਿਜ਼ਿਕਸ ਟੀਚ ਕਰਦੇ ਨੇ, ਜਿਵੇਂ ਫਿਜ਼ਿਕਸ ਦੇ ਨਿਊਮੈਰੀਕਲ ਹੁੰਦੇ ਆ। ਤੁਸੀਂ ਬੇਟੇ ਆਵਾਜ਼ ਤੁਹਾਡੀ ਠੀਕ ਨਹੀਂ ਆ ਰਹੀ, ਤੁਸੀਂ ਇਹਨਾਂ ਦਾ ਇਹਨੂੰ ਸਿਗਨਲ ਵੀਕ ਹੈ ਮੈਮ, ਸਿਗਨਲ ਵੀਕ ਹੈ ਇਹਨਾਂ ਦੀ, ਆ ਬੈਟਰੀ ਡਿਸਚਾਰਜ ਹੋਈ ਹੋਈ ਹੈ। ਬੇਟੇ ਰਿਟਨ ਭੇਜ ਦਿਓ ਚੈਟ ਦੇ ਵਿੱਚ, ਰਿਟਨ ਭੇਜ ਦਿਓ ਆਪਣਾ ਕੁਐਸਚਨ ਤੁਹਾਡੀ। ਹਾਂਜੀ, ਕੁਝ YouTube ਦੇ ਉੱਪਰ ਵੀ ਕੁਐਸਚਨਸ ਪੁੱਛ ਰਹੇ ਨੇ ਕੁਨਾਲ ਸਰ, ਤੁਸੀਂ ਜਰਾ ਚੈੱਕ ਕਰਕੇ ਮੈਨੂੰ ਭੇਜਿਓ, ਕਿਉਂਕਿ ਮੇਰੇ ਕੋਲੋਂ ਕੁਝ ਮੁਹੰਮਦ ਅਖਤਰ ਜੀ ਨੇ ਕੋਈ ਕੁਐਸਚਨ ਪੁੱਛਣਾ ਹੈ ਤੇ ਉਹਨਾਂ ਨੇ ਜੇਕਰ ਪਾਤਾ ਮੈਂ ਰਿਪਲਾਈ ਕੀਤਾ, ਕੁਐਸਚਨ ਪੋਸਟ ਕਰਨ ਲਈ ਕਿਹਾ ਹੋਇਆ ਮੈਮ। ਹਾਂਜੀ ਤੇ ਥੋੜਾ ਜਿਹਾ ਉਸ ਚੈਟ ਨੂੰ ਵੀ ਤੁਸੀਂ ਦੇਖੋ ਕਿ ਉਹਦੇ ਵਿੱਚ ਕੋਈ ਕੁਐਸਚਨ ਪੁੱਛ ਰਿਹਾ। ਹਾਂਜੀ, ਕਿਸੇ ਹੋਰ ਨੇ ਕੋਈ ਕੁਐਸਚਨ ਪੁੱਛਣਾ ਹੋਵੇ ਬੇਟਾ? ਹਾਂਜੀ, ਵੈਸੇ ਮੈਡਮ ਕਾਫੀ ਆਪਣੀਆਂ ਗੱਲਾਂ ਹੋਈਆਂ, ਬੱਚੇ ਨਾ ਕਈ ਵਾਰੀ
ਥੋੜਾ ਝਿਜਕਦੇ ਹੁੰਦੇ ਨੇ, ਪਰ ਕੋਈ ਗੱਲ ਬੱਚੇ ਨਹੀਂ, ਤਣਾਅ ਤੁਸੀਂ ਇਹਨਾਂ ਨੂੰ ਮਹਿਸੂਸ ਤਾਂ ਕਰਦੇ ਨੇ। ਹਾਂਜੀ, ਕੁਐਸਚਨਸ ਲੈ ਕੁਐਸਚਨਸ, ਲਿਓ ਤੁਸੀਂ ਹਾਂਜੀ WhatsApp ਤੇ ਕਰ ਦਿਓ ਮੈਨੂੰ ਪੋਸਟ, ਮੈਂ ਰਿਸਪੌਂਡ ਕਰ ਦੂੰਗੀ ਜਦੋਂ ਮੇਰੇ ਕੋਲ ਸਮਾਂ ਹੋਇਆ ਕਰੂਗਾ ਜੀ। ਹਾਂਜੀ ਬਿਲਕੁਲ ਬੇਟੇ, ਜੇਕਰ ਕੋਈ ਬੱਚਾ ਹੁਣ ਕੁਐਸਚਨ ਨਹੀਂ ਪੁੱਛ ਪਾ ਰਿਹਾ ਜਾਂ ਉਹਨੂੰ ਕੋਈ ਸਮਝ ਨਹੀਂ ਆ ਰਿਹਾ ਕਿ ਕਿਸ ਤਰੀਕੇ ਨਾਲ ਕੁਐਸਚਨ ਪੁੱਛਣਾ ਹੈ, ਤਾਂ ਤੁਸੀਂ ਇਸ ਚੈਟ ਦੇ ਵਿੱਚ ਜਾਂ ਫਿਰ ਮੇਰੇ WhatsApp ਨੰਬਰ ਦੇ ਉੱਪਰ ਜਿਹੜਾ ਤੁਹਾਡਾ ਗਰੁੱਪ ਬਣਿਆ ਹੋਇਆ ਉਹਦੇ ਉੱਪਰ ਤੁਸੀਂ ਉਹ ਕੁਐਸਚਨ ਭੇਜ ਦੇਣਾ। ਮੈਡਮ ਜ਼ਰੂਰ ਤੁਹਾਡਾ ਕੁਐਸਚਨ ਦਾ ਜਵਾਬ ਤੁਹਾਨੂੰ ਪਰਸਨਲੀ ਦੇਣਗੇ। ਇੱਕ ਹੋਰ ਕੁਐਸਚਨ ਚੈਟ ਦੇ ਵਿੱਚ ਆ ਰਿਹਾ ਜੀ, ਦੱਸਿਆ ਹਾਂਜੀ, ਇਹ ਕੋਈ ਬੱਚਾ ਪੁੱਛ ਰਿਹਾ ਕਿ ਤੁਸੀਂ ਫਿਜ਼ਿਕਸ ਦੇ ਟੀਚਰ ਹੋ ਜੀ, ਉਹਦੇ ਵਿੱਚ ਇਹਨਾਂ ਨੂੰ ਬੱਚਿਆਂ ਨੂੰ ਜਿਹੜੇ ਫਿਜ਼ਿਕਸ ਦੇ ਨਿਊਮੈਰੀਕਲਸ ਨੇ ਉਹ ਬਹੁਤ ਮੁਸ਼ਕਿਲ ਲੱਗਦੇ ਨੇ, ਉਹਨਾਂ ਨੂੰ ਸੌਖੇ ਕਰਨ ਲਈ ਅਸੀਂ ਕੀ ਕਰੀਏ? ਦੇਖੋ ਜੀ, ਪ੍ਰੈਕਟਿਸ ਹੀ ਇੱਕ ਜ਼ਰੀਆ ਹੈ ਜਿਹਦੇ ਨਾਲ ਅਸੀਂ ਜਿਵੇਂ ਜਿਵੇਂ ਪ੍ਰੈਕਟਿਸ ਕਰਾਂਗੇ, ਪਹਿਲਾਂ ਆਪਾਂ ਨੂੰ ਸਿੰਪਲ ਤੋਂ ਕੰਪਲੈਕਸ ਵੱਲ ਜਾਣਾ ਪਊਗਾ। ਜੇ ਅਸੀਂ ਪਹਿਲਾਂ ਹੀ ਕੰਪਲੈਕਸ ਨਿਊਮੈਰੀਕਲਸ ਨੂੰ ਸੋਲਵ ਕਰਾਂਗੇ ਤਾਂ ਫਿਰ ਥੋੜੀ ਜਿਹੀ ਦਿੱਕਤ ਆਉਂਦੀ ਹੈ। ਤਾਂ ਮੈਂ ਬੱਚਿਆਂ ਨੂੰ ਇਹੀ ਕਹਿੰਦੀ ਹੁੰਦੀ ਆ, ਜਿਹੜੀਆਂ ਬੁੱਕਸ ਦੇ ਉੱਤੇ ਮੈਂ ਉਹਨਾਂ ਨੂੰ ਨੋਟ ਕਿ ਪਹਿਲਾਂ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਮੈਂ ਟਿਕ ਮਾਰਕ ਕਰਕੇ ਉਹਨਾਂ ਨੂੰ ਭੇਜਦੀ ਆ ਵੀ ਤੁਸੀਂ ਆਹ ਨਿਊਮੈਰੀਕਲਸ ਹੈ ਜਿਹੜੇ ਪਹਿਲਾਂ ਸੋਲਵ ਕਰੋਗੇ, ਉਸ ਤੋਂ ਬਾਅਦ ਤੁਸੀਂ ਦੂਸਰੇ ਲੈਵਲ ਤੇ ਜਾਓਗੇ। ਤਾਂ ਇਹ ਪ੍ਰੈਕਟਿਸ ਦੇ ਨਾਲ ਬੇਟੇ ਹਰ ਚੀਜ਼ ਆ ਜਾਂਦੀ ਹੈ। ਸਾਨੂੰ ਥੋੜਾ ਜਿਹਾ ਮਿਹਨਤ ਕਰਨੀ ਪੈਣੀ ਹੈ। ਨੋ ਪੇਨਸ ਨੋ ਗੇਨਸ। ਗੇਨਸ ਵੀ ਸਾਨੂੰ ਤਾਂ ਹੀ ਹੋਣੇ ਆ ਜੇ ਅਸੀਂ ਪੇਨਸ ਲਵਾਂਗੇ। ਠੀਕ ਹੈ ਜੀ। ਹਾਂਜੀ ਬੇਟੇ, ਕੁਝ ਬੱਚੇ ਅਜੇ ਵੀ ਐਂਟਰ ਕਰ ਰਹੇ ਨੇ, ਚਲੋ ਕੋਈ ਗੱਲ ਨਹੀਂ, ਕਿਉਂਕਿ ਇਹ ਸਾਡਾ ਫਰਸਟ ਐਕਸਪੀਰੀਅੰਸ ਸੀ ਜ਼ੂਮ ਦੇ ਉੱਪਰ ਇਸ ਤਰੀਕੇ ਦਾ ਲੈਕਚਰ ਕਰਵਾਉਣ ਦਾ। ਮੇਰੇ ਖਿਆਲ ਦੇ ਵਿੱਚ ਕਾਫੀ ਬੱਚਿਆਂ ਨੂੰ ਇਹਦੇ ਤੋਂ ਸੇਧ ਮਿਲੀ ਹੋਏਗੀ। ਇਸ ਲੈਕਚਰ ਨੂੰ ਅਸੀਂ ਵਾਈਂਡ ਅਪ ਕਰੀਏ, ਇਸ ਸੈਸ਼ਨ ਨੂੰ ਅਸੀਂ ਸਮਾਪਤੀ ਵੱਲ ਲੈ ਜਾਈਏ। ਮਨਿੰਦਰ ਮੈਮ, ਮੈਂ ਤੁਹਾਨੂੰ ਬੇਨਤੀ ਕਰਾਂਗੀ ਕਿ ਥੋੜੇ ਜਿਹੇ ਮੈਗੀ ਟਾਈਪ 2 ਮਿੰਟ ਮੈਗੀ ਟਾਈਪ ਬੱਚਿਆਂ ਨੂੰ ਕੁਝ ਹਿੰਟ ਦਿਓ ਕਿ ਉਹ ਇਸ ਕੋਵਿਡ ਦੇ ਦੌਰਾਨ ਖੁਦ ਨੂੰ ਵੀ ਸੰਭਾਲਣ, ਆਪਣੇ ਘਰਦਿਆਂ ਦਾ ਵੀ ਧਿਆਨ ਰੱਖਣ ਤੇ ਪੜ੍ਹਾਈ ਦਾ ਖਾਸ ਤੌਰ ਤੇ ਧਿਆਨ ਰੱਖਣ। ਹਾਂਜੀ, ਦੇਖੋ ਜੀ, ਇਹ ਜਿਹੜਾ ਲੋਕਡਾਊਨ ਦਾ ਸਮਾਂ ਹੈਗਾ ਹੈ ਨਾ, ਇਸ ਸਮੇਂ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਬਹੁਤ ਹੀ ਸਕਾਰਾਤਮਕ ਪਰਿਵਰਤਨ ਲਿਆ ਸਕਦੇ ਹਾਂ ਜੇ ਅਸੀਂ ਚਾਹੀਏ ਤਾਂ। ਠੀਕ ਹੈ। कहते दोस्तों, वक्त चाहे कितना भी मुश्किल भरा क्यों ना हो, क्यों ना नजर आए, तो भी करने के लिए बहुत कुछ है। अगर ये वक्त बदलना है तो हम अपने आप को बदलें, और एक अच्छे बदलाव के लिए एक अच्छा वक्त है। और इस वक्त का अगर हम सही इस्तेमाल करें, बिल्कुल ऑप्टिमम यूटिलाइजेशन करें, तो हम अपने जीवन में चमत्कार ला सकते हैं। ये हमारे अंदर काबिलियत है। हम सभी के लिए अच्छा चाहते हैं, इस संसार के लिए अच्छा चाहते हैं। अपने लिए अच्छा सोचना शुरू करो, दूसरों के लिए अच्छा सोचना शुरू करो। जब ये अच्छी बातें आपके अंदर से निकलेंगी तो सब कुछ अच्छा अच्छा होता जाएगा। एक नई और एक अच्छी शुरुआत की आप सबको शुभकामनाएं। ਸ਼ੁਕਰੀਆ ਮੈਮ, ਸ਼ੁਕਰੀਆ, ਬਹੁਤ ਸ਼ੁਕਰੀਆ ਮਨਿੰਦਰ ਮੈਮ। ਆਈ ਨੋ ਯੂ ਕਿ ਤੁਸੀਂ ਬਹੁਤ ਹੀ ਖੂਬਸੂਰਤੀ ਨਾਲ ਬੱਚਿਆਂ ਨੂੰ ਆਪਣੇ ਨਾਲ ਜੋੜਦੇ ਹੋਏ ਕੁਝ ਸਕਾਰਾਤਮਕ ਕਰਨ ਦੀ ਕੋਸ਼ਿਸ਼ ਹਰ ਪਲ ਲੱਗੇ ਰਹਿੰਦੇ ਹੋ ਆਪਣੇ ਇਲਾਕੇ ਦੇ ਵਿੱਚ। ਅੱਜ ਸਾਨੂੰ ਸੰਗਰੂਰ ਵਾਲਿਆਂ ਨੂੰ ਇਹ ਮਾਣ ਬਖਸ਼ਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਬੇਟਾ, ਇਸ ਕੋਵਿਡ ਦੇ ਦੌਰਾਨ ਤੁਸੀਂ ਪੜ੍ਹਾਈ ਦਾ ਕੋਈ ਸਟ੍ਰੈਸ ਨਹੀਂ ਲੈਣਾ, ਸਗੋਂ ਦੀ ਇਹ ਸੋਚਣਾ ਕਿ ਅਸੀਂ ਇਸ ਲੋਕਡਾਊਨ ਦੇ ਸਮੇਂ ਨੂੰ, ਇਸ ਔਖੀ ਘੜੀ ਦੇ ਵਿੱਚ ਪੜ੍ਹਾਈ ਨੂੰ ਆਪਣਾ ਸਾਥੀ ਬਣਾ ਕੇ ਉਸ ਦੇ ਵਿੱਚ ਕਿਤੇ ਪਿੱਛੇ ਨਹੀਂ ਰਹਿਣਾ। ਘਰੇ ਬੈਠੋ, ਤੁਹਾਡੇ ਕੋਲ ਟਾਈਮ ਹੈ, ਸੋਹਣਾ ਟਾਈਮ ਹੈ, ਵਧੀਆ ਟਾਈਮ ਹੈ। ਪਰਮਾਤਮਾ ਨੇ, ਕੁਦਰਤ ਨੇ ਇੱਕ ਥੱਪੜ ਮਾਰਿਆ ਹੈ ਸਾਡੇ ਕਿ ਤੁਹਾਡੇ ਕੋਲ ਟਾਈਮ ਨਹੀਂ, ਲਓ ਤੁਹਾਨੂੰ ਟਾਈਮ ਦਿੱਤਾ। ਸੋ ਇਸ ਟਾਈਮ ਨੂੰ ਅਸੀਂ ਦੋ ਤਰੀਕੇ ਨਾਲ ਯੂਟਿਲਾਈਜ਼ ਕਰ ਸਕਦੇ ਹਾਂ, ਨੈਗੇਟਿਵਲੀ ਬੇਕਾਰ ਬੈਠ ਕੇ, ਜਾਂ ਫਿਰ ਆਪਣੇ ਅੰਦਰਲੇ ਕਿਸੇ ਹੁਨਰ ਨੂੰ, ਆਪਣੀ ਕਿਸੇ ਕਾਬਲੀਅਤ ਨੂੰ ਹੋਰ ਨਿਖਾਰਨ ਦੇ ਲਈ ਵੀ ਵਰਤ ਸਕਦੇ ਹਾਂ। ਆਪਣਾ ਧਿਆਨ ਰੱਖੋ, ਦੂਸਰਿਆਂ ਦਾ ਧਿਆਨ ਰੱਖੋ। ਜੋ ਸਾਨੂੰ ਕਰੋਨਾ ਦੇ ਦੌਰਾਨ, COVID-19 ਦੇ ਦੌਰਾਨ ਸਾਵਧਾਨੀਆਂ ਵਰਤਣ ਲਈ ਸਰਕਾਰ ਕਹਿ ਰਹੀ ਹੈ, ਉਹਨਾਂ ਦਾ ਅਸੀਂ ਧਿਆਨ ਰੱਖਦੇ ਹੋਏ ਬਾਹਰ ਨਾ ਨਿਕਲੀਏ। ਮਾਸਕ ਬਣਾਓ ਆਪਣੇ ਲਈ, ਦੂਸਰਿਆਂ ਨੂੰ ਵੀ ਵੰਡੋ, ਦੂਜਿਆਂ ਨਾਲ ਸਿੰਪਥੀ ਰੱਖੋ। ਜੇਕਰ ਕੋਈ ਕਰੋਨਾ ਪੇਸ਼ੈਂਟ ਹੈ ਤਾਂ ਉਸਦੇ ਨਾਲ ਤੁਸੀਂ ਕੋਈ ਭੇਦਭਾਵ ਵਾਲਾ ਬਿਹੇਵ ਨਾ ਕਰਦੇ ਹੋਏ ਉਹਨੂੰ ਇੱਕ ਜਸਟ ਬਿਮਾਰ ਸਮਝਣਾ ਕਿ ਜਿਸ ਤਰ੍ਹਾਂ ਸਾਡੇ ਖਾਂਸੀ ਜ਼ੁਕਾਮ ਕੁਝ ਬੁਖਾਰ ਹੋ ਜਾਂਦਾ ਹੈ, ਕੋਈ ਉਹਦੇ ਨਾਲ ਐਦਾਂ ਦਾ ਬਿਹੇਵ ਨਹੀਂ ਕਰਨਾ ਕਿ ਉਸਨੂੰ ਵੀ ਬੁਰਾ ਲੱਗੇ ਤੇ ਤੁਹਾਨੂੰ ਵੀ ਬੁਰਾ ਲੱਗੇ।
ਤਾਂ ਇਹ ਸਾਡੀ ਸਭ ਦੇ ਲਈ ਇੱਕ ਜਿਹਨੂੰ ਕਹਿੰਦੇ ਨੇ ਪ੍ਰੀਖਿਆ ਦੀ ਘੜੀ ਚੱਲ ਰਹੀ ਹੈ ਕਿ ਸਾਡੇ ਸਬਰ ਸੰਤੋਖ ਦਾ ਪਰਮਾਤਮਾ ਇਮਤਿਹਾਨ ਲੈ ਰਿਹਾ ਹੈ ਕਿ ਵਿਅਕਤੀ ਆਦਮੀ ਦੂਜੇ ਦਾ ਦੁਸ਼ਮਣ ਬਣਦਾ ਹੈ ਜਾਂ ਸਾਥੀ ਬਣਦਾ ਹੈ। ਤਾਂ ਅਸੀਂ ਸਾਰਿਆਂ ਨੇ ਇਸ ਔਕੜ ਭਰੇ ਮਾਹੌਲ ਦੇ ਵਿੱਚ ਵਿਦਿਆ ਸਾਡੇ ਨਾਲ ਹੈ, ਗੁਰੂ ਸਾਡੇ ਨਾਲ ਹੈ, ਪਰਮਾਤਮਾ ਸਾਡੇ ਨਾਲ ਹੈ। ਅਸੀਂ ਇਸ ਔਖੀ ਘੜੀ ਨੂੰ ਬੜਾ ਹੀ ਪੋਜ਼ਿਟਿਵਲੀ ਬਤੀਤ ਕਰਨਾ ਹੈ ਅਤੇ ਇੱਕ ਚੰਗੇ ਮਨੁੱਖ ਬਣ ਕੇ ਇਸ ਕੋਵਿਡ ਤੋਂ ਬਾਅਦ ਨਿਕਲਣਾ ਹੈ। ਤੇ ਹੁਣ ਮੈਂ ਇਸ ਸਾਰੇ ਸੈਮੀਨਾਰ ਨੂੰ ਪ੍ਰਜ਼ਾਈਡ ਕਰ ਰਹੇ ਡਿਪਟੀ ਡੀਓ ਸੰਗਰੂਰ ਡਾਕਟਰ ਓਮ ਪ੍ਰਕਾਸ਼ ਸੇਤੀਆ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆਉਣ। ਡਾਕਟਰ ਸੇਤੀਆ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਨੇ, ਐਨੇ ਵਰਸੇਟਾਈਲ ਉਹਨਾਂ ਦੀ ਪਰਸਨੈਲਿਟੀ ਹੈ, ਉਹ ਗੁੱਡ ਐਕਟਰ ਨੇ, ਗੁੱਡ ਐਡਮਿਨਿਸਟ੍ਰੇਟਰ ਨੇ ਔਰ ਬੜੇ ਅੱਛੇ ਵਿਅਕਤੀ ਦੇ ਤੌਰ ਤੇ ਬੀਇੰਗ ਪਰਸਨਲ ਬਹੁਤ ਨਾਈਸ ਨੇ ਤੇ ਬੜਾ ਖੁਸ਼ ਹੁੰਦੇ ਨੇ ਇਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਕੇ, ਖੁਦ ਵੀ ਕਰਦੇ ਰਹੇ ਨੇ ਐਜ਼ ਅ ਪ੍ਰਿੰਸੀਪਲ ਤੇ ਅੱਜ ਕੱਲ ਡਿਪਟੀ ਡੀਓ ਬਣ ਕੇ ਇਸ ਕਰੋਨਾ ਦੇ ਦੌਰਾਨ ਵਿਦਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਤੇ ਆਪਣੀਆਂ ਜੋ ਵੀ ਕੋਈ ਉਹਨਾਂ ਦੀਆਂ ਵਿਭਾਗੀ ਕੰਮ ਨੇ ਉਹਨਾਂ ਨੂੰ ਕਰਦੇ ਹੋਏ ਡਟੇ ਹੋਏ ਨੇ ਡਾਕਟਰ ਓਪੀ ਸੇਤੀਆ, ਓਮ ਪ੍ਰਕਾਸ਼ ਸੇਤੀਆ। ਹਾਂਜੀ ਡਾਕਟਰ ਸਾਹਿਬ, ਅਨਮਿਊਟ ਕਰੋ। ਸੇਤੀਆ ਸਰ ਹੈਗੇ ਨਹੀਂ ਇਸ ਟਾਈਮ? ਨਹੀਂ ਉਹ ਹੁਣੀ ਤਾਂ ਸੀ। ਨਹੀਂ ਮੈਂ ਚੈੱਕ ਕਰ ਰਿਹਾ। ਨਹੀਂ ਮੈਂ ਇਸ ਟਾਈਮ ਹੈ ਨਹੀਂ ਨਾਲ। ਚਲੋ ਮੈਂ ਉਹ ਨਾ ਅੱਜ ਐਕਚੁਅਲੀ ਮੀਟਿੰਗ ਵੀ ਚੱਲ ਰਹੀ ਹੈ ਇੱਕ, ਮੈਂ ਉਹਨਾਂ ਨੂੰ ਕਹਿੰਨੀ ਹਾਂ ਜੀ। ਉਹ ਹੁਣੀ ਹੈਗੇ ਸੀ, ਮੈਂ ਦੇਖਿਆ ਸੀ, ਮੈਂ ਗੱਲ ਕਰ ਰਹੀ ਹਾਂ ਉਹਨਾਂ ਨਾਲ। ਕੋਈ ਹੋਰ ਕਿਸੇ ਨੇ ਕੁਝ ਕਹਿਣਾ ਹੋਵੇ ਤਾਂ ਕਹਿ ਸਕਦਾ ਹੈ। ਇੱਕ ਸੀਨੀਅਰ ਮੈਮ ਹਰਵੰਸ ਮੈਡਮ ਦਾ ਇੱਕ ਕੁਐਸਚਨ ਆਇਆ, ਹਰਵੰਸ ਉਹੀ ਮੈਡਮ ਦਾ YouTube ਤੇ ਉਹ ਮੈਡਮ ਤੋਂ ਪੁੱਛਣਾ ਇਹ ਚਾਹ ਰਹੇ ਨੇ ਕਿ ਆਤਮਾ ਦਾ ਪਰਮਾਤਮਾ ਨਾਲ ਨਾਤਾ ਕਿਵੇਂ ਜੋੜਿਆ ਜਾਵੇ ਕਿ ਮਨ ਕਿਸੇ ਹੋਰ ਪਾਸੇ ਨਾ ਭਟਕੇ। ਇਹਨਾਂ ਨੇ ਤਕਰੀਬਨ 15 ਮਿੰਟ ਪਹਿਲਾਂ क्वेश्चन पोस्ट किया तो मेरे तो स्किप हो गया, उन्होंने मैं दोबारा रिमाइंडर देता है कि मेरे क्वेश्चन का मैम तो आंसर पूछ के दसो मैम प्लीज। मैम अनम्यूट कर लो एक बार मनिंदर मैम। ਬਹੁਤੀ ਵਾਰੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਨ ਬੈਠਦੇ ਹਾਂ ਤਾਂ ਮਨ ਹਮੇਸ਼ਾ ਦੂਸਰੇ ਪਾਸੇ ਇੱਧਰ ਉੱਧਰ ਦੀਆਂ ਗੱਲਾਂ ਦੇ ਵਿੱਚ ਉਲਝ ਜਾਂਦਾ ਹੈ। ਉਹ ਚੀਜ਼ਾਂ ਸਾਨੂੰ ਯਾਦ ਆਉਂਦੀਆਂ ਉਸ ਸਮੇਂ ਦੇ ਵਿੱਚ ਯਾਦ ਆਉਂਦੀਆਂ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਬਿਲਕੁਲ ਇਸੇ ਤਰੀਕੇ ਨਾਲ ਹੈ ਜਿਵੇਂ ਅਸੀਂ ਸਪੋਜ਼ ਅਗਰ ਟ੍ਰੇਨ ਪਕੜਨੀ ਹੈ ਔਰ ਅਸੀਂ ਟ੍ਰੇਨ ਦੇ ਵਿੱਚ ਅਸੀਂ ਬਿਲਕੁਲ ਜਾ ਰਹੇ ਹਾਂ, ਆਪਣਾ ਜਿਹੜਾ ਸਾਡਾ ਬੋਗੀ ਹੈ ਜਿਹਦੇ ਵਿੱਚ ਅਸੀਂ ਬੈਠਣਾ ਹੈ, ਅਸੀਂ ਉਹਨੂੰ ਲੱਭ ਰਹੇ ਹਾਂ ਔਰ ਇੱਕਦਮ ਸਾਨੂੰ ਕੋਈ ਜਾਣ ਪਛਾਣ ਵਾਲਾ ਮਿਲ ਗਿਆ ਤਾਂ ਅਸੀਂ ਠੀਕ ਹੈ ਉਹਨੂੰ ਦੂਰੋਂ ਹੀ ਅਸੀਂ ਹੈਲੋ ਹਾਈ ਤਾਂ ਕਰ ਲੈਂਦੇ, ਪਰ ਜੇ ਅਸੀਂ ਉਹਨਾਂ ਨਾਲ ਖੜ ਕੇ ਗੱਲਾਂ ਕਰਨ ਲੱਗ ਜਾਈਏ ਤਾਂ ਸਾਡੀ ਜਿਹੜੀ ਟ੍ਰੇਨ ਮਿਸ ਹੋ ਜੂਗੀ। ਤਾਂ ਉਸ ਤਰੀਕੇ ਦੇ ਨਾਲ ਹੀ ਸਾਨੂੰ ਜਦੋਂ ਮਨ ਦੇ ਵਿੱਚ ਹੋਰ ਸਾਰੇ ਵਿਚਾਰ ਆਉਂਦੇ, ਠੀਕ ਹੈ ਉਹਨਾਂ ਨੂੰ ਕਹੋ ਆ ਗਏ ਤੁਸੀਂ, ਪਰ ਮੇਰੇ ਕੋਲ ਹਲੇ ਟਾਈਮ ਨਹੀਂ ਹੈ, ਹਲੇ ਮੈਂ ਉਸ ਪਰਮਾਤਮਾ ਦੇ ਨਾਲ ਕਨੈਕਟਡ ਹਾਂ। ਬਹੁਤੀ ਵਾਰੀ ਜਦੋਂ ਵੀ ਕੋਈ ਇਹੋ ਜਿਹਾ ਵਿਚਾਰ ਚੱਲਣ ਲੱਗਦਾ ਹੈ ਤਾਂ ਇਮੀਡੀਏਟਲੀ ਮਾਈਂਡ ਨੂੰ ਸਾਨੂੰ ਇਹਨੂੰ ਟਿਊਨਿੰਗ ਕਰਨੀ ਪਊਗੀ, ਇਹਦੇ ਨਾਲ ਸਾਨੂੰ ਰਿਸ਼ਤਾ ਬਣਾਉਣਾ ਪੈਣਾ ਕਿ ਪਲੀਜ਼ ਤੈਨੂੰ ਮੈਂ ਬਾਅਦ ਚ ਟਾਈਮ ਦਊਂਗੀ। ਜਿਵੇਂ ਇੱਕ ਛੋਟੇ ਬੱਚੇ ਨੂੰ ਅਸੀਂ ਮਨਾਉਂਦੇ ਹਾਂ ਤਾਂ ਮਨ ਵੀ ਇੱਕ ਬੜਾ ਸ਼ਰਾਰਤੀ ਬੱਚਾ ਹੈਗਾ, ਅਸੀਂ ਵੀ ਉਹਨੂੰ ਮਨਾ ਸਕਦੇ ਹਾਂ। ਥੋੜਾ ਜਿਹਾ ਅਸੀਂ ਉਹਨੂੰ ਅਗਰ ਕਹੀਏ ਕਿ ਕੋਈ ਗੱਲ ਨਹੀਂ, ਇੱਕ ਵਾਰੀ ਮੈਨੂੰ ਉਸ ਪਰਮਾਤਮਾ ਦੇ ਨਾਲ ਗੱਲਬਾਤ ਕਰਨ ਦੇ, ਮੈਨੂੰ ਉਸ ਆਪਣੇ ਜਿਹੜੇ ਦੋਸਤ ਨਾਲ ਗੱਲਬਾਤ ਕਰਨ ਦੇ, ਉਸ ਤੋਂ ਬਾਅਦ ਮੈਂ ਤੈਨੂੰ ਸਮਾਂ ਦਊਂਗਾ, ਜੋ ਤੂੰ ਕਹੇਗਾ ਮੈਂ ਤੈਨੂੰ ਕਰੂੰਗੀ। ਤਾਂ ਕੁਛ ਨਾ ਕੁਛ ਲਾਲਚ ਦੇ ਕੇ ਅਸੀਂ ਉਹਨੂੰ ਇੱਕ ਵਾਰੀ ਮਨਾ ਕਰ ਸਕਦੇ ਹਾਂ। ਪਰ ਜੇ ਅਸੀਂ ਸਪੋਜ਼ ਅਗਰ ਅਸੀਂ ਜਾ ਰਹੇ ਹਾਂ ਔਰ ਟ੍ਰੇਨ ਦੇ ਵਿੱਚ ਉਹ ਤੋਂ ਬਾਅਦ ਅਸੀਂ ਟ੍ਰੇਨ ਸਾਨੂੰ ਦਿਖ ਰਹੀ ਹੈ ਕਿ ਜਾਣ ਵਾਲੀ ਹੈ, ਪਰ ਅਗਰ ਅਸੀਂ ਖੜ ਕੇ ਗੱਲਬਾਤ ਕਰਨ ਲੱਗੇ, ਹਾਂਜੀ ਹਾਂ ਸਾਰੀਆਂ ਅਸੀਂ ਛੱਡ, ਉਸ ਤੋਂ ਬਾਅਦ ਸਾਨੂੰ ਪਤਾ ਲੱਗੂਗਾ ਸਾਡੀ ਟ੍ਰੇਨ ਮਿਸ ਹੋ ਗਈ। ਤਾਂ ਜਿਹੜੀ ਸਾਡੀ ਮੰਜ਼ਿਲ ਹੈਗੀ ਹੈ, ਮੰਜ਼ਿਲ ਜਦੋਂ ਅਸੀਂ ਉਸ ਪਰਮਾਤਮਾ ਨਾਲ ਸਪੈਸ਼ਲੀ ਬੈਠੇ ਹਾਂ ਯਾਦ ਕਰਨ ਵਾਸਤੇ, ਤਾਂ ਕੋਈ ਇਹੋ ਜਿਹੇ ਥਾਟਸ ਆਉਂਦੇ ਆ ਤਾਂ ਉਹਨਾਂ ਨੂੰ ਇੱਕ ਵਾਰੀ ਸਟਾਪ, ਮਾਈਂਡ ਨੂੰ ਕਹੋ ਸਟਾਪ, ਪਲੀਜ਼ ਗੋ ਅਵੇ, I don't have time for you just now। ਤਾਂ ਬੜਾ ਕਈ ਵਾਰੀ ਸਾਨੂੰ ਬੱਚਾ ਜੇ ਪਿਆਰ ਨਾਲ ਨਹੀਂ ਮੰਨਦਾ ਤਾਂ ਸਾਨੂੰ ਥੋੜਾ ਸਟ੍ਰਿਕਟਲੀ ਵੀ ਮੰਨਣਾ ਪੈਂਦਾ ਹੈ ਨਾ। ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਹਾਂ ਕਿ ਸਵਾਮੀ ਵਿਵੇਕਾਨੰਦ ਨੂੰ ਜਦੋਂ ਇੱਕ ਵਾਰੀ ਪੁੱਛਿਆ ਗਿਆ ਵੀ ਤੁਹਾਨੂੰ ਇਹ ਜਿਹੜੇ ਕਾਮ ਵਿਕਾਰ ਜਿਹੜੇ ਹੈਗੇ ਆ ਜਾਂ ਕੋਈ ਇਹੋ ਜਿਹੇ ਤੁਹਾਨੂੰ ਤੰਗ ਤਾਂ ਨਹੀਂ ਕਰਦੇ ਲਾਈਫ ਦੇ ਵਿੱਚ, ਤਾਂ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਹਾਂ ਆਉਂਦੇ ਆ। ਤਾਂ ਉਹ ਜਦੋਂ ਉਹ ਮੇਰੇ ਦਰਵਾਜ਼ੇ ਤੇ ਜਦੋਂ ਦਸਤਕ ਦਿੰਦੇ ਆ, ਕੋਈ ਵੀ ਵਿਕਾਰ ਹੈ ਕਿਸੇ ਵੀ ਕਿਸਮ ਦੇ, ਚਾਹੇ ਉਹ
ਅਹੰਕਾਰ ਹੈ, ਚਾਹੇ ਉਹ ਕ੍ਰੋਧ ਹੈ, ਚਾਹੇ ਕਾਮ ਹੈ, ਕਿਸੇ ਤਰ੍ਹਾਂ ਦੇ ਵੀ ਉਹ ਮੈਨੂੰ ਜਦੋਂ ਦਸਤਕ ਦਿੰਦੇ ਨਾ, ਤਾਂ ਮੈਂ ਉਹਨੂੰ ਕਹਿੰਦਾ ਮੈਂ ਬਿਜ਼ੀ ਹਾਂ ਇਸ ਵੇਲੇ, ਬਾਅਦ ਚ ਆਇਓ। ਤਾਂ ਥੋੜੀ ਦੇਰ ਬਾਅਦ ਫਿਰ ਨੌਕ ਕਰਦੇ ਆ, ਫਿਰ ਮਨ ਦੇ ਵਿੱਚ ਮਤਲਬ ਫਿਰ ਮੈਂ ਕਹਿੰਦਾ ਨੋ ਟਾਈਮ, ਮੈਂ ਥੋੜੀ ਦੇਰ ਘੰਟੇ ਬਾਅਦ, ਉਸ ਤੋਂ ਬਾਅਦ ਫਿਰ, ਯਾਨੀ ਕਿ ਜਦੋਂ ਅਸੀਂ ਕਿਸੇ ਨੂੰ 4-5 ਵਾਰੀ ਮਨਾ ਕਰਾਂਗੇ ਅਗਲਾ ਆਊਗਾ ਹੀ ਨਹੀਂ, ਅਗਲਾ ਕਹੂਗਾ ਮੈਨੂੰ ਤਾਂ ਕੋਈ ਐਂਟਰਟੇਨ ਹੀ ਨਹੀਂ ਕਰ ਰਿਹਾ। ਪਰ ਜਦੋਂ ਅਸੀਂ ਉਹਨਾਂ ਨੂੰ ਐਂਟਰਟੇਨ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਉਹ ਫਿਰ ਹੋਰ ਵਿਚਾਰ ਆਈ ਹੈ। ਸੋ ਦਿਸ ਇਜ਼ ਦ ਵੇ। ठीक है मैम, थैंक यू मैम। हाँ जी, कोई और क्वेश्चन है जी? नहीं मैम, नहीं फिलहाल तो YouTube ਤੇ ਓਕੇ। YouTube ਤੇ ਸੇਤੀਆ ਸਰ ਦਾ ਉਹ ਕਹਿ ਰਹੀ ਸੀ ਥੋੜਾ ਲਿੰਕ ਟੁੱਟ ਗਿਆ, ਪਰ ਉਹ ਹੁਣ ਇਸ ਵਕਤ ਆ ਚੁੱਕੇ ਨੇ। ਡਾਕਟਰ ਓਪੀ ਸੇਤੀਆ, ਹਾਂਜੀ ਸਰ, ਅਨਮਿਊਟ ਕਰਿਓ ਜੀ। डॉक्टर सेतिया, हाँ जी मैडम, आवाज आ रही है? हाँ जी हाँ जी सर, सत श्री अकाल। हाँ जी हाँ जी सर। मैडम बहुत ही अदब ते सत्कार दे पात्र मैडम मनिंदर कौर जी, डिप्टी डीओ एलिमेंट्री फरीदकोट, बहुत ही सत्कारयोग इस वेबिनार के होस्ट मैडम तजिंदर कौर सोही जी, इंग्लिश लेक्चरर, गवर्नमेंट सीनियर सैकेंडरी स्कूल कन्या मलेरकोटला। ਪਹਿਲਾਂ ਜਿਸ ਤਰ੍ਹਾਂ ਕਿ ਮੈਨੂੰ ਇੱਕ ਲਿੰਕ ਭੇਜਿਆ ਸੀ ਮੈਡਮ ਤੇਜਿੰਦਰ ਕੌਰ ਜੀ ਨੇ, ਪਹਿਲਾਂ ਮੈਂ ਉਹ ਸਾਰਾ ਵੈਬਿਨਾਰ ਸੁਣਿਆ ਸੀਗਾ ਤੇ ਬੜਾ ਵਧੀਆ ਲੱਗਿਆ ਕਿ ਇੱਕ ਪੋਜ਼ਿਟਿਵ ਥਿੰਕਿੰਗ ਉਹਦੇ ਨਾਲ ਜਿਹੜਾ ਵੀ ਸੁਣਦਾ ਹੈਗਾ ਉਸ ਦੇ ਅੰਦਰ ਉਹ ਪੋਜ਼ਿਟਿਵ ਥਿੰਕਿੰਗ ਜਾਂਦੀ ਹੈ, ਸੋਚ ਜਾਂਦੀ ਹੈ, ਉਹ ਸਾਰੂ ਸੋਚ। ਤੇ ਅੱਜ ਵੀ ਜਿਸ ਤਰ੍ਹਾਂ ਮੈਡਮ ਮਨਿੰਦਰ ਜੀ ਨੇ ਗੱਲ ਕੀਤੀ ਹੈ ਕਿ ਕੋਵਿਡ-19 ਦੇ ਦੌਰਾਨ ਵਿਦਿਆਰਥੀ ਆਪਣੀ ਸੋਚ ਨੂੰ ਕਿਵੇਂ ਪੋਜ਼ਿਟਿਵ ਬਣਾ ਸਕਦੇ ਹੈ, ਕਿ ਜੋ ਡਰ ਹੈ ਇੱਕ ਮਨਾਂ ਦੇ ਵਿੱਚ ਬੈਠਿਆ ਹੋਇਆ ਹੈ, ਗੁਰਬਾਣੀ ਦਾ ਹਵਾਲਾ ਦੇ ਕੇ ਮੈਮ ਮਨਿੰਦਰ ਜੀ ਨੇ ਉਸ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਦੋਂ ਆਸ-ਪਾਸ ਦੇਖਦੇ ਹਾਂ ਕਿ ਜਦੋਂ ਤੱਕ ਸਾਡੇ ਮਨ ਵਿੱਚ ਡਰ ਹੈ ਤਾਂ ਅਸੀਂ ਉਸ ਡਰ ਨੂੰ ਆਪਣੇ ਉੱਪਰ ਜੇ ਹਾਵੀ ਹੋਣ ਦਈਏ ਤਾਂ ਸ਼ਾਇਦ ਅਸੀਂ ਰੁਕ ਜਾਂਦੇ ਹਾਂ। ਜੇ ਅਸੀਂ ਉਸ ਡਰ ਨੂੰ ਦੂਰ ਕਰ ਦਈਏ, ਆਪਣੇ ਉੱਪਰ ਹਾਵੀ ਨਾ ਹੋਣ ਦਈਏ, ਤਾਂ ਸ਼ਾਇਦ ਸਾਡੀ ਜ਼ਿੰਦਗੀ ਜਿਹੜੀ ਹੈਗੀ ਬਹੁਤ ਵਧੀਆ ਬਤੀਤ ਹੋ ਸਕਦੀ ਹੈ। ਗੁਰਬਾਣੀ ਵਿੱਚ ਜਿਸ ਤਰ੍ਹਾਂ ਕਿਹਾ ਗਿਆ ਮਨ ਜੀਤੇ ਜਗ ਜੀਤ, ਤਾਂ ਜੋ ਕਾਮ ਕ੍ਰੋਧ ਮੋਹ ਲੋਭ ਹੰਕਾਰ ਮੈਡਮ ਜੀ ਨੇ ਹੁਣੇ ਗੱਲ ਕੀਤੀ ਸੀਗੀ ਮਨਿੰਦਰ ਜੀ ਨੇ, ਕਿ ਜੇ ਆਪਾਂ ਉਹ ਸੋਚ ਲਈਏ, ਆਪਣੇ ਡਰ ਉੱਪਰ ਕਾਬੂ ਪਾ ਲਈਏ, ਤਾਂ ਸ਼ਾਇਦ ਇਹ ਭਿਆਨਕ ਸਮਾਂ ਜਿਹੜਾ ਆਪਾਂ ਨੂੰ ਲੱਗਦਾ ਹੈ ਕੋਵਿਡ-19 ਦੇ ਦੌਰਾਨ, ਤਾਂ ਸ਼ਾਇਦ ਉਸ ਤੋਂ ਆਪਾਂ ਬਹੁਤ ਉੱਚਾ ਉੱਠ ਸਕਦੇ ਹਾਂ, ਉੱਭਰ ਸਕਦੇ ਹਾਂ। ਤਾਂ ਉਹ ਡਰ ਜਿਹੜਾ ਹੈਗਾ ਆਪਾਂ ਨੂੰ ਦੂਰ ਕਰਨਾ ਪਏਗਾ। ਜਿਸ ਤਰ੍ਹਾਂ ਕਿਸੇ ਲੇਖਕ ਨੇ ਵੀ ਕਿਹਾ ਹੈ, ਆਗਾਹ ਆਪਣੀ ਮੌਤ ਤੇ ਕੋਈ ਬਸ਼ਰ ਨਹੀਂ, ਸਾਮਾਨ 100 ਵਰਸ਼ ਕਾ ਫਲ ਕੀ ਖਬਰ ਨਹੀਂ। ਕਿ ਸ਼ਾਇਦ ਅਸੀਂ ਜੋ ਮੈਡਮ ਜੀ ਨੇ ਗੱਲ ਕੀਤੀ ਹੈ ਕਿ ਸ਼ਾਇਦ ਅਸੀਂ ਜੇ ਗੁਰਬਾਣੀ ਦਾ ਰੋਜ਼ मनन करिए, अध्ययन करिए तो उसका पालन करिए, अपनी जिंदगी के ऊपर उसनों लागू करिए, तो शायद जिंदगी जी है बड़ी सुखाली बन जाएगी। कि आप सारी उम्र कमाते रहते है, जायदाद इकट्ठी करते रहेंगे, पर एक पल का भी कोई आपको खबर नहीं होती, पता नहीं किस पल जड़ा है मौत आ जाए। खास करके आपको उन्होंने शहीदों वाल देखना चाहिए। हुणे हुणे जिहड़े अपने भी सैनिक शहीद होए, उन्होंने विचों इहो ਜਿਹੇ भी नौजवान सीगे ਜਿਹੜੇ 2-2.5 साल उन्होंने दी ड्यूटी ज्वाइन की सी उन्होंने, पर देश के लिए शहादत का जाम पी गए। तो साडा इतिहास इस गल का गवाह है, साडे सिख इतिहास, साडे चारों साहिबजादे जिन्हों ने शहादत की थी, सरबंसदानी गुरु गोबिंद सिंह जी महाराज, जिन्हों ने शहादत सदका सानू माण है, उन्होंने उपर पूरी कौम नू गर्व है, साडे देश नू। तो जरूरी है कि आप उन्होंने याद करते हुए इस डर नू आपां दूर करिए, तो जो ये डर दूर हो जाएगा तो अपनी जिंदगी बड़ी आसान हो जाएगी। चंद लाइना होर कि दुनिया हमने सराय फानी देखी, हर चीज यहाँ की आनी जानी देखी, जो आके ना जाए वो बुढ़ापा देखा, जो जाके ना आए वो जवानी देखी।
ਹੋਏਗਾ वो भी ठीक होएगा। तो एक तरह की पॉजिटिव सकारात्मक जो सोच है उसमें ਆਪਾਂ ਲੈ ਕੇ ਚੱਲਣਾ ਹੈ। ਤੇ ਅੰਤ ਦੇ ਵਿੱਚ ਜਿੱਥੇ ਮੈਂ ਧੰਨਵਾਦ ਕਰਦਾ ਹਾਂ ਮੈਡਮ ਮਨਿੰਦਰ ਕੌਰ ਜੀ ਦਾ ਕਿ ਜਿਨ੍ਹਾਂ ਨੇ ਇੱਕ ਸਕਾਰਾਤਮਕ ਸੋਚ ਜਿਹੜੀ ਕਿ ਪੈਦਾ ਕੀਤੀ ਹੈ। ਜਿਸ ਤਰ੍ਹਾਂ ਦੱਸਿਆ ਗਿਆ ਸੀਗਾ ਕਿ ਜਿਨ੍ਹਾਂ ਦੀ ਬੈਂਟ ਜਿਸ ਤਰ੍ਹਾਂ ਚਾਰਜ ਨਹੀਂ ਹੁੰਦੀ ਗਈ ਤੇ ਉਹਨਾਂ ਨੂੰ ਚਾਰਜ ਕਰਨ ਦੀ ਲੋੜ ਹੁੰਦੀ ਹੈ। ਤੇ ਅੱਜ ਮੈਡਮ ਜੀ ਨੇ ਸਾਰਿਆਂ ਨੂੰ ਇੱਕ ਨਵੇਂ ਜੋਸ਼ ਦੇ ਨਾਲ ਉਹ ਚਾਰਜ ਕੀਤਾ ਹੈਗਾ ਤਾਂ ਕਿ ਜ਼ਿੰਦਗੀ ਦੇ ਵਿੱਚ ਉਹ ਅੱਗੇ ਵਧ ਸਕਣ। ਤੇ ਅੰਤ ਵਿੱਚ ਚੰਦ ਲਾਈਨਾਂ ਦੇ ਨਾਲ ਜ਼ਿੰਦਗੀ ਇੱਕ ਰਾਗਣੀ ਹੈ। हेलो Hello? कुनाल जी मैं ਹਾਂਜੀ ਹਾਂਜੀ सर ਨੂੰ ਕਰਿਓ ਔਨ ਸਰ ਦਾ ਸਰ ਆਨ ਹੀ ਹੈ ਸਰ ਤੁਹਾਡੀ ਉਹ ਨੈਟਵਰਕ lines ਤੇ ਸ਼ਾਇਦ ਕੋਈ ਸੁਣੀਆਂ ਪ੍ਰੋਬਲਮ ਹੈ। ਉਹ ਲਾਈਨ ਸੁਣੀਆਂ ਨਹੀਂ ਸਰਦੀਆਂ ਸਰ ਰਿਪੀਟ ਕਰ ਦਿਓ ਜਿਹੜੀ ਤੁਸੀਂ ਹੁਣ ਲਾਸਟ ਬੋਲੀ ਹੈ। ਮਾਈਕ ਸਰ ਤੁਹਾਡਾ ਬੰਦ ਹੈ। ਹਾਂਜੀ आवाज आ रही है मैडम? ਹਾਂਜੀ ਹਾਂਜੀ ਸਰ ਹਾਂਜੀ जिंदगी एक रागनी है गुनगुनाते जाइए मुश्किलें हो लाख फिर भी मुस्कुराते जाइए फिर भी मुस्कुराते जाइए। ਜੀ ਸ਼ੁਕਰੀਆ ਥੈਂਕ ਯੂ ਸਰ। ਹਾਂਜੀ कुछ लाइना होर सीगियां जे हाँ जी। आज्ञा होवे तां अब तो मजहब कोई ऐसा भी लाया जाए अब तो मजहब कोई ऐसा भी लाया जाए जिसमें इंसान को इंसान बनाया जाए। जिन चिरागों को बुझने का कोई खौफ नहीं उन चिरागों को बुझने से बचाया जाए। आदमी और आदमी के बीच हों ऐसे रिश्ते अगर मैं रहूं भूखा तो तुझसे भी ना खाया जाए। घर से मस्जिद है बड़ी दूर घर से मस्जिद है बड़ी दूर चलो यूं चलो किसी करते हंसते हुए बच्चे किसी को रोते हुए बच्चे को हंसाया जाए किसी रोते हुए बच्चे को हंसाया जाए। हाँ, शुक्रिया जी। बहुत शुक्रिया सेतिया सर डॉक्टर सेतिया। ਥੈਂਕ ਯੂ ਸੋ ਮਚ ਸਰ। किसी रोते बच्चे को हसाया जाए ਇਸ ਦੇ ਨਾਲ ਹੀ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਤੇ ਸਾਡਾ ਟਾਈਮ ਵੀ ਲਗਭਗ ਵਾਈਂਡ ਅਪ ਹੋ ਰਿਹਾ ਹੈ ਜਲਦੀ ਜਲਦੀ ਕਹਿ ਰਿਹਾ ਹੈ ਟਾਈਮ ਪੀਸ। ਮੈਡਮ ਮਨਿੰਦਰ ਬਹੁਤ ਸ਼ੁਕਰੀਆ। ਡਾਕਟਰ ਸੇਤੀਆ ਪ੍ਰਜ਼ਾਈਡ ਕਰਨ ਦੇ ਲਈ ਬਹੁਤ ਸ਼ੁਕਰੀਆ। ਸਾਰੇ ਵਿਦਿਆਰਥੀ ਜੋ ਵੀ ਪਿਆਰੀਆਂ ਬੱਚੀਆਂ ਇੱਥੇ ਆਈਆਂ ਜਾਂ YouTube ਦੇ ਉੱਪਰ ਆਈਆਂ ਮੈਨੂੰ ਪਤਾ ਹੈ ਕਿ ਇੰਨੇ ਸੋਰਸਿਸ ਨਹੀਂ ਹੈ ਜ਼ਿਆਦਾ ਬੱਚੇ ਨਹੀਂ ਜੁੜ ਪਾਏ ਪਰ ਅਸੀਂ ਇਸ ਲੜੀ ਨੂੰ ਜ਼ਰੂਰ ਅੱਗੇ ਕੰਟੀਨਿਊ ਕਰਨਾ ਚਾਹਾਂਗੇ ਤੇ ਹੋਰ ਵੀ ਵਧੀਆ ਲੈਕਚਰ ਤੁਹਾਨੂੰ ਇਸ ਕੋਵਿਡ ਦੇ ਦੌਰਾਨ ਜਿਹੜੇ ਤੁਹਾਨੂੰ ਪੜ੍ਹਾਈ ਦੇ ਨਾਲ ਜੋੜਨ ਤੇ ਬਾਕੀ ਨੈਗੇਟਿਵਿਟੀ ਦੇ ਨਾਲੋਂ ਤੋੜਨ ਅਸੀਂ ਕੋਸ਼ਿਸ਼ ਕਰਾਂਗੇ ਹੋਰ ਲੈਕਚਰਸ ਦੀ ਲੜੀ ਨੂੰ ਇਸ ਨੂੰ ਜਾਰੀ ਰੱਖਿਆ ਜਾਵੇ। ਅੱਜ ਪਹਿਲਾ ਸਾਡਾ ਉਪਰਾਲਾ ਸੀ। ਅਸੀਂ ਬਹੁਤ ਖੁਸ਼ ਹਾਂ ਕਿ ਨਿਰਵਿਘਨ ਥੋੜੀਆਂ ਬਹੁਤ ਉਣਤਾਈਆਂ ਰਹਿ ਗਈਆਂ ਉਹਨਾਂ ਨੂੰ ਅਸੀਂ ਅਗਲੇ ਵਾਰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡਾ ਦੋਨਾਂ ਦਾ ਪਹਿਲਾ ਹੀ ਇਹ ਐਕਸਪੀਰੀਅੰਸ ਹੈ ਕੁਨਾਲ ਦਾ ਵੀ ਔਰ ਮੇਰਾ ਵੀ ਇਸ ਨੂੰ ਆਰਗੇਨਾਈਜ਼ ਕਰਨ ਦਾ ਸਾਨੂੰ ਕਾਫੀ ਸਿੱਖ ਕੇ ਕਰਨਾ ਪਿਆ ਪਰ ਅਸੀਂ ਕਰ ਲਿਆ। ਇਸ ਦੇ ਲਈ ਅਸੀਂ ਖੁਦ ਨੂੰ ਬੜਾ ਸਾਨੂੰ ਖੁਸ਼ੀ ਹੋ ਰਹੀ ਹੈ। ਕੁਨਾਲ ਨੇ ਵੀ ਬੇਸ਼ੱਕ ਇਹਦੀ ਡਿਊਟੀ ਸੀ ਬੱਚੇ ਦੀ ਮੁੰਡੇ ਦੀ 12 ਘੰਟੇ ਦੀ ਡਿਊਟੀ ਕੋਵਿਡ ਡਿਊਟੀ ਦੇ ਵਿੱਚ ਹੈ ਇਹ ਪਰ ਫਿਰ ਵੀ ਇਹਨੇ ਬਹੁਤ ਮਿਹਨਤ ਦੇ ਨਾਲ ਮੇਰੇ ਨਾਲ ਇਸ ਵੈਬੀਨਾਰ ਨੂੰ ਆਯੋਜਨ ਕਰਨ ਦੇ ਵਿੱਚ ਹੈਲਪ ਕੀਤੀ। ਮੈਡਮ ਪ੍ਰਿੰਸੀਪਲ ਦਾ ਧੰਨਵਾਦ ਹੁਣ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਸ ਕੰਮ ਦੀ ਇਜਾਜ਼ਤ ਦਿੱਤੀ। ਆਖਿਰ ਦੇ ਵਿੱਚ ਮੈਂ ਸਮੂਹ ਸ਼ਾਮਿਲ ਵਿਦਿਆਰਥੀ ਅਧਿਆਪਕ ਮਾਤਾ ਪਿਤਾ ਸਭਨਾਂ ਦਾ ਯੂਥ ਕਲੱਬ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਆਸ ਹੈ ਤੁਹਾਨੂੰ ਇਸ ਵੈਬੀਨਾਰ ਤੋਂ ਜ਼ਰੂਰ ਕੋਈ ਪੋਜ਼ਿਟਿਵ ਵੇ ਮਿਲੀ ਹੋਏਗੀ ਸਕਾਰਾਤਮਕ ਸੋਚ ਤੁਹਾਡੀ ਹੋਰ ਨਿੱਘਰ ਹੋਈ ਹੋਵੇਗੀ। ਇੰਨਾ ਕਹਿੰਦੇ ਹੋਏ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਬੱਚਿਆਂ ਲਈ ਸੂਚਨਾ ਹੈ ਕਿ ਤੁਸੀਂ ਆਪਣੇ ਸਰਟੀਫਿਕੇਟਸ ਉਹਨਾਂ ਬੱਚਿਆਂ ਨੂੰ ਹੀ ਦਿੱਤੇ ਜਾਣਗੇ ਜਿਨ੍ਹਾਂ ਨੇ ਥਰੂ ਆਊਟ ਇਸ ਵੈਬੀਨਾਰ ਦੇ ਵਿੱਚ ਐਕਟਿਵਲੀ ਬੈਠੇ ਰਹੇ ਨੇ ਔਰ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ। ਤੁਸੀਂ ਆਪਣੇ ਫਾਰਮ ਤੁਹਾਨੂੰ ਭੇਜਿਆ ਜਾਏਗਾ ਉਸ ਫਾਰਮ ਨੂੰ ਤੁਸੀਂ ਸਬਮਿਟ ਕਰ ਦੇਣਾ ਤੇ ਤੁਹਾਡਾ ਸਰਟੀਫਿਕੇਟ 5-4 ਦਿਨਾਂ ਦੇ ਅੰਦਰ ਤੁਹਾਡੇ ਕੋਲ
ਪਹੁੰਚ ਜਾਏਗਾ। ਜਿਹੜੇ ਬਾਹਰੋਂ ਵਿਦਿਆਰਥੀ ਨੇ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਭੇਜ ਦਈਏ। ਸਾਡੇ ਵਿਦਿਆਰਥੀਆਂ ਨੂੰ ਅਸੀਂ ਆਪਣੇ ਕੁਨਾਲ ਸਰ ਦੀ ਡਿਊਟੀ ਹੈ ਕਿਉਂਕਿ ਇਸ ਕਰਕੇ ਉਹਨਾਂ ਨੇ ਹੀ ਇਹਨਾਂ ਨੂੰ ਸਰਟੀਫਿਕੇਟਸ ਨੂੰ ਬਣਾਉਣਾ ਹੈ। ਤੁਹਾਨੂੰ ਸਭ ਨੂੰ ਸਰਟੀਫਿਕੇਟਸ ਪੁੱਜਦੇ ਹੋਣਗੇ ਜਿਨ੍ਹਾਂ ਨੇ ਇਸ ਵੈਬੀਨਾਰ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ। ਇੰਨਾ ਕਹਿੰਦੇ ਹੋਏ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਮੈਡਮ ਮਲੇਰਕੋਟ ਵਾਲਿਆਂ ਨੂੰ बड़ा ही आदाब, अस्सलाम वालेकुम जी और शुभकामनावां कि जल्दी जल्दी जो कोरोना का डर है उसको निकला लो। सारिਆਂ ਨੂੰ बहुत बहुत शुभकामनावां, आदाब। थैंक यू सर, शुक्रिया सो मच। थैंक यू सर, थैंक यू सत्या सर, थैंक यू मनिंदर मैम। ओके जी, ऑल द बेस्ट टू ऑल ऑफ यू। ठीक है जी, थैंक यू, थैंक यू, थैंक यू। ओके कुणाल, you can okay ma'am, sign off। thank you। Okay, okay।